डालो अपने ज़हन पे, पा रहे हैं जी साहब, जरा जोर पाओ ज़हन पे। पा रहे हैं। दसो कुछ समझ आई? नहीं। अच्छा चलो होर आसान करके तुहानू दस देना कि जिहड़ियां उम्महात ने वो सारी मुसलमाना दी मावां हैन कि नहीं? बिल्कुल है ने। बस फिर अपना जवाब सोचो आप। ਉਹਦੇ ਵਿੱਚ ਕੁਰਾਨ ਤੇ ਫਰਮਾ ਦਿੱਤਾ ਗਿਆ ਨਾ ਕਿ ਮੂਮਨਾਂ ਦੀਆਂ ਮਾਵਾਂ ਨੇ बिल्कुल ਜਿਹੜੀ बिल्कुल। ਠੀਕ ਹੈ। ਇਹਦੇ ਵਿੱਚ ਜਿਵੇਂ ਕਿ ਕੁਰਾਨ ਚ ਫਰਮਾ ਦਿੱਤਾ ਗਿਆ। ਆ ਯਾਰ ਇੱਕ ਮਿੰਟ ਮਲਕਾ ਖਲੋ ਜਾ ਯਾਰ, ਖਲੋ ਜਾ। ਜਿਹੜੀ ਮਾਂ ਕਾਨਾ मोहम्मद ने आबा हद मेरे जालेकुम, दुनिया में यानी कि मोहम्मद सल्लल्लाहु अलैहि वसल्लम तुम मर्दों में से किसी के बाप नहीं, यानी कि तुम मर्द। ਇਹਦੀ ਮਨਾਈ ਆ ਗਈ ਹੁਣ, ਇਹਦੀ ਮਨਾਈ ਆਈ ਹੈ, ਉਹਦਾ ਤੇ ਹੁਕਮ ਜਾਰੀ ਹੋਇਆ ਨਾ ਕਿ ਤੁਹਾਡੀਆਂ ਮੋਮਨਾਂ ਦੀਆਂ ਮਾਵਾਂ ਨੇ। ਮੈਨੂੰ ਇਹਦਾ ਦੱਸੋ ਕਿ ਦੋਵੇਂ ਹੁਕਮ ਮੌਜੂਦ ਨੇ ਕੁਰਾਨ 'ਚ। ਮਿਰਜ਼ਾ ਸਾਹਿਬ ਨੇ ਕਿਸ ਹਿਸਾਬ 'ਚ ਤਫਸੀਰ ਕੀਤੀ ਹੈ ਕਿ ਜਿਹੜੇ ਜ਼ਮਾਨੇ ਦੇ ਮਰਦ ਨੇ ਉਹਨਾਂ ਦੇ ਬਾਪ ਨਹੀਂ ਹੈ, ਆਖਰਤ ਦੇ ਮਰਦਾਂ ਦੇ ਬਾਪ ਨੇ। ਜਿਹੜੀਆਂ ਉਮਹਾਤ ਨੇ ਉਹ ਸਾਡੀਆਂ ਸਖੀਆਂ ਵਾਲਦਾ ਹੈਗੀਆਂ ਨੇ, रूहानी मामा। ਬਸ बस ਤੁਹਾਨੂੰ ਜਵਾਬ ਮਿਲ ਗਿਆ। म्यूजिक ਤੁਹਾਡਾ ਚੱਲ ਰਿਹਾ ਨਾ ਜਬ ਤੁਸੀਂ ਮਿਊਜ਼ਿਕ ਹਾਂ ਤੇ ਯਾਰ, ਬਗੈਰ ਯਾਰ ਕੋਈ ਨੇਕੀ ਦੀ ਗੱਲ ਵੀ ਨਹੀਂ म्यूजिक बंद कर दो। ਇਹ ਤਾਂ म्यूजिक मैं नहीं कर सकता। अच्छा बोलिए, इससे जरा थोड़ी सी डिबेट करेंगे। मैं पूछ ਸ਼ੈਤਾਨੀ ਅਮਲ ਕਰ ਰਹੇ ਹੋ। ਕੁਛ ਨਹੀਂ। ਉਹ ਕਹਿ ਰਹੇ ਨੇ ਕਿ ਕੁਰਾਨ ਨੇ ਸਰਾਹਤਨ ਦੀ ਨਫੀ ਕੀਤੀ ਹੈ ਕਿ ਮਰਦਾਂ ਚ ਤੁਹਾਡੇ ਕਿਸੇ ਦੇ ਬਾਪ ਨਹੀਂ, ਜਬਕਿ ਉਮਹਾਤ ਦੇ ਮੁਤਲਕ ਤੇ ਕੋਈ ਗੁਫ਼ਤਗੂ ਐਸੀ ਕੁਰਾਨ ਨੇ ਨਹੀਂ ਕੀਤੀ। तो लिहाजा मिर्जा साहब किस बुनियाद के उत्ते वालेकुम अस्सलाम आखिरत च बाप कह रहे ने। ਚਲੋ ਇਹ ਮੌਜੂ ਰਿਜ਼ਰਵ ਰੱਖੋ, ਇਹਦੇ ਤੇ ਗੱਲ ਹੋ ਜਾਏਗੀ। नहीं, असल सवाल ये नहीं है कि उन्होंने क्यों आख्या है। सवाल ये वे कि वो रजालुद दुनिया हैं कौन ने ते रजालुल आखिरा हैं कौन ने। सिर्फ उन्होंने तशखीस कर दो ताकि असी गौर करिए भी जिहड़ी इन्होंने तफसीर की है उसका मतलब की है। क्योंकि कुरान की तफसीर अगर एक बंदा करता है तो इस गल्ले करता है कि कुरान की किसी आयत को समझाए, तो जे वो कुरान की किसी आयत को समझाने वास्ते तफसीर करता है तो उसकी तफसीर को समझाने वास्ते अगों फिर कोई तफसीर करनी पैंदी है, तो उसकी तफसीर का फायदा ही कोई नहीं है। उत्थे लिखे है लाइसा मुहम्मदुन अबा अहदिम मिन रिजालिद दुनिया वलाकिन हुवा अब्बुल रिजालिल आखिरा, यानी मोहम्मद सल्लल्लाहु अलैहि वसल्लम रिजालुद दुनिया दे बाप नहीं है, रिजालुल आखिरा दे बाप है। वो रिजालुद दुनिया कौन ने, यानी दुनिया दे मर्द कौन ने जिन्हां दे बाप नहीं हैं, ते रिजालुल आखिरा कौन ने जिन्हां दे बाप हैं ने, बकौल तुहाडे मिर्जा साहब। बस यह सवाल है ਜੀ ਬਹੁਤ ਹੀ ਅੱਛਾ ਸਵਾਲ ਹੈ। ਬਹੁਤ ਖੁਸ਼ੀ ਹੋਈ ਕਿ ਤੁਸੀਂ ਇੰਨੀ ਤਫਸੀਲ ਨਾਲ ਪੜ੍ਹ ਰਹੇ ਹੋ ਤੇ ਆਈ ਥੈਂਕ ਯੂ ਵੈਰੀ ਮਚ ਫॉर ਦਿਸ। ਤੇ ਤੁਸੀਂ ਇਹ ਸਵਾਲ ਜਿਹੜਾ ਹੈ ਨਾ ਅੱਜ ਹੁਸੈਨੀ ਸਾਹਿਬ ਦੀ ਬਰੋਡ ਤੇ ਰੱਖਣਾ ਹੈ, ਉੱਥੇ ਤੁਹਾਨੂੰ ਮੇਰੇ ਤੋਂ ਬਹੁਤ ਵੱਡੇ ਵੱਡੇ ਮੁਫੱਸਰ ਮਿਲਣਗੇ ਇਨਕਲੂਡਿੰਗ ਹੁਸੈਨੀ ਸਾਹਿਬ, ਤੇ ਇਨਸ਼ਾਅੱਲਾ ਅਸੀਂ ਵੀ ਸਿੱਖਾਂਗੇ ਉਹਨਾਂ ਕੋਲੋਂ ਤੇ ਤੁਸੀਂ ਵੀ ਸਿੱਖ ਲੈਣਾ। अगर तुहानू इहदा नहीं पता तो मैं अगे भी रखा है हुसैनी साहब की बराड़ ते, बल्कि मेरी अदम मौजूदगी विच भी हुसैनी साहब ने 3 दिन एबसेंट रहे, 3 दिन बाद आए तो हुसैनी साहब ने फिर यही सवाल तुहाडे बंदियां अगे रखा सी कि भाई आमर ने यह सवाल रखा सी, इहदा जवाब है कोई तुहाडे कोल? तो उन्हें जवाब किसी ने कोई नहीं दिता। तुहानू पता नहीं याद कि नहीं, अज 8-10 दिन पहले की गल, लेकिन बार बार किसी के अगे रखीए तो अगला कहता सानू जिच करते पे ने। तो बेहतर नहीं है कि तुसीं किसी मुरब्बी नूं फोन कर लो तो उन्हें पूछ लो भी यह सवाल वो बंदा करता है, ਇਹਦਾ ਸਾਡੇ ਕੋਲ ਕੀ ਜਵਾਬ ਹੈ? ਕੋਈ ਤੁਹਾਡੇ ਨਹੀਂ ਮੈਂ ਤੇ ਜਨਾਬ ਤੁਹਾਨੂੰ ਪਤਾ ਹੈ ਕਿ ਮੈਂ ਤੇ ਇਖਤਲਾਫੀ ਮਸਾਇਲ ਤੇ ਜ਼ਿਆਦਾ ਗੱਲ ਕਰਨਾ, ਔਰ ਮੈਂ ਕੋਸ਼ਿਸ਼ ਕਰ ਰਿਹਾ ਕਿ ਇਖਤਲਾਫੀ ਮਸਾਇਲ ਤੇ ਤਾਂ ਕਿ ਲੋਕਾਂ ਦੇ ਦਰਮਿਆਨ ਬ੍ਰਿਜ ਬਣੇ ਔਰ ਮੁਸਲਮਾਨ ਜਿਹੜੇ ਟੁਕੜੇ ਟੁਕੜੇ ਹੋ ਗਏ ਨੇ ਉਹ ਸਭ ਇਕੱਠੇ ਹੋ ਜਾਣ। ਕੀ ਕਰਦੇ ਹੋ ਤੁਸੀਂ ਇਖਤਲਾਫੀ ਮਸਾਇਲ ਉੱਤੇ? ਵਰਕ ਕਰਨਾ, ਮਿਹਨਤ ਕਰਨਾ। ਇਹ ਇਖਤਲਾਫੀ ਮਸਲਾ ਹੀ ਹੈ ਨਾ ਸਾਡਾ ਤੇ ਤੁਹਾਡਾ। ਬਿਲਕੁਲ ਸਹੀ ਹੈ, ਤੇ ਇਹ ਰਿਜ਼ਰਵ ਕਰ ਲਓ ਤੇ ਇਹ ਵੱਡੇ ਬੰਦੇ ਪਾਵਾਂਗੇ ਵੀ। ਮੈਂ ਤੁਹਾਨੂੰ ਇਮਾਨਦਾਰੀ ਦੀ ਗੱਲ ਪੇ ਦੱਸਣਾ, ਅਸੀਂ ਇਹ ਸਵਾਲ ਮੈਂ ਵੀ ਪੁੱਛਿਆ ਤੇ ਇੱਕ ਦਿਨ ਮਲਕ ਤਲਤ ਨੇ ਤੇ ਉਹ ਜਿਹੜਾ ਨਾਸਰ ਕੈਂਡਲ ਹੈ ਉਹਨਾਂ ਵਰਿਆਮ ਦੀ ਬਰਾੜ ਦੇ ਉੱਤੇ ਇਸੇ ਸਵਾਲ ਦਾ ਜਵਾਬ ਦਿੰਦੇ ਆ ਆਪਸ ਵਿੱਚ ਉਹ ਖੈਬੜ ਪੇਚਣਗੇ ਭੱਲੇ। ਪਤਾ ਜੇ ਯਾਦ ਜੀ ਗੱਲ? ਨਹੀਂ ਨਹੀਂ
ਨਾ ਲੜ ਪਏ ਕਿ ਉਹਨੇ ਨਾਸਰ ਕੈਂਡਾ ਵਾਲੇ ਨੇ ਆਖਿਆ ਵੀ ਰਜਾਲੁਲ ਆਖਰਾ ਤੂੰ ਕੋਈ ਮੁਰਾਦ ਪਤਾ ਨਹੀਂ ਉਹਨੇ ਕੀ ਆਖਿਆ, ਤੇ ਤਲਤ ਮਲਕ ਨੇ ਆਖਿਆ ਇਹ ਜੋ ਕੋਈ ਬਿਆਨਦਾ ਸਾਰੀ ਗੱਲ ਗਲਤ ਪਿਆ ਕਰਦਾ ਹੈ। ਤੇ ਮੈਂ ਕਿਹਾ ਤੁਸੀਂ ਮਲਕ ਸਾਹਿਬ ਨੇ ਜਿਹੜੀ ਗੱਲ ਦੱਸੀ ਉਹਦੇ ਅੱਗੇ ਟੋਇਆ ਸੀ, ਮਲਕ ਸਾਹਿਬ ਉਹਦੇ ਵਿੱਚ ਢਹਿ ਪਏ। ਫਿਰ ਮਲਕ ਸਾਹਿਬ ਚੀਕਾਂ ਮਾਰਨ ਤੇ ਵਰਿਆਮ ਆਕੇ ਮਲਕ ਸਾਹਿਬ ਮੈਂ ਇਸ ਗੱਲ ਤੇ ਨਹੀਂ ਨਾ ਤੁਹਾਨੂੰ ਆਖਿਆ ਵੀ ਤੁਸੀਂ ਗੱਲ ਕਰੋ, ਬਹਾਲੇ ਪੜੀ ਆਉਂਦਾ ਸਾਰੇ ਤੇ ਅਸੀਂ ਮਤਲਬ ਇਹ ਫਾਇਦਾ ਕੀ ਉਹ ਨਾਸਰ ਭਾਈ ਜੋ ਗੱਲ ਗੋਲਮੋਲ ਪੇ ਕਰਦੇ ਸਨ ਤਾਂ ਉਹਨਾਂ ਨੂੰ ਕਰਨ ਦੇਣੀ ਸੀ। ਬਹਰਹਾਲ ਇਹ ਆਪਸ ਚ ਲੜਾਈ ਹੋ ਗਈ ਇਹਨਾਂ ਦੀ। ਉਹਦੇ ਬਾਅਦ ਹੁਸੈਨ ਸਾਹਿਬ ਦੀ ਬਰਾੜ ਦੇ ਉੱਤੇ ਵੀ ਇਹ ਸਵਾਲ ਪੁੱਛਿਆ ਗਿਆ ਔਰ ਇੱਕ ਵਾਰੀ ਮੈਂ ਪੁੱਛਿਆ, ਫਿਰ ਉਹਦੇ ਬਾਅਦ 2-3 ਵਾਰੀ ਮੇਰੇ ਹਾਲ ਹੁਸੈਨ ਸਾਹਿਬ ਨੇ ਵੀ ਪੁੱਛਿਆ ਤਾਂ ਮੈਂ ਆਪਣੀ ਅੱਖਾਂ ਨਾਲ ਵੇਖ, ਤੇ ਉਹਨਾਂ ਕੋਲ ਜਵਾਬ ਹੈ ਨਹੀਂ ਤੁਹਾਡੇ ਬੰਦਿਆਂ ਕੋਲ। ਤੁਸੀਂ ਜਿਹਨੂੰ ਚੰਦਾ ਦਿੰਦੇ ਹੋ ਮਹੀਨੇ ਬਾਅਦ ਤੁਸੀਂ ਉਹਨੂੰ ਫੋਨ ਕਰਕੇ ਪੁੱਛਦੇ ਹੋ कि भाई ये मिर्ज़ा साहब ने एक गलती का ज़ाला विच गल लिखी है कि मा काना मुहम्मदुन अबा हदिम में रजालिकुम के ये मानी है कि मोहम्मद सल्लल्लाहु अलैहि वसल्लम इस दुनिया के मर्दों के बाप नहीं हैं बल्कि वो आखिरत के मर्द। ये दुनिया के मर्द कौन ने ते आखिरत के मर्द कौन ने जिहड़ा मिर्ज़ा साहब कहना चाहते हैं, सानू समझा दिओ। इन्ना सवाल पूछण च मतलब कोई अगों बंदा मूँह च पा लैंदा है? नहीं कोई ऐसी गल नहीं, बिल्कुल पूछांगे। ਤੁਸੀਂ ਰਿਜ਼ਰਵ ਰੱਖੋ, ਇਹ ਬਿਲਕੁਲ ਸਵਾਲ ਪੁੱਛ ਲਿਆ ਜਾਏਗਾ। ਸਭ ਤੋਂ ਪਹਿਲਾਂ ਤੇ ਇਹ ਵੇਖਿਆ ਜਾਏਗਾ ਕਿ ਮਿਰਜ਼ਾ ਸਾਹਿਬ ਨੇ ਆਪ ਕੀ ਇਹਦੀ ਤਫਸੀਰ ਕੀਤੀ ਹੈ, ਤੇ ਇੱਕ ਗਲਤੀ ਦਾ ਜ਼ਾਲਾ ਹੈਗੀ ਇਹ ਕਿਤਾਬ ਜਿਹਦੇ ਚੋਂ ਤੁਸੀਂ ਲਿਆ ਹੈ ਰੈਫਰੈਂਸ। ਹਾਂਜੀ ਅੱਛਾ, ਕਿਹੜੇ ਪੇਜ ਤੇ ਹੈਗਾ? ਮੇਰੇ ਖਿਆਲ ਪਹਿਲੇ ਪੇਜਾਂ ਤੇ ਹੋਏਗਾ, ਆਖਰੀ ਪੇਜ ਤੇ ਨਹੀਂ ਹੈ। ਇਹ ਪਹਿਲੇ 12 ਮੈਂ ਤੇ ਨਹੀਂ ਪੜਿਆ ਇੱਕ ਗਲਤੀ ਦਾ ਜ਼ਾਲਾ ਇਸ ਮੈਂ ਤੇ ਐ ਜ਼ਿਕਰ ਨਹੀਂ ਸੁਣਿਆ ਯਾਰ ਸਰ। ਉੱਥੇ ਮੌਜੂਦ ਹੈ ਹਾਸ਼ੀਆ, ਪਹਿਲੇ ਦੋ ਤਿੰਨ ਸਫੇ नहीं मेन पेज ਦੇ ਉੱਤੇ ਹਾਸ਼ੀਏ ਚ ਨਹੀਂ ਹੈ। ਮੇਨ पेज ਦੇ ਉੱਤੇ ਆਇਤ ਲਿਖੀ ਹੈ। 12 ਹੀ ਸਫੇ ਨੇ ਟੋਟਲ ਉਹਦੇ ਰਸਾਲੇ ਦੇ, ਤੇ ਤੀਜੇ ਚੌਥੇ ਸਫੇ ਤੇ ਤੁਹਾਨੂੰ ਮਿਲ ਜਾਏਗਾ मा काना मुहम्मदुन अबा अहदिम मिन रिजालिकुम के ये मानी है लैसा मुहम्मदुन अबा अहदिम मिन रिजालिद दुनिया वलाकिन हुवा अब्बुल रिजालिल आखिरा। ਇਹ ਉੱਤੇ ਲਿਖਿਆ ਹੈ। ਅੱਛਾ ਮੈਂ ਉਹਨੇ ਖੋਲ ਕੇ ਪੜ ਲੈਣਾ ਥੋੜੀ ਦੇਰ ਵਿੱਚ, ਫਿਰ ਉਸ ਤੋਂ ਬਾਅਦ ਇਹਦੇ ਤੇ ਗੱਲ ਹੋ ਜਾਏਗੀ। ਜਿਹੜੀ ਦੂਜੀ ਗੱਲ ਤੁਹਾਨੂੰ ਬੂ ਅਲੀ ਭਾਈ ਪੇ ਪੁੱਛਦੇ ਸਨ ਤੇ ਲੈਲਤੁਲ ਕਦਰ ਦੀ ਮਿਰਜ਼ਾ ਸਾਹਿਬ ਨੇ ਜਿਹੜੀ ਤਫਸੀਰ ਕੀਤੀ ਹੈ, ਹੁਣ ਉਹ ਇਹ ਤਫਸੀਰ ਹੈ ਕਿ ਲੈਲਤੁਲ ਕਦਰ ਰਾਤ ਨਹੀਂ ਹੈ ਬਲਕਿ ਇੱਕ ਜ਼ਮਾਨਾ ਹੈ, ਤਾਰੀਕ ਦੌਰ ਜਿਹਨੂੰ ਕਹਿੰਦੇ ਹੋ, ਕਾਲਾ ਦੌਰ, ਕਾਲਾ ਜ਼ਮਾਨਾ ਜਿਹਦੇ ਚ ਹਨੇਰਾ ਹੋਵੇ, ਜਹਾਲਤ ਹੋਵੇ, ਕਤਲੋ ਗਾਰਤ, ਤਬਾਹੀ ਬਰਬਾਦੀ ਹੋਵੇ, ਉਹ ਕਾਲਾ ਦੌਰ ਉਹਨੂੰ ਕਹਿੰਦੇ ਨੇ। ਜ਼ੁਲਮਤ का ज़माना उन्होंने लिखा, जुल्मत का ज़माना मुराद है, रात मुराद नहीं। इन्ना अंज़लनाहु फ़ी लैलतिल क़द्र, ਇਹਦੀ ਤਫਸੀਰ ਜੋ ਨਾ ਲਿਖਿਆ ਹੈ ਕਿ ਇਹਦੇ ਤੋਂ ਮੁਰਾਦ ਰਾਤ ਨਹੀਂ, ਜਦਕਿ ਸਾਡੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਤੇ ਇਹਦੀ ਖੁਦ ਤਫਸੀਰ ਕੀਤੀ ਹੈ ਕਿ ਲੈਲਤੁਲ ਕਦਰ ਤੋਂ ਮੁਰਾਦ ਰਮਜ਼ਾਨ ਦੀਆਂ ਤਾਕ ਰਾਤਾਂ ਵਿੱਚੋਂ ਇੱਕ ਰਾਤ, ਜਿਹੜੇ ਰਮਜ਼ਾਨ ਦੇ ਆਖਰੀ ਅਸ਼ਰੇ ਨੇ, ਆਖਰੀ ਅਸ਼ਰਾ ਜਿਹੜਾ ਉਹਦੀਆਂ ਜਿਹੜੀਆਂ ਰਾਤਾਂ ਨੇ ਨਾ, ਤਾਕ ਰਾਤਾਂ, ਉਹਨਾਂ ਚੋਂ ਇੱਕ ਰਾਤ, ਮਸਲਨ 21ਵਾਂ ਰੋਜ਼ੇ ਦੀ ਰਾਤ, 23ਵੇਂ ਰੋਜ਼ੇ ਦੀ ਰਾਤ, 25ਵੇਂ ਰੋਜ਼ੇ ਦੀ ਰਾਤ, 27ਵੇਂ ਰੋਜ਼ੇ ਦੀ ਰਾਤ, 29ਵੇਂ ਰੋਜ਼ੇ ਦੀ ਰਾਤ, ਇਹਨਾਂ ਰਾਤਾਂ ਵਿੱਚੋਂ ਇੱਕ ਰਾਤ ਹੈ ਲੈਲਤੁਲ ਕਦਰ। ਤੇ ਮਿਰਜ਼ਾ ਸਾਹਿਬਾਨ ਨੇ ਲੈਲਤੁਲ ਕਦਰ ਤੋਂ ਮੁਰਾਦ ਰਾਤ ਨਹੀਂ ਹੈ, ਜ਼ੁਲਮਤ ਦਾ ਜ਼ਮਾਨਾ ਹੈ। ਇਹ ਬੂ ਅਲੀ ਭਾਈ ਮੇਰੇ ਨਾਲ ਪੁੱਛਣਾ ਚਾਹ ਰਹੇ। ਉਮਰ ਸਾਹਿਬ ਮੈਨੂੰ ਦੱਸੋ ਨਾ ਕਿ ਪਿਛਲੇ ਸਾਲ ਤੇ ਤੁਹਾਡੇ ਕਮ ਸੇ ਕਮ ਵੀ 20 ਲੈਕਚਰ ਔਰ ਡਿਸਕਸ਼ਨ ਹੋ ਗਈਆਂ ਨੇ ਅਹਿਮਦੀਆਂ ਨਾਲ, ਤੇ ਤੁਸੀਂ ਇਹੋ ਹੀ ਕੰਕਲੂਜਨ ਤੇ ਪਹੁੰਚੇ ਸੋ ਕਿ ਮਿਰਜ਼ਾ ਸਾਹਿਬ ਨੇ ਅੱਗੇ ਇਹ ਵੀ ਲਿਖਿਆ ਹੈ कि जो मतलब दूसरे लोग करते हैं वो भी ठीक है। नहीं तो फिर सदाकत दा म्यार किन्नू रखोगे तुसी? सदाकत दा अगर म्यार तुसी एक मिनट बोल भाई, एक मिनट है ਜਿਹੜੀ ਉਹਨਾਂ ਗੱਲ ਭਾਈ ਤੁਸੀਂ ਇਹਨਾਂ ਦੇ ਪਿਛਲੇ 20 ਡਿਸਕਸ਼ਨ ਹੋਏ ਨੇ ਇਸ ਚੀਜ਼ ਤੇ, ਇਸ ਸਾਲ ਚੱਲੇ ਮੈਂ ਦੱਸਣਾ 25 ਦਿਨ ਡਿਸਕਸ਼ਨ ਹੋਇਆ, ਤੁਸੀਂ ਉਹ ਜਾ ਕੇ ਦੁਬਾਰਾ ਦੇਖੋ ਸਾਰੇ ਵੀਡੀਓਜ਼। ਅੱਛਾ, ਅਗਰ ਮੁਸਲਮਾਨਾਂ ਦੇ ਮਿਰਜ਼ਾ ਸਾਹਿਬ ਨੇ ਗੱਲ ਲਿਖੀ ਹੈ, ਅਗਰ ਮੁਸਲਮਾਨਾਂ ਦੀ ਤਫਸੀਰ ਦਰੁਸਤ ਹੈ ਜਾਂ ਪੈਗੰਬਰ ਇਸਲਾਮ ਦੀ ਤਫਸੀਰ ਦਰੁਸਤ ਹੈ, ਉਹ ਤੇ ਇਹ ਵੇ ਕਿ ਲੈਲਤੁਲ ਕਦਰ ਇੱਕ ਰਾਤ ਹੈ, ਤੇ ਜਦੋਂ ਤੁਸੀਂ ਇਹ ਕਹਿ ਦਿੰਦੇ ਹੋ ਕਿ ਰਾਤ ਨਹੀਂ, ਤੇ ਫਿਰ ਮੁਸਲਮਾਨਾਂ ਦੀ ਦਰੁਸਤ ਕਿਸ ਤਰ੍ਹਾਂ ਰਹੇਗੀ? ਜਾਂ ਸਾਡੀ ਦਰੁਸਤ ਹੈ ਜਾਂ ਤੁਹਾਡੀ ਦਰੁਸਤ ਹੈ, ਫਿਰ ਇੱਕ ਟਾਈਮ ਤੇ ਦੋਵੇਂ ਦਰੁਸਤ ਨਹੀਂ ਹੋ ਸਕਦੀਆਂ ਨਾ। ਬਿਲਕੁਲ ਠੀਕ ਗੱਲ ਕਰ ਰਹੇ ਹੋ ਤੁਸੀਂ, ਦੋਵੇਂ ਦਰੁਸਤ ਨਹੀਂ ਹੋ ਸਕਦੀਆਂ, ਜਾਂ ਇੱਕ ਦਰੁਸਤ ਹੈ ਜਾਂ ਦੋ ਦਰੁਸਤ ਨੇ, ਲੇਕਿਨ ਤੁਸੀਂ ਇਹ ਵੀ ਗੱਲ ਮੰਨਦੇ ਹੋ ਕਿ ਇਹ ਆਖਰੀ ਤਫਸੀਰ ਨਹੀਂ ਹੋ ਗਈ ਕਿ ਤਫਸੀਰ ਇਬਨ ਕਸੀਰ ਦੁਨੀਆ ਦੀ ਆਖਰੀ ਤਫਸੀਰ ਹੈ। ਦੁਨੀਆ ਵਿੱਚ ਹੁਣੇ ਵੀ ਅਲਾਮਾ ਪੈਦਾ ਹੋਣੇ ਨੇ, ਉਲਮਾ ਪੈਦਾ ਹੋਣੇ ਨੇ, ਲੋਕਾਂ ਨੇ ਹੁਣ ਵੀ ਚੀਜ਼ਾਂ ਦੀਆਂ ਤਫਸੀਰਾਂ ਕਰਨੀਆਂ ਨੇ। ਕੁਰਾਨ ਪਾਕ ਦੇ ਹਕਾਇਕ ਜਿਹੜੇ ਨੇ ਜ਼ਮਾਨੇ ਦੇ ਨਾਲ ਖੁੱਲਨੇ ਵੀ ਨੇ, ਹੋਰ ਹਕਾਇਕ ਵੀ ਖੁੱਲਣਗੇ, ਤੇ ਇਹ ਕੋਈ ਆਖਰੀ ਤਫਸੀਰ ਨਹੀਂ ਹੋ ਗਈ, ਕਿਆਮਤ ਤੱਕ ਤਫਸੀਰ ਹੋਏਗੀ। ਇਹ ਆਖਰੀ ਤਫਸੀਰ ਹੈ
क्योंकि मिर्ज़ा साहब का दावा है कि मुझे कसम है उस ज़ात की जिसके कब्ज़ा कुदरत में मेरी जान है, कुरान के मुआरफ समझने में मुझे तमाम रूहों पर गलबा दिया गया है। वो कहते हैं कि मेरे नाल दा कुरान फहमी किसी दी है ही नहीं, सारियां रूहां दे उत्ते मैनू गलबा दिता गया है। जो मैं बयान करां दा कुरान दे मैं नहीं, सिर्फ वो ही सही है। ਹੁਣ ਹੋਰ ਕੋਈ ਬੰਦਾ ਇਹਦੇ ਲਿਖੇ ਕੋਈ ਸ਼ੱਕ ਨਹੀਂ ਹੈਗਾ, ਇਹਦੇ ਉੱਤੇ ਕੋਈ ਸ਼ੱਕ ਨਹੀਂ ਹੈਗਾ। ਫਿਰ ਤਫਸੀਰ ਇਬਨ ਕਸੀਰ ਲਿਖੇ ਜਾਂ ਤਫਸੀਰ ਰੂਹੁਲ ਮਾਨੀ ਲਿਖੇ, ਕੋਈ ਲਿਖੇ ਤਫਸੀਰ ਜਲਾਲੈਨ ਲਿਖੇ, ਉਹਦਾ ਮਤਲਬ ਹੀ ਕੋਈ ਨਹੀਂ ਹੈ ਜਦੋਂ ਉਹਨਾਂ ਦਾ ਦਾਅਵਾ ਹੈ। ਤੁਸੀਂ ਇਸ ਤਰ੍ਹਾਂ ਕਰੋ ਕਿ ਤੁਸੀਂ ਕਿਸੇ ਅਹਿਮਦੀ ਮੁਰੱਬੀ ਕੋਲੋਂ ਵਕਤ ਲਓ ਔਰ ਬੜੇ ਮੁਅੱਦਬ ਤਰੀਕੇ ਨਾਲ ਉਹਦੇ ਨਾਲ ਡਿਸਕਸ਼ਨ ਕਰੋ ਔਰ ਕਿਸੇ ਨਤੀਜੇ ਤੇ ਪਹੁੰਚੋ ਤੇ ਸਾਨੂੰ ਵੀ ਦੱਸੋ। ਯਾਰ ਇਹ ਜਿਹੜਾ ਮੁਅੱਦਬ ਹੈ ਨਾ ਤਰੀਕਾ ਵਾਟਰ ਸਾਹਿਬ, ਇਹ ਸਾਡੇ ਕੋਲ ਕਿਉਂਕਿ ਉਹਨਾਂ ਦਾ ਅਦਬ ਨਹੀਂ ਹੁੰਦਾ ਤੇ ਉਹ ਮਸਲਕ ਖੜੇ ਹੋ ਜਾਂਦੇ ਨੇ। ਤੇ ਤੁਸੀਂ ਮੁਅੱਦਬ ਕਿਉਂਕਿ ਜਾਣਦੇ ਹੋ ਕਿ ਅਦਬ ਕੀ ਨਾਂ ਹੈ, ਕਿਹਦਾ ਨਾਂ ਅਦਬ ਹੈ ਤੇ ਕਿਸ ਤਰ੍ਹਾਂ ਦਾ ਉਹਨਾਂ ਤੁਹਾਨੂੰ ਅਦਬ ਸਿਖਾਇਆ, ਤੁਸੀਂ ਉਸ ਅਦਬ ਨਾਲ ਆਪ ਪੁੱਛਦੇ ਹੋ, ਤੁਹਾਡੇ ਨਾਲ ਤੇ ਗੱਲ ਹੋ ਸਕਦੀ ਹੈ। ਲੇਕਿਨ ਮੁਰੱਬੀਆਂ ਨਾਲ ਤੁਸੀਂ ਗੱਲ ਕਰਾਉਂਦੇ ਵੇਖੋਗੇ ਉਹ ਅੱਗੋਂ ਅਦਬ ਕੀ ਪਤਾ ਬਹਾਨਾ ਲਾ ਕੇ ਵੀ ਅਦਬ ਨਹੀਂ ਕੀਤਾ ਗਿਆ ਤੇ ਤੋਹੀਨ ਕੀਤੀ ਗਈ ਹੈ ਤੇ ਉਹ ਕੋਈ ਭੰਡੀ ਪੈ ਜਾਏਗੀ। ਤੇ ਗੱਲ ਤੇ ਤੁਹਾਨੂੰ ਸਮਝ ਆ ਗਈ ਇਹਨਾਂ ਦੋ ਸਵਾਲ। ਦੇਖੋ ਜੀ, ਕਿਸੇ ਕੋਲੋਂ ਕੋਈ ਚੀਜ਼ ਸਮਝ ਨਹੀਂ ਹੋਏ ਤੇ ਫਿਰ ਉਹਨੂੰ ਇੱਜ਼ਤ ਤੇ ਦੇਣੀ ਪਏਗੀ ਆਮਿਰ ਸਾਹਿਬ ਤੁਹਾਨੂੰ। ਐ ਨਾ ਇੱਜ਼ਤ ਤੁਸੀਂ ਦੇ ਲਓ, ਤੁਹਾਡੇ ਕੋਲ ਜੋ ਹੈ ਦੇਣ ਵਾਲੀ ਤੇ ਤੁਸੀਂ ਦੇ ਲਓ। ਮੈਂ ਤੇ ਦੇਖੋ ਤੁਹਾਡੇ ਕੋਲ ਵੀ ਆਇਆ, ਤੁਹਾਡੇ ਨਾਲ ਮੇਰੀ ਕਿੰਨੀ ਲੜਾਈ ਹੁੰਦੀ ਹੈ ਲੇਕਿਨ ਤੁਹਾਡੇ ਨਾਲ ਕਿਤਨੀ ਮੈਂ ਪਿਆਰ ਮੁਹੱਬਤ ਔਰ ਇੱਜ਼ਤ ਨਾਲ ਗੱਲ ਕਰ ਰਿਹਾ ਕਿਉਂਕਿ ਤੁਹਾਡੇ ਕੋਲ ਮੇਰਾ ਇੱਕ ਸਵਾਲ ਫਸਿਆ ਹੈ। ਨਹੀਂ ਉਹ ਠੀਕ ਹੈ, ਮੈਂ ਕਹਿੰਦਾ ਤੁਹਾਡੇ ਨਾਲ ਤੇ ਗੱਲ ਹੋ ਰਹੀ ਹੈ 72 ਘੰਟੇ ਵੀ ਹੋ ਗਏ ਨੇ ਔਰ ਤੁਸੀਂ ਉਹ ਸਵਾਲ ਵੱਲ ਆਏ ਮੁਰੱਬੀਆਂ ਦੇ ਪੇਟੇ ਨਾ ਪਾਓ ਕਿਉਂਕਿ ਸਾਡੇ ਨਾਲ ਸਵਾਏ ਲੜਾਈ ਝਗੜੇ ਦੇ ਕਿਹੜਾ ਮੁਰੱਬੀ ਹੈ ਜਿਹਦੇ ਨਾਲ ਤੁਸੀਂ ਸਾਨੂੰ ਕਹਿੰਦੇ ਹੋ ਅਸੀਂ ਗੱਲ ਅਦਬ ਨਾ ਕਰੀਏ ਤਾਂ ਕੋਈ ਜਵਾਬ ਦੇ ਦੇਗਾ? ਜਵਾਬ ਨਹੀਂ ਦੇਗਾ, ਬਲਕਿ ਨਿਰੀ ਲੜਾਈ ਹੈ। ਦੇਖੋ ਸਰ, ਤੁਹਾਡੇ ਇੰਨੇ ਵੱਡੇ ਐਮਡੀ ਜਿਹੜੇ ਹੈਗੇ ਨੇ ਤੁਹਾਡੇ ਪਰਸਨਲ ਦੋਸਤ ਨੇ, ਜੈਸੇ ਮੀਆਂ 49, ਉਹ ਜਰਮਨੀ ਦੇ ਕਿੱਡੇ ਵੱਡੇ ਬਜ਼ੁਰਗ ਆਦਮੀ ਨੇ, ਮਸ਼ਹੂਰ ਆਦਮੀ ਨੇ, ਉਹ ਤੁਹਾਡੇ ਦੋਸਤ ਨੇ। ਫਿਰ ਜਨਾਬ ਰਾਜਾ ਤਾਉਲ ਮਨਾਨ ਇੰਗਲੈਂਡ ਵਿੱਚ ਕਿੰਨੀ ਵੱਡੀ ਪੋਜੀਸ਼ਨ ਤੇ ਹੈਗਾ, ਉਹ ਤੁਹਾਡਾ ਦੋਸਤ ਹੈਗਾ। ਤੁਹਾਡੇ ਕਿੰਨੇ ਵੱਡੇ ਦੋਸਤ ਨੇ, ਤੁਹਾਨੂੰ ਆ ਜਾ ਕੇ ਮੈਂ ਹੀ ਲੱਭਣਾ ਸੁਣਾ? ਮਤਲਬ ਤੁਸੀਂ ਕੋਈ ਵੱਡਾ ਬੰਦਾ ਪਾਓ, ਵੱਡੇ ਮੁਰੱਬੀਆਂ ਨਾਲ ਗੱਲ ਕਰੋ। ਤੁਸੀਂ ਮੈਂ ਤੁਹਾਨੂੰ ਦੱਸਣਾ ਉਹਨਾਂ ਨਾਲ ਦੋਸਤੀ ਇੰਨੀ ਕੀ ਹੈ ਸਾਡੀ, ਉਹ ਸਿਰਫ ਝਾਤੀ ਮਾਰਦੇ ਨੇ ਕਿ ਇਹਨਾਂ ਦੇ ਖੈਮੇ 'ਚ ਐਮੂਨੇਸ਼ਨ ਕਿਹੜਾ ਪਿਆ, ਬਸ। ਇਹਦੇ ਇਲਾਵਾ ਉਹਨਾਂ ਦਾ ਕੋਈ ਦੋਸਤੀ ਸ਼ੋਸਤੀ ਉਹਨਾਂ ਦੀ ਕੋਈ ਨਹੀਂ ਹੈ। ਇਹੋ ਹੀ ਦੋਸਤੀ ਹੈ। ਉਹ ਛੁਪ ਲੁੱਕ ਕੇ ਨਾ ਕੰਧਾਂ ਤੇ ਖਲੋ ਕੇ, ਬਨੇਰਿਆਂ ਤੇ ਖਲੋ ਕੇ ਸੁਣਦੇ ਨੇ ਬਈ ਅੱਜ ਇਹ ਕੀ ਪਿਆ ਗੱਲ ਕਰਦਾ ਤੇ ਇਹਦੀ ਗੱਲ ਜਿਹੜੀ ਹੈ ਉਹ ਦਾ ਜਵਾਬ ਸਾਡੇ ਕੋਲ ਕੀ ਹੈ ਔਰ ਇਹਦਾ ਜਵਾਬ ਇਹ ਅਸੀਂ ਅਗਰ ਇਹ ਦੇਵਾਂਗੇ ਤੇ ਇਹ ਅੱਗੋਂ ਕਿੰਝ ਸਾਨੂੰ ਕਾਬੂ ਕਰੇਗਾ। ਇਹਦੇ ਇਲਾਵਾ ਉਹਨਾਂ ਨਾਲ ਕੋਈ ਦੋਸਤੀ ਨਹੀਂ ਹੈ। ਚਲੋ ਫਿਰ ਗੱਲਬਾਤ ਕਰਨ ਲਈ ਥੋੜਾ ਜਿਹਾ ਤੇ ਰਿਸ਼ਤਾ ਔਰ ਕੋਈ ਥੋੜਾ ਜਿਹਾ ਲਿੰਕ ਤੇ ਕਾਇਮ ਕਰਨਾ ਪੈਂਦਾ ਹੈ ਨਾ, ਤੇ ਉਹ ਤੇ ਤੁਹਾਡਾ ਬਹੁਤ ਅੱਛਾ ਹੈਗਾ, ਉਹ ਤੁਹਾਨੂੰ ਬਹੁਤ ਪਸੰਦ ਕਰਦੇ ਨੇ, ਬੜੀਆਂ ਤਾਰੀਫਾਂ ਸੁਣੀਆਂ ਨੇ ਮੈਂ ਤੁਹਾਡੀਆਂ ਉਹਨਾਂ ਕੋਲੋਂ। ਤੇ ਗਾਲਾਂ ਨਹੀਂ ਸੁਣੀਆਂ ਤੁਸੀਂ? ਗਾਲਾਂ ਨਹੀਂ ਸੁਣੀਆਂ? ਦੇਖੋ ਗਾਲਾਂ 'ਚ ਮੈਨੂੰ ਤੁਹਾਡੇ ਤੇ ਬਹੁਤ ਜ਼ਿਆਦਾ ਇਤਰਾਜ਼ ਹੈਗਾ ਕਿ ਦੇਖੋ ਹੁਸੈਨੀ ਸਾਹਿਬ ਦੀ ਬਰੋਡ ਤੇ ਇੰਨੀ ਸ਼ਾਤਮੀਅਤ ਹੁੰਦੀ ਹੈ, ਤੁਸੀਂ ਮਜ਼ੇ ਨਾਲ ਬੈਠੇ ਰਹਿੰਦੇ ਹੋ, ਤੁਹਾਨੂੰ ਸਿਰਫ ਉਹ ਇੱਕ ਤਾਰੀਫ ਦਾ ਲੋਲੀਪੌਪ ਦੇ ਦਿੰਦੇ ਨੇ ਕਿ ਇਲਾਮਾ ਸਾਹਿਬ ਬਹੁਤ ਅੱਛੇ ਨੇ, ਔਰ ਤੁਹਾਡੇ ਹੁੰਦਿਆਂ ਕਈ ਬੰਦੇ ਆਉਂਦੇ ਨੇ ਔਰ ਜ਼ਬਰਦਸਤ ਸ਼ਾਤਮੀਅਤ ਕਰਦੇ ਨੇ, ਤੁਸੀਂ ਇੱਕ ਆਵਾਜ਼ ਨਹੀਂ ਉਠਾਉਂਦੇ। ਮਤਲਬ ਕਿ ਤੁਹਾਡਾ ਹੱਕ ਬਣਦਾ ਹੈ ਕਿ ਤੁਸੀਂ ਕਹੋ ਕਿ ਹੁਸੈਨੀ ਸਾਹਿਬ ਜਾਂ ਮੁਨਾਫਿਕ ਨੂੰ ਸਮਝਾ ਦਿਓ ਕਿ ਆਇੰਦਾ ਮੇਰੇ ਸਾਹਮਣੇ ਐਸੀ ਗੱਲ ਨਹੀਂ ਹੋਏਗੀ, ਤੇ ਜਾਂ ਇਸ ਬੰਦੇ ਨੂੰ ਉਤਾਰ ਦਿਓ ਜਾਂ ਕੋਈ ਵਾਰਨਿੰਗ ਦਿਓ। ਤੁਸੀਂ ਬੰਦੇ ਨਾਲ ਬੈਠੇ ਰਹਿੰਦੇ ਹੋ। ਮੁਨਾਫਿਕ ਤੇ ਮਿਰਜ਼ਾਈਆਂ ਦੀ ਮੰਜੀ ਠੋਕਣ ਲੱਗਿਆ ਸੀ 2-3 ਦਿਨ ਤੋਂ ਮੈਂ ਦੇਖਿਆ ਵੇ, ਮੈਨੂੰ ਤੇ ਨਹੀਂ ਪਤਾ ਮੇਰੇ ਸਾਹਮਣੇ ਤੇ ਕੋਈ ਸ਼ਾਤਮੀਅਤ ਨਹੀਂ। ਦੇਖੋ ਜੀ, ਉਹਨੇ ਇਸਲਾਮ ਦੀ ਮੰਜੀ ਵੀ ਬਹੁਤ ਜ਼ਿਆਦਾ ਠੋਕੀ ਹੈ, ਤੁਹਾਡੇ ਕੋਲ ਉਹਦੇ ਵੀਡੀਓਜ਼ ਨੇ ਸਭ। ਅੱਛਾ, ਇਸਲਾਮ ਦੇ ਬਾਰੇ ਅਗਰ ਕੋਈ ਉਹ ਬਦਤਮੀਜ਼ੀ ਕਰੇਗਾ, ਜ਼ਿਆਦਤੀ ਕਰੇਗਾ ਤੇ ਉਹ ਮੁਸਲਮਾਨ ਨੇ ਜਵਾਬ ਦੇਣਾ, ਤਾਂ ਉਹਦੇ ਬਾਰੇ ਤੁਹਾਨੂੰ ਫਿਕਰ ਕੀ ਹੈ? ਤੁਸੀਂ ਤੇ ਲੈਦਾ ਤੁਹਾਡਾ ਹਿਊਮੈਨਿਟੀ ਅਗਰ ਮੇਰੇ ਔਰ ਮੁਨਾਫਿਕ ਪੌਣੇ 2 ਘੰਟੇ ਲੜੇ ਨੇ ਹੁਸੈਨੀ ਸਾਹਿਬ ਦੀ ਬਰੋਡ ਤੇ, ਤੁਸੀਂ ਨਹੀਂ ਉਹਦੇ ਖਿਲਾਫ ਆਵਾਜ਼ ਉਠਾਈ ਕਿਉਂਕਿ ਉਹ ਤੁਹਾਡੇ ਦੋਸਤ ਨੇ। ਕੌਣ ਲੜਿਆ? ਮੁਨਾਫਿਕ ਔਰ ਹਿਊਮੈਨਿਟੀ ਪੌਣੇ 2 ਘੰਟੇ ਉਹਨਾਂ ਨੇ ਸ਼ਾਤਮੀਅਤ ਕੀਤੀ ਹੈ ਦੋਵੇਂ ਪਾਸੇ। ਉਹ ਪੁਰਾਣੀ ਗੱਲ ਹੋ ਕੇ ਜੁਰਮ ਖਤਮ ਨਹੀਂ ਹੋ ਜਾਂਦਾ, ਪੁਰਾਣਾ ਕਤਲ ਹੋਇਆ ਜਾਂ ਮਾਫ ਨਹੀਂ ਹੋ ਜਾਂਦਾ। ਨਹੀਂ, ਉਹਦੇ 'ਚ ਤੇ ਕੋਈ ਸ਼ੱਕ ਨਹੀਂ ਹੈ, ਲੇਕਿਨ ਉਹ ਸਾਲ ਪਹਿਲਾਂ ਦਾ ਵਾਕਿਆ ਹੈ। ਮੈਨੂੰ ਉਹਦੇ ਨਾਲ ਕੋਈ ਦੋਸਤੀ ਤਾਲੁਕ ਮੇਰਾ ਮੁਨਾਫਿਕ ਨਾਲ ਵੀ ਕੋਈ ਨਹੀਂ ਹੈ। ਉਹ ਆਉਂਦਾ, ਉਹ ਗੱਲ ਪਿਆ ਕਰਦਾ, ਅਗਰ ਮੇਰੇ ਸਾਹਮਣੇ ਉਹ ਕੋਈ ਕਰੇਗਾ ਤਾਂ ਮੈਨੂੰ ਬੁਰਾ ਲੱਗੇਗਾ ਤਾਂ ਮੈਂ ਜ਼ਰੂਰ ਰਿਸਪੌਂਡ ਕਰਾਂਗਾ। ਫਿਲਹਾਲ ਤੇ ਉਹਨੇ ਮੇਰੇ ਸਾਹਮਣੇ ਬਿਲਕੁਲ ਕਰਿਆ ਕਰੋ, ਕੋਈ ਐਸੀ ਗੱਲ ਨਹੀਂ ਕੀਤੀ ਹੈ। ਦੋਸਤੀਆਂ ਨਿਭਾਉਣਾ ਕੋਈ ਕੰਮ ਨਹੀਂ ਹੈਗਾ, ਹੱਕ ਦੀ ਬਾਤ ਕਰਨੀ ਚਾਹੀਦੀ ਹੈ। ਤੇ ਮੇਰੀ ਉਹਦੇ ਨਾਲ ਦੋਸਤੀ ਹੈ ਹੀ ਕੋਈ ਨਹੀਂ। ਕਦੋਂ ਮੇਰੀ ਉਹਦੇ ਨਾਲ ਕੋਈ ਦੋਸਤੀ? ਮੇਰੀ ਤੁਹਾਡੇ ਬਰੋਡ ਨਾਲ ਤੇ ਦੋਸਤੀ ਹੈ ਨਾ। ਇੰਟਰਪਸ਼ਨ ਕਰ ਰਿਹਾ ਅਲਾਮਾ ਸਾਹਿਬ।
ਜਿਹੜਾ ਵਮਾ ਰਸਲਨਾ ਦੀ ਆਇਤ ਤੁਸੀਂ ਪਿਛਲੇ ਜਿਹੇ ਦਿਨਾਂ ਚ ਲਾਈ ਸੀ ਤੇ ਮਿਰਜ਼ਾ ਸਾਹਿਬ ਦੀ ਤਫਸੀਰ ਤੇ ਉਹਨਾਂ ਦੇ ਮਾਇਨੇ ਕੀਤੇ ਹੋਏ ਸਨ ਨਾ। ਜੀ ਤੇ ਅਗਰ ਉਹਨਾਂ ਦੇ ਮਾਇਨੇ ਕੀਤੇ ਹੋਏ ਨੇ ਤੇ ਕਿਆ ਇਹ ਉਹਨਾਂ ਤੋਂ ਹਟ ਕੇ ਆਪਣਾ ਮਫਹੂਮ ਬਿਆਨ ਕਰਦੇ ਨੇ ਜੋ ਬਿਜ਼ਨਿल्लाह ਕਿ ਰਸੂਲ ਜਿਹੜਾ ਹੈ ਉਹ ਮਤਾ ਬਣਾ ਕੇ ਭੇਜਿਆ ਜਾਂਦਾ ਹੈ, ਮਤੀ ਔਰ ਮਹਕੂਮ ਨਹੀਂ ਹੁੰਦਾ। ਹਾਂਜੀ ਰਸੂਲ ਮਤੀ ਔਰ ਮਹਕੂਮ ਨਹੀਂ ਹੋ ਸਕਦਾ, ਉਹ ਮਤਾ ਬਣਾ ਕੇ ਘੱਲਿਆ ਜਾਂਦਾ ਹੈ। ਅੱਲਾਹ ਤਾਲਾ ਨੇ ਰਸੂਲ ਨੂੰ ਕਿਸੇ ਦੀ ਅਤਾਤ ਕਰਨ ਵਾਸਤੇ ਕਦੇ ਹੁਕਮ ਨਹੀਂ ਦਿੱਤਾ। ਇਹਦੀ ਬੁਨਿਆਦ ਉਹਨਾਂ ਨੇ ਇਸ ਗੱਲ ਤੇ ਰੱਖ ਕੇ, ਇਸ ਆਇਤ ਉੱਤੇ ਰੱਖ ਕੇ ਤੇ ਉਹਨਾਂ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਈਸਾ ਅਲੈਹਿਸਲਾਮ ਅਗਰ ਆਵਣ ਉਹ ਨਬੀ ਪਾਕ ਦੀ ਅਤਾਤ ਨਹੀਂ ਕਰ ਸਕਦੇ ਕਿਉਂਕਿ ਉਹ ਰਸੂਲ ਨੇ ਤੇ ਹਾਂਜੀ ਮੈਂ ਰਸੂਲ ਸਮਝ ਮਤੀ ਗਿਆ, ਨਹੀਂ ਹੁੰਦਾ। ਮੈਂ ਸਮਝ ਗਿਆ। ਹਾਂ ਹਾਂਜੀ ਤੇ ਉਹਨਾਂ ਕਿਹਾ ਮੈਂ ਤੇ ਰਸੂਲ ਦੀ। ਜਦੋਂ ਇਹਨਾਂ ਨੇ ਰਸੂਲ ਹੋਣ ਦਾ ਦਾਵਾ ਕੀਤਾ ਹੈ ਇਹਦਾ ਮਤਲਬ ਅਤਾਤ ਤੋਂ ਫਾਰਗ ਹੋ ਗਏ ਨੇ। ਅਤਾਤ ਕਰਨ ਵਾਲਾ ਰਸੂਲ ਨਹੀਂ ਹੋ ਸਕਦਾ, ਸਿੰਪਲ ਗੱਲ ਹੈ। ਤੇ ਇਹ ਫਿਰ ਉਹਦਾ ਵੀ ਮਿਰਜ਼ਾ ਸਾਹਿਬ ਦੀ ਗੱਲ ਨੂੰ ਵੀ ਅੱਗੋਂ ਮਰੋੜਾ ਦੇਣ ਲੱਗ ਪੈਂਦੇ ਨੇ ਵੀ ਨਹੀਂ ਮਿਰਜ਼ਾ ਸਾਹਿਬ ਦੇ ਕਹਿਣ ਦਾ ਮਤਲਬ ਇਹ ਨਹੀਂ ਉਹ ਹੈ। ਜਵਾਬ ਤੇ ਕੋਈ ਨਹੀਂ, ਰਾਤੀ ਵੀ ਹੁਸੈਨੀ ਸਾਹਿਬ ਲੱਗੇ ਸਨ ਉੱਥੇ 2-3 ਬੰਦਿਆਂ ਨੂੰ, ਲੇਕਿਨ ਉਹਨਾਂ ਨੂੰ ਜਵਾਬ ਕੋਈ ਨਹੀਂ ਸੀ ਆਉਂਦਾ ਪਿਆ। ਰਾਜ਼ੀ ਤੇ ਰਹੀਲ ਅਹਿਮਦੀ ਨੇ ਵੀ ਕਾਫੀ ਹੱਦ ਤੱਕ ਉਹ ਕਹਿੰਦੇ ਸੀ ਕਿ ਮੈਨੂੰ ਪਤਾ ਨਹੀਂ ਸੀ ਕਿ ਐਸਾ ਲਿਖਿਆ ਹੋਇਆ, ਤੇ ਉਹ ਵੀ ਮੇਰੇ ਖਿਆਲ ਕੋਈ ਲਾਣ ਤਾਣ ਕਰਨ ਲੱਗ ਪਿਆ। ਜ਼ਾਹਿਰ ਹੈ ਜਿਹੜੇ ਬੰਦੇ ਨੂੰ ਵੀ ਅਗਰ ਗਲਤੀ ਲੱਗੀ ਹੈ, ਠੋਕਰ ਲੱਗੀ ਹੈ, ਅਗਰ ਲੱਗੀ ਜਾਣ ਬੁੱਝ ਕੇ ਉਹਨੇ ਆਪਣੇ ਆਪ ਨੂੰ ਠੋਕਰ ਨਹੀਂ ਲਵਾਈ, ਅਗਰ ਉਹਨੂੰ ਠੋਕਰ ਲੱਗੀ ਹੈ ਔਰ ਵਾਕਿਅਤਨ ਨਬੀ ਅਲੈਹਿਸਸਲਾਤੁ ਵਸਲਾਮ ਨੂੰ ਸਭ ਤੋਂ ਜ਼ਿਆਦਾ ਅੱਲਾਹ ਤੋਂ ਬਾਅਦ ਮੁਹੱਬਤ ਦਾ ਹੱਕਦਾਰ ਸਮਝਦਾ ਹੈ, ਆਪਣੇ ਬੀਵੀ ਬੱਚਿਆਂ ਤੋਂ, ਮਾਂ ਬਾਪ, ਭੈਣਾਂ ਭਰਾਵਾਂ, ਰਿਸ਼ਤੇਦਾਰਾਂ ਤੋਂ, ਈਵਨ ਦੁਨੀਆ ਦੇ ਉੱਤੇ ਤਮਾਮ ਇਨਸਾਨਾਂ ਤੋਂ ਵੱਧ ਕੇ, ਸਾਰਿਆਂ ਨਬੀਆਂ ਤੋਂ ਵੱਧ ਕੇ ਨਬੀ ਪਾਕ ਨਾਲ ਅਗਰ ਉਹ ਮੁਹੱਬਤ ਔਰ ਪਿਆਰ ਕਰਦਾ ਹੈ, ਇਹ ਗੱਲਾਂ ਜਿਸ ਵੇਲੇ ਸੁਣੇਗਾ ਤਾਂ ਉਹ ਲਾਂਤਾਂ ਹੀ ਪਾਏਗਾ। ਉਹ ਆਖੇਗਾ ਇਹ ਕੀ ਬਕਵਾਸ। ਜਿਹੜਾ ਬੰਦਾ ਇਹ ਕਹਿੰਦਾ ਹੈ ਕਿ ਨਬੀ ਪਾਕ ਸੇ ਵੀ ਦਰਜੇ में बढ़ा जा सकता है, ਉਹ ਤੇ ਲਾਂਤਾਂ ਹੀ ਪਾਏਗਾ, ਕਿਉਂਕਿ ਲਾਂਤੀ ਜਿਹੜਾ ਪਿਆ ਗੱਲ ਕਹਿੰਦਾ ਹੈ। ਨਬੀ ਪਾਕ ਤੋਂ ਰੂਹਾਨੀਅਤ ਕਿਸੇ ਦੀ ਵੱਧ ਹੈ, ਮਾਜ਼ ਅੱਲਾ, ਅਗਰ ਕੋਈ ਇਹ ਬਕਵਾਸ ਕਰੇਗਾ ਤੇ ਸੁਣਨ ਵਾਲਾ ਅਗਰ ਨਬੀ ਪਾਕ ਨਾਲ ਪਿਆਰ ਕਰਦਾ ਆਖੇ ਤਾਂ ਲਾਂਤੀ ਹੈ ਜਿਹੜਾ ਇਹ ਬਕਵਾਸ ਪਿਆ ਕਰਦਾ। ਨਬੀ ਪਾਕ ਤੋਂ ਵੱਧ ਕੇ ਕਿਹਦੀ ਰੂਹਾਨੀਅਤ ਹੋ ਸਕਦੀ ਕਿ ਨਬੀ पाक से बढ़कर फलां बंदे की रूहानियत है। ਅੱਛਾ ਸਰ, ਮੈਂ ਫਿਰ ਨਾ ਹੀ ਸਮਝਾ, ਉਸ ਸਵਾਲ ਦਾ ਜਵਾਬ ਨਹੀਂ ਆਣਾ ਕਿਹੜੇ ਸਵਾਲ ਦਾ? ਜਿਹੜਾ ਸਵਾਲ 3 ਦਿਨ ਪਹਿਲਾਂ ਸ਼ੁਰੂ ਹੋਇਆ ਸੀ। ਉਹ ਸਵਾਲ ਤੁਸੀਂ ਆਪ ਹੀ 3 ਦਿਨ ਦਾ ਟਾਈਮ ਲੈ ਕੇ ਗਏ ਸੀ। ਪਰ ਮੈਂ ਤਾਂ ਤੁਹਾਨੂੰ ਟਾਈਮ ਦੇ ਕੇ ਗਿਆ ਸਾਂ। ਹਾਂ ਉਹ ਮੈਂ ਵੀਡੀਓ ਸੁਣੀ ਜਿਹੜੀ ਸਾਹਿਬ, ਇੱਕ ਤੇ ਪਤਾ ਨਹੀਂ ਮੈਨੂੰ, ਮਤਲਬ ਕਿ ਮੈਂ ਇੰਗਲਿਸ਼ ਤੇ ਬੋਲਦਾ ਨਹੀਂ ਜਿਹੜੀ ਤੁਹਾਨੂੰ ਹਮੇਸ਼ਾ ਹਰ ਗੱਲ ਉਲਟੀ ਸਮਝ ਆਉਂਦੀ ਹੈ। ਮੈਂ ਤੇ ਤੁਹਾਨੂੰ ਲੋਕਾਂ ਨੂੰ ਟਾਈਮ ਦਿੱਤਾ ਸੀ ਕਿ ਤੁਹਾਡੇ ਬੜੇ ਲੋਕਾਂ ਨਾਲ ਵਾਕਫੀਅਤ ਹੈ ਤੇ ਕਰ ਲਓ ਡਿਸਕਸ਼ਨ, ਜੋ ਆਪਸ ਵਿੱਚ ਫੈਸਲਾ ਕਰ ਲੋਗੇ ਉਹ ਸਾਨੂੰ ਦੱਸ ਦੇਣਾ। ਮੈਂ ਤਾਂ ਇੰਨੀ ਆਫਰ ਕੀਤੀ ਸੀ ਤੁਹਾਨੂੰ। ਸਾਡੀ ਉਹਨਾਂ ਨਾਲ ਇੰਨੀ ਕੋਈ ਜਾਣ ਪਛਾਣ ਹੈ ਕਿ ਜੇ ਕਿਤੇ ਗਲੀ ਕੁਛ ਮਿਲ ਜਾਣ ਤੇ ਸਲਾਮ ਅਲੈਕਮ ਤੇ ਵਾਲੇਕੁਮ ਸਲਾਮ, ਕੋਈ ਸਾਡੀ ਉਹਨਾਂ ਦੀ ਕੋਈ ਰਿਸ਼ਤੇਦਾਰੀ ਭਲਿਓ ਮਾਨਸੋ। ਜੇ ਉਹ ਕਰ ਲੈਣ ਗੱਲ ਤੇ ਠੀਕ ਹੈ, ਨਾ ਕਰਨ ਤਾਂ ਤੁਸੀਂ ਉਹਨਾਂ ਦੀ ਬਰਾੜ ਤੇ ਚੱਲ ਜਾਓ। ਤੁਸੀਂ ਤਾਂ ਵੈਸੇ ਵੀ ਮੇਰੇ ਨਾਲ ਪੁੱਛੇ ਹੋ ਟਾਈਮਿੰਗ ਦੇ ਲਿਹਾਜ਼ ਨਾਲ। ਹੈਗਾ ਇੱਕ ਮਿੰਟ। ਹਾਂ ਜਿਹੜਾ ਤੁਸੀਂ ਪਿਛਲੇ ਰਾਤੀ, ਮੈਂ ਤੇ ਹੁਣ ਮਤਲਬ ਇਹਦੇ ਤੋਂ ਬਾਅਦ 10 ਵਜੇ ਦੇਖੋ ਤੁਹਾਨੂੰ ਕੀ ਕਹਿ ਗਿਆ, 4-5 ਘੰਟੇ ਬਾਅਦ ਮੈਂ ਸੋ ਜਾਣਾ ਹੈ। ਤੁਹਾਡੇ ਕੋਲ ਤੇ ਅਰਲੀ ਇਨ ਦਾ ਮਾਰਨਿੰਗ ਹੈ, ਤੁਸੀਂ ਤੇ ਮੇਰੀ ਸਾਰੀ ਰਾਤ ਤੁਸੀਂ ਜਾਗਦੇ ਰਹਿੰਦੇ ਹੋ, ਤੇ ਤੁਸੀਂ ਆਪ ਕਿਉਂ ਨਹੀਂ ਉਹਨਾਂ ਦੀ ਬਰਾੜ ਤੇ ਜਾ ਕੇ, ਆਪਣੇ ਤੁਹਾਡੇ ਅਹਿਮਦੀ ਭਰਾ ਨੇ, ਉਹਨਾਂ ਨੂੰ ਕਿਉਂ ਨਹੀਂ ਛੱਡ ਦਿੱਤਾ? ਬਸ 72 ਘੰਟੇ ਲੰਘ ਗਏ ਨੇ, ਹੁਣ ਮੈਂ ਔਰ ਤੁਸੀਂ ਗੱਲ ਕਰਾਂਗੇ, ਫੈਸਲਾ ਹੋ ਜਾਏਗਾ ਆਪੇ ਹੀ। ਤੇ ਤੁਸੀਂ ਇਹ ਮੈਨੂੰ ਦੱਸੋ, ਅਗਰ ਉਹਨਾਂ ਨੂੰ ਤੁਸੀਂ ਉਹ ਸਮਝਦੇ ਹੋ ਕਿ ਉਹ ਮੁਖੰਨਸ ਨੇ। ਦੇਖੋ ਜੀ, ਮੈਂ ਗਾਲ ਨਹੀਂ ਕਿਸੇ ਨੂੰ ਕੱਢ ਸਕਦਾ, ਔਰ ਨਾ ਮੈਂ ਕਿਸੇ ਨੂੰ ਗਾਲ ਕੱਢੀ ਹੈ, ਨਾ ਮੇਰੀ ਆਦਤ ਹੈ, ਔਰ ਨਾ ਮੇਰੀ ਆਦਤ ਖਰਾਬ ਕਰੋ ਪਲੀਜ਼। ਇੱਕ ਤੇ ਮੇਰੀ ਜ਼ੁਬਾਨ ਖਰਾਬ ਹੋ ਗਈ ਹੈ, ਨਾ ਮੈਨੂੰ ਸਮਝ ਆਉਂਦੀ ਹੈ ਕਿ ਉਰਦੂ ਬੋਲਾਂ ਤੁਹਾਡੇ ਨਾਲ, ਨਾ ਸਮਝ ਆਉਂਦੀ ਹੈ ਪੰਜਾਬੀ ਬੋਲਾਂ,
ਪੰਜਾਬੀ ਕਿਉਂਕਿ ਬੋਲੋ, ਪੰਜਾਬੀ ਵੀ ਮੈਨੂੰ ਭੁੱਲ ਗਈ ਹੈ ਤੇ ਹੁਣ ਮੈਨੂੰ ਉਰਦੂ ਵੀ ਭੁੱਲਦੀ ਜਾ ਰਹੀ ਹੈ ਤੇ ਅੰਗਰੇਜ਼ੀ ਵੀ ਮੇਰੀ ਕਮਜ਼ੋਰ ਹੈ ਤੇ ਮੈਂ ਗੱਲ ਕਿਸ ਤਰ੍ਹਾਂ ਕਰਾਂਗਾ ਫਿਰ ਤੁਹਾਡੇ ਨਾਲ? ਪੰਜਾਬੀ ਠੀਕ ਹੈ। ਮੈਂ ਕਿਹਾ ਤੁਸੀਂ ਤੁਸੀਂ ਮੁਖੰਨਸ ਮੈਂ ਕਿਹੜਾ? ਬੇਜ਼ਬਾਨ ਹੋ ਜੋ ਵਾਟਰ ਸਾਹਿਬ, ਤੁਸੀਂ ਉਂਝ ਹੀ ਬੇਜ਼ਬਾਨ ਹੋ ਜੋ। ਮੈਂ ਮਿਰਜ਼ਾ ਸਾਹਿਬ ਦੇਖੋ ਨੇ ਮੁਖੰਨਸ ਜਿਨ੍ਹਾਂ ਬਹੁਤ ਨੂੰ ਸਾਰੀਆਂ ਲਿਖਿਆ ਹੈ, ਗੱਲਾਂ ਛੱਡ ਦਿੱਤੀਆਂ ਨੇ। ਜਿਹੜਾ ਮਿਰਜ਼ਾ ਸਾਹਿਬ ਨੇ ਮੁਖੰਨਸ ਲਿਖਿਆ, ਗਾਲ ਕੱਢੀ ਮਿਰਜ਼ਾ ਸਾਹਿਬ ਨੇ ਲੋਕਾਂ ਨੂੰ, ਯਾਰ ਇਹ ਗੱਲ ਜਿਹੜੀ ਹੈਗੀ ਨਾ, ਗਾਲ ਹੀ ਹੈਗੀ ਹੈ, ਠੀਕ ਹੈ ਨਾ? ਹੈ? ਭਾਵੇਂ ਕੋਈ ਵੀ ਕੱਢੇ ਨਾ, ਗਾਲ ਗਾਲ ਹੁੰਦੀ ਹੈ। ਤੇ ਅੱਛਾ, ਮਿਰਜ਼ਾ ਉਹ, ਸਾਹਿਬ ਗਾਲ ਕੱਢੀ ਮੁਖੰਨਸ ਸਾਹਿਬ। ਹਾਂਜੀ, ਇਹਦਾ ਤੁਸੀਂ ਤੇ ਮਤਲਬ ਆਪ ਗਾਲੀਬਾਜ਼, ਕਹਿੰਦੇ ਹੋ ਕਿ ਮਿਰਜ਼ਾ ਸਾਹਿਬ ਨੇ 1300 ਗਾਲਾਂ ਕੱਢੀਆਂ ਨੇ। ਇਹਦਾ ਮਤਲਬ ਮਿਰਜ਼ਾ ਸਾਹਿਬ ਗਾਲੀਬਾਜ਼ ਦੇ ਦਿਓ। ਇਹਦੇ ਵੀ ਮਿਰਜ਼ਾ ਯਾਰ ਸਾਹਿਬ ਜਿਹਨੂੰ ਮਰਜ਼ੀ ਗਾਲੀਬਾਜ਼ ਦੇ ਨੇ, ਦਿਓ। ਸਭ ਨੂੰ ਪਤਾ ਗਾਲੀਬਾਜ਼ ਸਨ ਮਿਰਜ਼ਾ ਸਾਹਿਬ। ਯਾਰ ਇਹ ਗਾਲੀਬਾਜ਼ ਕੀ ਹੁੰਦਾ ਹੈ? ਤੁਹਾਡੇ ਮੂੰਹ ਬੜੇ ਫੁੱਲ ਝੜਦੇ ਨੇ ਸਾਰਿਆਂ ਦੇ। 1 ਮਿੰਟ ਉਹ ਵਿੱਚ ਆਪ ਤੁਹਾਡੀ ਪੂਛਲ ਤੇ ਪੈਰ ਰੱਖੀ ਤੇ ਟਾਂ 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 ਗਾਲੀਆਂ ਦੀ ਮਸ਼ੀਨ ਗਨ ਖੋਲ ਦਿਓਗੇ। ਅਸੀਂ ਕੋਈ ਮਸੀਹ ਮੌਦ ਤੁਸੀਂ ਹੁੰਦਾ ਦਾਵਾ ਗਾਲੀਬਾਜ਼ ਨਹੀਂ ਹੈਗੇ। ਅਸੀਂ ਤੇ ਆਮ ਬੰਦੇ ਆ, ਅਸੀਂ ਤੇ ਗੁਨਾਹਗਾਰ ਆ, ਅਸੀਂ ਤੇ ਕਹਿੰਦੇ ਆ ਕਿ ਅਸੀਂ ਗਲਤੀ ਕਰ ਤੇ ਜਾਂਦੇ ਮੈਂ ਆ। ਕਦੀ ਤੁਹਾਨੂੰ ਕਿਹਾ ਹੈ ਕਿ ਮੈਂ ਮੁਹੱਦਸ ਹੈਗਾ? ਹੈ? ਮੈਂ ਤੁਹਾਨੂੰ ਕਦੀ ਕਿਹਾ ਹੈ ਕਿ ਮੈਂ ਕੋਈ ਮੁਹੱਦਸ ਹੈਗਾ? ਮੈਂ ਵੀ ਗੱਲ ਕਰ ਤੁਹਾਡੀ ਦਿੰਦਾ ਨਹੀਂ ਗੱਲ ਜਦੋਂ ਜ਼ਰੂਰਤ ਪੈਂਦੀ ਹੈ। ਤੁਹਾਡੀ ਨਹੀਂ ਗੱਲ ਕਰ ਰਹੇ, ਮਿਰਜ਼ਾ ਸਾਹਿਬ ਦੀ ਗੱਲ ਕਰ ਰਹੇ ਆ ਕਿ ਉਹ ਜਿਹੜਾ ਲੋਕਾਂ ਨੂੰ ਮੁਖੰਨਸ ਕਹਿੰਦੇ ਰਹੇ ਨੇ, ਗਾਲਾਂ ਕੱਢਦੇ ਰਹੇ ਨੇ ਨਾ। ਇਹ ਦੇਖੋ, ਹਰ ਗੱਲ ਦੀ ਤਫਸੀਰ ਹੋਏਗੀ ਬਜ਼ੁਰਗ ਆਦਮੀ ਦੀ, ਇਸ ਕਰਕੇ ਤੁਸੀਂ ਮਤਲਬ ਕਿ ਉਸ ਚੱਕਰ 'ਚ ਨਾ ਪਾਓ, ਗੱਲ ਲੰਬੀ ਹੋ ਜਾਏਗੀ। ਇਹਦੀ ਕੀ ਫਿਰ ਤਫਸੀਲ ਹੋਣੀ ਹੈ? ਜਦੋਂ ਮੁਖੰਨਸ ਆਖਿਆ ਤੇ ਗਾਲ ਹੀ, ਜਦੋਂ ਤੁਸੀਂ ਆਪ ਕਹਿੰਦੇ ਹੋ ਗਾਲੀ ਹੈ ਤੇ ਗਾਲੀ ਹੈ ਤੇ ਗਾਲੀ। ਸਰ ਉਹ ਇਹੋ ਹੀ ਕਹਿ ਰਹੇ ਨੇ ਨਾ ਕਿ ਮੌਕੇ ਤੇ ਆ ਕੇ ਘਬਰਾ ਜਾਂਦੇ ਨੇ। ਕੌਣ? ਜੋ ਵੀ ਘਬਰਾ ਜਾਏ ਮੌਕੇ ਤੇ ਆ ਕੇ, ਉਹਦੇ ਲਈ ਉਹਨਾਂ ਨੇ ਉਹ ਲਫ਼ਜ਼ ਇਸਤੇਮਾਲ ਕਰ ਦਿੱਤਾ ਹੈ। ਬਸ ਛੱਡ ਦਿਓ, ਉਹ ਬਜ਼ੁਰਗ ਹੈਗੇ ਨੇ। ਯਾਰ ਰਾਤੀ ਨਾ ਇਹ ਚੀਜ਼ ਹੋਈ ਸੀ ਆਮਰ ਭਾਈ, ਇਹ ਜਿਵੇਂ ਤੁਸੀਂ ਤਹਿਰੀਰ ਇਹਦੇ ਸਾਹਮਣੇ ਰੱਖ ਰਹੇ ਹੋ ਨਾ, ਵਾਟਰ ਦੇ ਸਾਹਮਣੇ, ਜਿਵੇਂ ਇਹ ਗਾਲ ਹੈ ਜੀ, ਗਾਲ ਹੈ, ਔਰ ਉਹ ਵੀ ਮੰਨ ਰਿਹਾ ਗਾਲ ਹੈ। ਜਿਵੇਂ ਰਿਐਕਟ ਕੀਤਾ ਸੀ ਰਾਤੀ ਰਹੀਲ ਅਹਿਮਦ ਨੇ, ਕਿ ਜਦੋਂ ਉਹਨੂੰ ਆਖਿਆ ਤਾਰਕ ਚੌਹਾਨ ਸਾਹਿਬ ਨੇ ਕਿ ਵਾਕਈ ਇਹ ਮਿਰਜ਼ਾ ਸਾਹਿਬ ਦੀ ਤਹਿਰੀਰ ਹੈ, ਜਿਹਦੇ ਉੱਤੇ ਮਿਰਜ਼ਾ ਸਾਹਿਬ ਨੇ ਉਹ ਜਿਹੜੀ ਸੈਯਦਨਾ ਈਸਾ अलैहिस्सलाम ਦੇ ਬਾਰੇ ਜੋ ਲਿਖਿਆ ਹੋਇਆ ਸੀ, ਜੋ ਗਲਤ ਬਿਆਨੀਆਂ ਕੀਤੀਆਂ ਹੋਈਆਂ ਸਨ, ਤੇ ਜਿਹੜਾ ਰਿਐਕਟ ਉੱਤੇ ਕੀਤਾ ਸੀ ਨਾ ਰਹੀਲ ਅਹਿਮਦ ਨੇ, ਮੈਨੂੰ ਚਾਹੀਦਾ ਸੀ ਕਿ ਇਹ ਰਿਐਕਟ ਵਾਟਰ ਕਿਉਂ ਨਹੀਂ ਕੀਤਾ ਇੱਥੇ। ਗੱਲ ਦਰਅਸਲ ਇਹ ਹੈ ਕਿ ਇਹ ਨਜਫ ਸਾਹਿਬ ਕਿ ਤਾਰਿਕ ਚੌਹਾਨ ਸਾਹਿਬ ਨੇ ਔਰ ਆमिर ਸਾਹਿਬ ਨੇ ਮਿਲ ਕੇ ਉਹਦੇ ਨਾਲ ਝੂਠ ਬੋਲੇ ਸਨ, ਠੀਕ ਹੈ? ਝੂਠ ਬੋਲ ਕੇ ਉਸ ਬੱਚੇ ਕੋਲੋਂ ਗਾਲ ਕਢਾ ਲਈ ਤੇ ਬਸ ਝੂਠ ਬਾਅਦ ਵਿੱਚ ਹੁਸੈਨੀ ਸਾਹਿਬ ਨੇ ਆਪ ਉਹਨੂੰ ਦੱਸ ਦਿੱਤਾ ਸੀ ਕਿ ਇਹ ਦੂਸਰੀ ਕਿਤਾਬਾਂ ਤੋਂ ਉਹਨਾਂ ਨੇ ਹਵਾਲੇ ਲਿਖੇ ਨੇ, ਇਹ ਉਹਨਾਂ ਦੀ ਆਪਣੀ ਤਹਿਰੀਰ ਨਹੀਂ। ਤੇ ਮਤਲਬ ਕਿਉਂ ਝੂਠ ਬੋਲ ਕੇ? ਕਦੀ ਝੂਠ ਬੋਲ ਕੇ ਲੋਕੀ ਮੁਸਲਮਾਨ ਕੀਤੇ ਨੇ? ਹਜ਼ਰਤ ਈਸਾ अलैहिस्सलाम ਦੇ ਉੱਤੇ ਜਿਹੜੀ ਬੁਹਤਾਨ ਤਰਾਸ਼ੀ ਕੀਤੀ ਉਹ ਝੂਠ ਸੀ। ਤੇ ਹੋਰ ਅੰਜਾਮੇ ਆਤਮ ਜ਼ਮੀਮਾ, ਅੰਜਾਮੇ ਆਤਮ ਝੂਠ ਸੀ। ਉਹ ਕ੍ਰਿਸਚੀਅਨ ਕਿਤਾਬਾਂ ਦੇ ਰੈਫਰੈਂਸ ਹੈਗੇ ਨੇ। ਕਿਹਦੇ ਨੇ? ਕ੍ਰਿਸਚੀਅਨ ਕਿਤਾਬਾਂ ਦੇ ਰੈਫਰੈਂਸ ਲਿਖੇ ਨੇ। ਕਿੱਥੇ ਉਹ ਕ੍ਰਿਸਚੀਅਨ ਕਿਤਾਬ? ਕਿਸੇ ਇੱਕ ਮਿੰਟ ਕਿਸੇ ਕ੍ਰਿਸਚੀਅਨ ਕਿਤਾਬ ਵਿੱਚ ਇਹ ਗੱਲ ਲਿਖੀ ਵਹਾ ਦਿਓ ਕਿ ਬਈ ਈਸਾ ਗੱਲ ਦਰਅਸਲ ਇਹ ਹੈਗੀ ਹੈ, ਤੁਸੀਂ ਉਹਨੂੰ ਅਣਜਾਣੇ 'ਚ ਰੱਖ ਕੇ ਉਹਦੇ ਕੋਲੋਂ ਗਾਲਾਂ ਕਢਾਈਆਂ ਨੇ ਨਾ, ਸਿੱਧੀ ਜੀ ਜਿਹੜੀ ਗੱਲ ਹੈ। ਤਾਰਿਕ ਚੌਹਾਨ ਬਾਰ-ਬਾਰ ਕਹਿ ਰਹੇ थे हाँ ये कहा है। ਬਾਅਦ ਵਿੱਚ ਤਾਰਿਕ ਚੌਹਾਨ ਨੂੰ ਵੀ ਲੋਕਾਂ ਨੇ ਕਿਹਾ ਯਾਰ ਕ੍ਰਿਸਚੀਅਨ ਔਰ ਯਹੂਦੀ ਕਿਤਾਬਾਂ ਦੇ ਰੈਫਰੈਂਸ ਸਾਨੂੰ ਬਾਈ ਕੁਝ ਗੱਲਾਂ ਤੇ ਉਹਨਾਂ ਦੇ ਰੈਫਰੈਂਸ, ਕੁਝ ਮਿਰਜ਼ਾ ਸਾਹਿਬ ਆਪਣੇ ਕੋਲੋਂ ਵੀ ਕੀਤੀਆਂ ਨੇ ਨਾ। ਤੁਸੀਂ ਇਹ ਗੱਲ ਕੀਤੀ ਹੈ ਕਿ ਕੁਝ ਰੈਫਰੈਂਸ ਯਹੂਦੀ ਕਿਤਾਬਾਂ ਦੇ ਨੇ ਔਰ ਕੁਝ ਮਿਰਜ਼ਾ ਸਾਹਿਬ ਦੀਆਂ ਆਪਣੀਆਂ ਗੱਲਾਂ ਨੇ? ਕੀਤੀ ਸੀ ਇਹ ਗੱਲ ਤੁਸੀਂ? ਯਹੂਦੀਆਂ ਦੀਆਂ ਕਿਤਾਬਾਂ ਦੇ ਹਾਂ ਜਿਹੜੇ ਰੈਫਰੈਂਸ ਉਹ ਵੀ ਗਲਤ ਕੀਤੇ ਨੇ ਨਾ ਕੋਡ। ਤੇ ਤੁਸੀਂ ਤੇ ਬੜੇ ਖੁਸ਼ ਹੋ ਰਹੇ ਹੋ ਕਿ ਉਹਨੇ ਗਾਲਾਂ ਕੱਢ ਦਿੱਤੀਆਂ। ਤੁਹਾਡਾ ਗਾਲਾਂ ਕਿੰਨੀਆਂ ਸਿਰਫ ਗਾਲਾਂ ਘਟਾਣਾ ਸੀ, ਉਹ ਗਾਲਾਂ ਉਹਨੇ ਕੱਢ ਦਿੱਤੀਆਂ, ਤੁਸੀਂ ਖੁਸ਼ ਹੋ ਕੇ ਚਲੇ ਗਏ। ਬਾਅਦ ਵਿੱਚ ਹੁਸੈਨੀ ਸਾਹਿਬ ਨੇ ਆਪ ਦੱਸ ਦਿੱਤਾ ਕਿ ਯਾਰ ਇਹ ਰੈਫਰੈਂਸ ਹੈਗੇ ਨੇ ਦੂਸਰੀਆਂ ਕਿਤਾਬਾਂ ਦੇ, ਮਿਰਜ਼ਾ ਸਾਹਿਬ ਨੇ ਕਦੀ ਨਹੀਂ ਇਸ ਤਰ੍ਹਾਂ ਦਾ ਕੁਝ ਲਿਖਿਆ ਆ। ਅਗਰ ਦੂਸਰੀ ਗੱਲ ਖਤਮ ਹੋ ਗਈ ਨਾ? ਨਹੀਂ, ਅਗਰ ਖਤਮ ਹੋ ਗਈ ਹੋਵੇਗੀ ਤੇ ਉਹਨੂੰ ਪਤਾ ਸਾਡੇ ਵਾਸਤੇ ਤਾਂ ਖਤਮ ਨਹੀਂ ਹੋਈ। ਸਾਡੀ ਨਜ਼ਰ 'ਚ ਤੇ ਮਿਰਜ਼ਾ ਸਾਹਿਬ ਨੇ ਈਸਾ अलैहिस्सलाम ਨੂੰ ਗਾਲਾਂ ਆਪਣੇ ਮੂੰਹ ਨਾਲ ਵੀ ਕੱਢੀਆਂ ਨੇ, ਕੋਈ ਉਹਨਾਂ ਦੇ ਹਵਾਲੇ ਕੋਡ ਕੀਤੇ ਨੇ, ਲੇਕਿਨ ਉਹਨਾਂ ਦੇ ਹਵਾਲੇ ਨੂੰ ਕੋਡ ਕਰਦਿਆਂ ਵੀ ਉਹਨਾਂ ਨੂੰ ਮਰੋੜਾ ਦੇ ਕੇ, ਉਹਨਾਂ ਨੂੰ ਟਵਿਸਟ ਕਰਕੇ ਆਪਣੀ ਮਰਜ਼ੀ ਨਾਲ ਇਸਤੇਮਾਲ ਕਰਕੇ ਤੇ ਉਹਦੇ 'ਚ ਵੀ ਬੇਅਦਬੀ ਔਰ ਤੋਹੀਨ ਕੀਤੀ। ਲੇਕਿਨ ਕੁਝ ਉਹਨਾਂ ਨੇ ਆਪਣੇ ਮੂੰਹ ਨਾਲ ਮਸਲਾ ਨੇ ਆਖਿਆ ਕਿ ਉਹਨਾਂ ਦੇ ਹੱਥ ਵਿੱਚ ਮੱਕਰ ਔਰ ਫਰੇਬ ਤੋਂ ਇਲਾਵਾ ਕੱਖ ਵੀ ਨਹੀਂ ਸੀ ਹੈ। ਹੁਣ ਦੱਸੋ ਇਹ ਕਿਹੜੀ ਕਿਤਾਬ 'ਚ ਲਿਖਿਆ ਕ੍ਰਿਸਚਨਾਂ ਦੀ? ਇਹ ਤੇ ਆਪਣੇ ਮੂੰਹ ਨਾਲ ਗੱਲ ਕੱਢੀ ਹੈ ਨਾ। ਝੂਠ ਬੋਲਣ ਦੀ ਹੈਗੀ ਕਿ ਤੁਸੀਂ ਸਿਰਫ ਪਰਚੀ ਵਾਲਾ ਹਿੱਸਾ ਸਾਨੂੰ ਦੱਸ ਦਿੰਦੇ ਹੋ ਔਰ ਤੁਸੀਂ ਉਹਦੇ ਤੇ ਸਾਡਾ ਰਿਐਕਸ਼ਨ ਲੈ ਕੇ ਨਾ ਮਜ਼ੇ ਲੈਣਾ ਚਾਹੁੰਦੇ ਹੋ। ਤੁਹਾਡੀ ਵੀ ਬਹਾਦਰੀ ਹੈ ਕਿ ਤੁਹਾਡੀ ਵੀ ਬਹਾਦਰੀ ਹੈ ਕਿ ਤੁਸੀਂ ਗੱਲ ਸੁਣਦੇ ਨਹੀਂ। ਜਿਉਂ ਹੀ ਤੁਹਾਡੇ ਗੱਲ 'ਚ ਕੋਈ ਸੱਚੀ ਕੰਨ 'ਚ ਪੈਣ ਲੱਗਦੀ ਹੈ ਨਾ, ਤੁਸੀਂ ਅੱਗੋਂ ਰੌਲਾ ਪਾ ਦਿੰਦੇ ਹੋ। ਤੁਸੀਂ ਮੇਰੀ ਗੱਲ ਪੂਰੀ ਸੁਣੀ ਨਹੀਂ। ਮੈਂ ਜਾਣ ਗਿਆ ਨਾ 1 ਸਾਲ 'ਚ। ਮੈਂ ਅਰਜ਼ ਕੀਤਾ ਹੈ ਕਿ ਕਿਆ ਉਹਨਾਂ ਦੀ ਕਿਤਾਬ 'ਚ ਲਿਖਿਆ ਹੈ ਕਿ ਈਸਾ अलैहिस्सलाम ਨੂੰ ਝੂਠ ਬੋਲਣ ਦੀ ਆਦਤ ਸੀ?
ਤੇ ਇਹ ਤੇ ਕਿਤਾਬ ਹੁਣ ਦੁਬਾਰਾ ਪੜ੍ਹਨੇ ਆ ਤੇ ਫਿਰ ਦੇਖ ਲੈਣੇ ਆ। ਜਾਓ ਕਿਸੇ ਮਰਬੀ ਨੂੰ ਪੁੱਛ ਕੇ ਲਿਆ ਦਿਓ, ਅਗਰ ਉਹਨਾਂ ਦੀ ਕਿਤਾਬ 'ਚ ਲਿਖਿਆ, ਕੋਈ ਬੰਦਾ ਆਪਣੇ ਨਬੀ ਦੇ ਬਾਰੇ ਲਿਖਦਾ ਹੈ ਕਿ ਉਹਨਾਂ ਨੂੰ ਝੂਠ ਬੋਲਣ ਦੀ ਆਦਤ ਸੀ? ਮਿਰਜ਼ਾ ਸਾਹਿਬ ਦੇ ਬਾਰੇ ਲਿਖਿਆ ਹੈ ਤੁਸਾਂ ਕਿ ਉਹਨਾਂ ਨੂੰ ਝੂਠ ਬੋਲਣ ਚਲੋ ਦੀ ਸਰ ਆਦਤ ਇਹ ਦੁਬਾਰਾ ਪੜਾਂਗੇ ਨਾ, ਫਿਰ ਉਸ ਤੋਂ ਬਾਅਦ ਗੱਲ ਹੋ ਜਾਏਗੀ। ਲੇਕਿਨ ਇਸ ਵੇਲੇ ਤੇ ਜਿਹੜਾ ਮੌਜੂ ਹੈ ਉਹਦੇ ਤੇ ਸਟਿਕ ਕਰੀਏ। ਹੁਣ ਸਾਰੀ ਦੁਨੀਆ ਦੀਆਂ ਗੱਲਾਂ ਤੁਸੀਂ ਕਰ ਲਈਆਂ ਨੇ, ਸਿਰਫ ਤੁਸੀਂ ਉਹ ਗੱਲ ਨਹੀਂ ਕਰਨੀ ਜਿਹੜੀ ਮੈਂ ਤੁਹਾਡੇ ਕੋਲੋਂ ਪੁੱਛਣ ਆਇਆ। ਅਲਾਮਾ ਸਾਹਿਬ, ਅਲਾਮਾ एक ਸਾਹਿਬ, सेकंड एक आमर भाई अबू अली भाई एक सेकंड मैं फिर मसूम आमर भाई ਉਹਦੇ ਉੱਤੇ ਇੱਕ ਹੋਰ ਲਫ਼ਜ਼ ਲਿਖੇ ਹੋਏ ਸਨ ਕਿ ਇੱਕ ਫਾਜ਼ਲ ਪਾਦਰੀ ਨੇ ਦੱਸਿਆ ਕਿ 3 ਦਫਾ ਨਾਉਜ਼ ਬਿਲਾ ਮਿਨ ਜ਼ਾਲਕ ਸੈਯਦਨਾ ਈਸਾ ਅਲੈਹਿਸਸਲਾਤੁ ਵਸਲਾਮ ਦੇ ਉੱਤੇ ਸ਼ੈਤਾਨੀ ਇਲਹਾਮ ਹੋਏ ਜਿਹਦੀ ਵਜ੍ਹਾ ਤੋਂ ਉਹ ਖੁਦਾ ਤੋਂ ਮੁਨਕਰ ਹੋਣ ਲੱਗੇ। ਉਹ ਉੱਤੇ ਵਾਲਾ ਪੜਿਆ ਜੇ? ਨਹੀਂ, ਬਹੁਤ ਸਾਰੀਆਂ ਚੀਜ਼ਾਂ ਉਹਨਾਂ ਦੀਆਂ ਕਿਤਾਬਾਂ ਵਿੱਚ ਵੀ ਗਲਤ ਲਿਖੀਆਂ ਨੇ। ਅਸੀਂ ਇਹ ਨਹੀਂ ਕਹਿੰਦੇ ਕਿ ਵੀ ਨਹੀਂ ਲਿਖੀਆਂ ਗਲਤ, ਬਹੁਤ ਸਾਰੀਆਂ ਚੀਜ਼ਾਂ ਲਿਖੀਆਂ ਨੇ ਗਲਤ। ਬਾਈਬਲ ਵਗੈਰਾ ਨੂੰ ਅਸੀਂ ਸਹੀ ਨਹੀਂ ਮੰਨਦੇ ਔਰ ਉਹਨਾਂ ਦੀਆਂ ਇਬਾਰਤਾਂ ਨੂੰ ਸਹੀ ਨਹੀਂ ਮੰਨਦੇ, ਲੇਕਿਨ ਮੈਂ ਕਹਿੰਦਾ ਜਿਹੜੀਆਂ ਇਹਨਾਂ ਨੇ ਆਪਣੇ ਮੂੰਹ ਨਾਲ ਗਾਲਾਂ ਕੱਢੀਆਂ ਨੇ ਉਹ ਕਿਉਂ ਕੱਢੀਆਂ ਨੇ, ਉਹਨਾਂ ਦਾ ਕੌਣ ਹਿਸਾਬ ਦੇਗਾ? ਆਮਰ ਭਾਈ ਇੱਕ ਹੋਰ ਸਵਾਲ ਹੈ ਕਿ ਮਿਰਜ਼ਾ ਸਾਹਿਬ ਨੇ ਚਲੋ ਗੈਰ ਮੁਸਲਿਮ ਦੀ ਕੁਤਬ ਤੇ ਸਾਰੇ ਮੁਸਲਮਾਨਾਂ ਨੇ ਨਹੀਂ ਪੜ੍ਹੀਆਂ, ਉੱਥੇ ਤੇ ਹਵਾਲਾ ਕੋਈ ਬੰਦਾ ਅਣਜਾਣਾ ਇਹ ਵੀ ਸੋਚ ਸਕਦਾ ਕਿ ਅੱਜ ਹੋ ਸਕਦਾ ਹੈ ਕਿ ਕਿਸੇ ਕਿਤਾਬ 'ਚ ਹਵਾਲਾ ਮਿਰਜ਼ਾ ਸਾਹਿਬ ਨੇ ਦੇਖਿਆ ਹੋਵੇ। ਤੇ ਜੋ ਅਹਾਦੀਸ ਦੇ ਮੁਤਲਕ ਮਿਰਜ਼ਾ ਸਾਹਿਬ ਨੇ ਹਵਾਲਾ ਜਾਤ ਬਿਆਨ ਕੀਤੇ ਨੇ ਕਿ ਫਲਾਹ ਹਦੀਸ 'ਚ ਇਹ ਬਾਤ ਆਈ, ਫਲਾਹ ਹਦੀਸ, ਕਿਆ ਉਹ ਹਦੀਸਾਂ ਮਿਲ ਗਈਆਂ? ਬੋਲੇ ਨੇ ਕੋਈ ਹਦੀਸਾਂ ਦੇ ਵਿੱਚ ਇਹੋ ਜਿਹੀਆਂ ਗੱਲਾਂ ਹੀ ਨਹੀਂ ਲਿਖੀਆਂ ਜਿਹੜੀਆਂ ਓਏ ਮਰਜ਼ਾਈਆਂ ਨੂੰ ਦਸੀਏ ਤੇ ਕਹਿੰਦੇ ਨੇ बस उन्होंने फरमा दिया है तो हदीसें दुनिया से नपैद हो गई हैं, उनको खुदा ने डायरेक्ट हदीसें बताई हैं। झूठ बोल बोल के फलानी हदीस में आया है, फलानी हदीस में आया है। हदीसों में आता है कि मसीह मौत पर कुफर के फतवे लगेंगे, केड़ी हदीस आंदा? किसी हदीस नहीं आंदा। हदीस में आता है उम्मुल मोमिनीन के बारे में नबी पाक ने ये फरमाया, केड़ी हदीस आंदा? कोई नहीं। बस नबी पाक ने उनको डायरेक्ट हदीस कान में बता दी है। औज़ बिल्लाहि मिनश शैतानिर रजीम। झूठ बोले ने हदीसां दा नाम ले लेके, कुरान दा नाम ले लेके। ਅੱਛਾ, ਅਗਰ ਵਾਟਰ ਸਾਹਿਬ ਨਹੀਂ ਬੋਲ ਰਹੇ ਤੇ ਆਮਰ ਭਾਈ ਮੈਂ ਇੱਕ ਤਹਿਰੀਰ ਪੜ੍ਹੀ ਸੀ ਤੇ ਉੱਥੇ ਮਿਰਜ਼ਾ ਸਾਹਿਬ ਲਿਖਦੇ ਨੇ ਕਿ ਇੱਕ ਜਿਹੜਾ ਇਹਲਾਕੀ ਮੁਅੱਲਮ ਹੁੰਦਾ ਨਾ ਉਹਦੇ ਆਪਣੇ ਇਹਲਾਕ ਜਿਹੜੇ ਨੇ ਉਹ ਬੜੇ ਅੱਛੇ ਹੁੰਦੇ ਨੇ। ਔਰ ਈਸਾ ਅਲੈਹਿਸਸਲਾਮ ਦੇ ਬਾਰੇ 'ਚ ਉਹਨਾਂ ਲਿਖਿਆ ਹੋਵੇ ਕਿ ਉਹ ਇਹਲਾਕੀ ਮੁਅੱਲਮ ਨਹੀਂ ਸਨ ਕਿਉਂਕਿ ਉਹਨਾਂ ਯਹੂਦੀ ਬਜ਼ੁਰਗਾਂ ਨੂੰ ਹਰਾਮਜ਼ਾਦਾ ਔਰ ਇਸ ਤਰ੍ਹਾਂ ਦਾ ਉਹਨਾਂ ਦੁਸ਼ਨਾਮਦਹੀ ਜਿਹੜੀ ਉਹ ਕੀਤੀ ਹੈ ਮਾਜ਼ਅੱਲਾ, ਤੇ ਉਹ ਇਹਲਾਕੀ ਮੁਅੱਲਮ ਨਹੀਂ ਸਨ। ਇਹ ਗੱਲ ਉਹਨਾਂ ਲਿਖੀ ਹੈ। ਅਗਰ ਅਸੀਂ ਇਹੀ ਅਸੂਲ ਜਿਹੜਾ ਵੇ ਉਹ ਫਿੱਟ ਕਰੀਏ ਮਿਰਜ਼ਾ ਸਾਹਿਬ ਤੇ ਕਿ ਮਿਰਜ਼ਾ ਸਾਹਿਬ ਨੇ ਵੀ ਆਪਣੇ ਮੁਖਾਲਫੀਨ ਨੂੰ औरतें उनकी कुत्तियों से बढ़ गई, दुश्मन बियाबानों के खंजीर हो गए, फलां बलदुल हराम, इहो ਜਿਹੇ ਜਿਹੜੇ ਅਲਫਾਜ਼ ਲਿਖੇ ਨੇ। ਤੇ ਅਗਰ ਇਹੀ ਅਸੀਂ ਵੀ ਇਲਜ਼ਾਮ ਲਾਈਏ ਤੇ ਫਿਰ ਇਹ ਕਿਉਂ ਆਂਦੇ ਨੇ ਜੀ ਇਹ ਹਾਸ਼ੀਆ ਤੁਸੀਂ ਕਿਉਂ ਲਾ ਰਹੇ ਹੋ? ਔਰ ਇਹ ਵੀ ਈਸਾ ਅਲੈਹਿਸਸਲਾਮ ਦੀ ਮਾਜ਼ਅੱਲਾ ਬਹੁਤ ਸਖਤ ਤੋਹੀਨ ਕੀਤੀ ਹੈ ਕਿ ਉਹਨਾਂ ਨੂੰ ਆਖਿਆ ਕਿ ਉਹ ਇਹਲਾਕੀ ਮੁਅੱਲਮ ਹੀ ਨਹੀਂ ਸਨ। ਹੈ ਜ਼ਰੂਰਤੁਲ ਕਿਉਂਕਿ ਉਹ ਆਪਣੇ ਮੁਖਾਲਫੀਨ ਮਤਲਬ ਤੇ ਆਪਣਾ ਦੱਸਿਆ ਨਹੀਂ ਸੀ ਵਾਟਰ ਸਾਹਿਬ ਨੇ। ਜ਼ਰੂਰਤੁਲ ਬਗਾਇਆ ਦਾ ਮਤਲਬ ਹੈ ਕਿ ਬਾਗੀਆਂ ਕੀ ਔਲਾਦ। ਤੇ ਅਸੀਂ ਇਹ ਚੀਜ਼ ਫਿੱਟ ਕਰ ਸਕਦੇ ਹਾਂ ਮਿਰਜ਼ਾ ਸਾਹਿਬ ਦੇ ਉੱਤੇ ਕਿ ਮਿਰਜ਼ਾ ਸਾਹਿਬ ਇਸਲਾਮ ਤੋਂ ਬਾਗੀ ਸਨ, ਲਿਹਾਜ਼ਾ ਉਹ ਜ਼ਰੂਰਤੁਲ ਬਗਾਇਆ ਨੇ। अस्सलामु अलैकुम वरहमतुल्लाहि वबरकातुह। आओ जी, बड़ा हो रही है बराड़। वालेकुम सलाम। की हाल चाल है मुजाहिदो? अल्लाह का शुक्र, बिल्कुल ठीक ठाक। अपनी सुनाओ साकी साहब? शुक्र है अल्लाह पाक दा, ठीक ठाक। अमर भाई मैं सुबह ਦਾ ਇੱਕ ਸਵਾਲ ਲੈ ਕੇ ਨਾ ਤੇ ਸੁਬਹ ਥੋੜਾ ਜਿਹਾ ਫਿਰਿਆ ਵਾਂ, ਜਵਾਬ ਨਹੀਂ ਲੱਭਾ, ਫਿਰ ਮੈਂ ਸੌਂ ਗਿਆ। ਮੈਂ ਕਿਹਾ ਅਮਰ ਭਾਈ ਨੂੰ ਪੁੱਛਾਂਗਾ। ਆਵਾਜ਼ ਆ ਰਹੀ ਜੀ ਅਮਰ ਭਾਈ? ਭਾਈ ਮੇਰਾ ਸਵਾਲ ਪਹਿਲਾਂ ਲਾਈਨ ਵਿੱਚ ਲੱਗਾ ਆ। ਅੱਲਾ ਮੇਰਾ ਸਵਾਲ ਇਹ ਸੀ ਕਿ ਸ਼ਰੀਅਤ ਦੇ ਵਿੱਚ, ਕੁਰਾਨ ਮਜੀਦ ਦੇ ਵਿੱਚ, ਹਦੀਸ ਮੁਬਾਰਕਾ ਦੇ ਵਿੱਚ ਕਿਧਰੇ ਵੀ ਜ਼ਿਕਰ ਇਹ ਆਇਆ ਵਾ ਕਿ ਔਰਤ ਜਿਹੜੀ ਉਹ ਆਪਣੇ ਖਾਸ ਦਿਨਾਂ ਦੇ ਵਿੱਚ ਕੁਰਾਨ ਮਜੀਦ ਦੀ ਤਿਲਾਵਤ ਨਹੀਂ ਕਰ ਸਕਦੀ, ਨਾ ਮੋਬਾਈਲ ਤੋਂ ਵੇਖ ਕੇ, ਨਾ ਜ਼ੁਬਾਨੀ, ਅਗਰ ਕੋਈ ਜ਼ੁਬਾਨੀ ਉਹਨੂੰ ਸੂਰਤਾਂ ਹੁੰਦੀਆਂ ਨੇ ਤੇ ਉਹ ਵੀ ਨਹੀਂ ਪੜ੍ਹ ਸਕਦੀ? ਕਿਆ ਇਹ ਕਿਧਰੇ ਮਨਾ ਕੀਤਾ ਗਿਆ?
ਅਮਰ ਭਾਈ ਹੁਣ ਜਵਾਬ ਦੇਣ ਤੇ ਫੇਰ ਗੱਲ ਅੱਗੇ ਟੁਰੇ। ਲੈ ਉਤਰ ਗਿਆ ਸੀ, ਕੀ ਗੱਲ ਕੀਤੀ ਜੀ? ਮੈਂ ਗੱਲ ਕੀਤੀ ਅਮਰ ਭਾਈ, ਇੱਕ ਸਵਾਲ ਸੀ ਮੇਰਾ ਸੁਬਾ ਦਾ ਹੀ ਅੱਛਾ, ਕਿ ਸ਼ਰੀਅਤ ਦੇ ਵਿੱਚ ਮਨਾ ਹੈ ਕਿ ਔਰਤ ਜਿਹੜੀ ਆਪਣੇ ਖਾਸ ਦਿਨਾਂ ਦੇ ਵਿੱਚ ਕੁਰਾਨ ਮਜੀਦ ਦੀ ਤਲਾਵਤ ਨਹੀਂ ਕਰ ਸਕਦੀ, ਚਾਹੇ ਉਹਨੂੰ ਜ਼ੁਬਾਨੀ ਕੋਈ ਸੂਰਤਾਂ ਹੁੰਦੀਆਂ ਨੇ ਜਾਂ ਮੋਬਾਈਲ ਤੇ ਕੱਢ ਕੇ ਵੇਖ ਕੇ ਪੜ੍ਹੇ, ਕਿਸੇ ਹਿਸਾਬ ਦੇ ਵਿੱਚ ਵੀ ਉਹਨੂੰ ਮਨਾ ਉਹ ਨਹੀਂ ਕਰ ਸਕਦੀ। ਕਿੰਨੇ ਗੱਲ ਆਖੀ ਹੈ? ਮੁਫਤੀ ਸਾਹਿਬ ਨੇ, ਕਿਹੜੇ ਮੁਫਤੀ ਸਾਹਿਬ ਨੇ? ਇਹ ਬਹੁਤ ਵੱਡੇ ਮੁਫਤੀ ਨੇ, ਉਹਨਾਂ ਗੱਲ ਕੀਤੀ ਹੈ। ਕਿਧਰੇ ਮਮਾਨਤ ਹੈ ਵੇ? ਨਹੀਂ ਨਹੀਂ, ਇਹ ਜਮਾਤ ਅਹਿਮਦੀਆ ਦੇ ਮੁਫਤੀ ਨੇ, ਮੁਫਤੀ ਮੁਬਸ਼ਰ ਕਾਲੂ ਸਾਹਿਬ। ਇਹਨਾਂ ਦੀ ਤੇ ਇਹ ਵਿਚਾਰੇ ਜਿਹੜੇ ਨੂੰ ਜੋ ਕਰੀ ਜਾਣਗੇ, ਜੇ ਕਹਿੰਦੇ ਹੋ ਤਾਂ ਤੁਹਾਨੂੰ ਸੁਣਾ ਵੀ ਦੇਣਾ, ਤੁਸੀਂ ਖੁਦ ਸੁਣ ਲਓ। ਉਹਨਾਂ ਨੂੰ ਸੁਣਾ ਦਿਓ, ਲੇਕਿਨ ਇਹ ਵਿਚਾਰੇ ਜਾਹਿਲ ਨੇ, ਇਹਨਾਂ ਨੂੰ ਕੀ ਪਤਾ। तो जी साकी साहब, आपका सवाल पूरा हो गया है। अब किसी ने कोई सवाल तो नहीं करना, अब मैं सवाल मैं कर ये लूं। वीडियो सुनानी है। हेलो, राती सहनी साहब की यानी ब्लॉड करा महीने नहीं। के खास दिनों में ज़बानी सूरतें या दुआएं या फोन से देखकर कुरान पढ़ सकती हैं। भाई उन खास अय्याम में औरतों को कुरान करीम पढ़ने से शरीयत ने मना किया है। खा वो ज़बानी तिलावत करें या किताब से कुरान देखकर पढ़ें या मोबाइल से देखकर पढ़ें, बात तो एक ही है। तो जिस चीज से खुदा ने मना कर दिया उस चीज से मना रहेंगे तो खुदा खुश होगा, क्योंकि खुदा की रजा मिलती है खुदा की बात को मानने के नतीजे में। खुदा कहे कि खड़े हो जाओ तो खड़े होने से खुदा खुश होगा, खुदा कहे कि बैठ जाओ तो बैठने से खुदा खुश होगा। अलबत्ता अगर कोई खातून किसी बच्चे को कुरान पढ़ा रही है और बच्चे ने लफ्ज गलत पढ़ दिया तो उसको सही लफ्ज बता सकती है, उसको सबक बता सकती है। या किसी ने कोई मसला पूछा और उसको मसला बताते हुए कुरान करीम की आयत का कोई टुकड़ा उसे कोट करना पड़ता है तो उतना टुकड़ा कोट कर सकती है, लेकिन बतौर तिलावत करने की उसको इजाजत नहीं है उन खास अय्याम में। यानी जी अमर भाई, ਇਹ 'ਚ ਕੋਈ ਐਡੀ ਵੱਡੀ ਗਲਤੀ ਨਹੀਂ ਹੈ, ਕਿਉਂਕਿ ਵੈਸੇ ਬਤੌਰ ਇਬਾਦਤ ਦੇ ਤਲਾਵਤ ਨਹੀਂ ਕਰਨੀ ਚਾਹੀਦੀ। ਗੱਲ ਠੀਕ ਹੈ, ਜ਼ਾਹਿਰ ਹੈ ਕਿ ਉਹਦਾ ਜਿਸਮ ਨਾਪਾਕ ਹੈ, ਲੇਕਿਨ ਅਗਰ ਉਹਨੂੰ ਜ਼ਰੂਰਤ ਹੋਵੇ ਤੇ ਉਹ ਪੜ੍ਹ ਵੀ ਸਕਦੀ, ਦੱਸ ਵੀ ਸਕਦੀ ਹੈ, ਗੱਲ ਠੀਕ ਹੈ। ਇਹਦੇ 'ਚ ਕੋਈ ਮੇਰੇ ਖਿਆਲ ਐਡੀ ਗਲਤੀ ਨਹੀਂ ਹੈ। ਜਦੋਂ ਉਹ ਪਿਆ ਕਹਿੰਦਾ ਕਿ ਪੜ੍ਹ ਸਕਦੀ ਹੈ, ਦੱਸ ਸਕਦੀ ਹੈ, ਉਹ ਸੁਣ ਸਕਦੀ ਹੈ, ਹੱਤਾ ਕਿ ਉਮੁਲ ਮੋਮਿਨੀਨ ਸੈਯਦਾ ਆਇਸ਼ਾ ਸਿੱਦੀਕਾ ਰਜ਼ੀ ਅੱਲਾਹ ਤਾਲਾ ਅਨਹਾ ਨੂੰ ਨਬੀ ਪਾਕ ਨੇ ਫਰਮਾਇਆ, ਮਸਜਿਦ ਦੇ ਵਿੱਚ ਮਸਜਿਦ ਤੇ ਆਪ ਦਾ ਉਜਰਾ ਨਾਲ ਜੁੜੇ ਸੀ ਨਾ, ਤੇ ਆਪ ਨੇ ਇਹਨੇ ਮੁਸੱਲਾ ਮੰਗਿਆ, ਜਾਇ ਨਮਾਜ਼ ਮੰਗਿਆ ਜਾਂ ਕੁਰਾਨ ਮੰਗਿਆ, ਤੇ ਉਹਨਾਂ ਕਿਹਾ ਯਾ ਰਸੂਲल्लाह ਮੈਂ ਪਾਕ ਨਹੀਂ, ਤੇ ਆਪ ਨੇ ਫਰਮਾਇਆ ਕਿਹੜਾ ਤੇਰੇ ਹੱਥ ਵਿੱਚ ਆਇਆ ਕਿ ਤੂੰ ਫੜਾ ਮੈਨੂੰ। ਕਹਿਣ ਦਾ ਮਕਸਦ ਹੈ ਕਿ ਉਹ ਇਹੋ ਜਿਹੀ ਮਮਾਨੀਅਤ ਨਹੀਂ ਹੈ, ਲੇਕਿਨ ਇਹ ਕਿ ਅਗਰ ਉਹ ਜਦੋਂ ਤੁਸੀਂ ਦੀਗਰ ਇਬਾਦਤ ਤੋਂ ਰੁਕੇ ਹੋ ਨਾਪਾਕੀ ਦੀ ਵਜ੍ਹਾ ਤੋਂ, ਇਬਾਦਤ ਨਹੀਂ ਕਰਨਾ ਚਾਹੀਦਾ, ਜ਼ਰੂਰਤ ਹੈ ਤਦ ਪੜ੍ਹ ਸਕਦੇ। ਇਹਨੂੰ ਛੱਡ ਕੇ ਕਿ ਐਡਾ ਵੱਡਾ ਬਹੁਤ ਵੱਡੀ ਗਲਤੀ ਮੇਰੇ ਖਿਆਲ ਨਾਲ। अल्लाह भाई आमर साहब, ला तकर्रुल हाइज़ वला जुनूब शै'उन मिनल कुरान के कुरान से क़िराअत ना करे जंबी और हैज़ वाली औरत, तो लेकिन इसमें तमाम का इत्तेफाक नहीं है। बाज ने कहा कि ज़बानी पढ़ सकती है। पढ़ सकती है, ये मैं पहले कह रहा हूँ पढ़ सकती है, लेकिन उसको ये ज़रूरत नहीं है कि वो ऐसी हालत में उसको बतौर इबादत के तलावत के तौर पर करे ना, ये ठीक नहीं है, उसकी कोई ज़रूरत नहीं है। इबादत और इस्तग़फ़ार कर ले, तो बस इस्तग़फ़ार कर ले, कुरान की तलावत कोशिश करे। मैं सुबह के टाइम उस वक्त कुरान पढ़ता हूँ जब मैं नहा के साफ कपड़े पहन के, यानी जिन कपड़ों में दिन के वक्त बंदा, आपको पता ही है, दिन भर काम के दौरान मसलन कभी टिश्यू वगैरह इस्तेमाल किया होता है, जिस्म साफ नहीं होता, उस तरह का पाक नहीं होता, वो कपड़े भी मैं उस वक्त नहीं पहनता। यानी सुबह नहा के जब मैं निकलता हूँ तो मेरा दिल करता है मैं बिल्कुल अनटच अलमारी से कपड़े निकाल के
वो पहनूं जिसको जिनमें पसीना भी नहीं आया हुआ, अल्लाह पसीना को नापाक तो नहीं, पसीना भी नहीं जिन कपड़ों में आया हुआ, उन कपड़ों के साथ दिल करता है, क्योंकि नफासत, तहारत, पाकीज़गी ये ईमान का जुज़ है, निसफ ईमान है। तो आप कुरान उस तरह से पढ़ें जब आप मुकम्मल तौर पर पाक और साफ हों, लिबास भी आपका साफ सुथरा हो, आपका जिस्म भी साफ सुथरा हो, आप नहा धो के वजू में उस वक्त पढ़ें तो ज़्यादा बेहतर है ना। इतनी सी बात, इसमें कोई ऐसा मेरा ख्याल है नहीं है, इशू नहीं है खींचने वाला। लो जी आमिर साहब, फिर मैं आपसे इजाज़त लूँगा। तो मेरा वो सवाल ये वहीं पे खड़ा है कि इमामत अफजल है कि नबूवत अफजल है। सुन लो यार, दे दो आमिर भाई जवाब यहाँ ते फिर की कहाना चाहते ਇਹਦੇ ਕੋਲ ਇਹ ਆਖੇ ਵਾਕਈ ਮੁਹੰਨਸ ਨੇ ਇਹ ਸੁਣਨਾ ਜੇ ਇਹ ਕਹਿ ਦੇਣ ਅਗਰ ਕਿ ਉਹ ਮੁਖੰਨਸ ਨਹੀਂ ਆਏ ਹਨ, ਅਸੀਂ ਇਹਨਾਂ ਨੂੰ ਇਹਦਾ ਜਵਾਬ ਦੇ ਦਿੰਦੇ ਹਾਂ, ਸਮਝਾ ਦਿੰਦੇ ਹਾਂ ਗੱਲ। देखिए जी, ये तो अगर आप मुसलमान हैं तो ये आपका बुनियादी अकीदा है, तो आप इस पर को तो मशरूत नहीं कर सकते, ये तो आपको बताना पड़ेगा। अगर आप अपना दीन ही छुपा रहे हैं तो फिर ये इस्लाम तो ना हुआ जिसको छुपाना पड़े। हम छुपा तो नहीं रहे, वो तो आपको पता ही नहीं है, वो तो सामने लिखा हुआ है, सिर्फ आपकी जहालत है, आपको इल्म नहीं है, सिर्फ ये मसला है कि वो आपके जिसके इल्म में पास इजाफा इल्म ना हो वो फिर इल्म वाले के पास ही आता है ना, तो फिर बताएं और मामला खत्म करें। मैं कह रहा हूँ कि आपका ये जो है ना कम इल्मी और जहालत, इसको दूर करने की फीस सिर्फ इतनी है कि आपने जिन लोगों का वादा किया था और कहा था कि वो आएंगे, वो करेंगे बात, तो मैं बाद में करूँगा, तो कह दें वो नहीं निकले मैदान में, वो मुखन्नस हैं। देखो जी, मैंने तो कभी किसी को कोई गाली दी नहीं, और जब देता भी हूँ तो वो मुंह जुबानी होती है। मैंने कभी किसी को दिल से, मैं किसी काफिर को नहीं कभी काफिर कहता, सीधी सी बात है। कल को अल्लाह मियाँ उसको भी ईमान बख्शे, और अमाल के लिहाज से तो काफिर मैंने बहुत ही अच्छे देखे हैं, चाहे वो किस दुनिया का काफिर है, मैंने उनके अमाल तो बहुत अपनी आंखों से अच्छे देखे हैं। मैं तो इस बात का इदराक करता हूँ। आज दुनिया में मुसलमानों को पनाह देने वाले, इमदाद देने वाले भी चाइना के जहाज़ों ने फ़लस्तीन के ऊपर इमदाद फेंकी थी जब फ़लस्तीनी 4 दिनों से भूखे थे। तो मैं तो काफिरों के खिलाफ नहीं बोल सकता। कोई मुसलमान मुल्क सऊदी नहीं आया, कोई अमारात नहीं आए, कोई पाकिस्तान नहीं आया, कोई बांग्लादेश नहीं आया, चाइना ने उनके ऊपर खाना फेंका था। तो भाई मैं तो नहीं उनके खिलाफ भी बोलता। हमने कब तो कहा इसलिए आपको कि आप हाँ उनके खिलाफ हैं? किसने आपको कहा कि आप उनके खिलाफ कोई लफ्ज बोलें? जी, मैंने तो किसी को गाली नहीं देनी। बात ये है कि मैंने गलत बात की, जो मैंने आपके सामने उनका नाम ले दिया, मुझे ये भी नहीं कहना चाहिए था, क्योंकि वो इंडिपेंडेंट बंदे हैं और मैंने इंडिपेंडेंटली आप लोगों से बात की और मैंने उनका भी दिल दुखाया। मैं खामखा अपनी लड़ाई में उनको भी खींच के ले आया। तो मैं उनसे बल्कि माफी मांग रहा हूँ ऑनलाइन कि यार मैंने खामखा उनका नाम लिया। आप तो शहरियार साहब, आप तो मुनाफिक से भी कमजोर निकले। वो कहता है कि मैं इनकी मंजी तो ठोकूं, लेकिन समंदर में रह के मगरमच्छ से लड़ाई नहीं हो सकती। कहता है मेरे गले पड़े हुए हैं, मेरे खिलाफ नहीं, बराबरी कमजोरी लगा वाली के। बात नहीं है। किसी आदमी को अपनी जाती चीज में धकेलना ये बड़ा गुनाह है, और मैंने खामखा उनका नाम ले दिया, और वो भी ऐसे गिरोह के आगे जो बिल्कुल हमारा मुखालिफ है और हर बात और हर सांस को गिनता है। तो बात एक थोड़ी सी इल्मी थी, मुझे नहीं चाहिए था कि मैं उनका नाम भी ले लेता, और मैंने बड़ी गलती कर दी। तो नहीं, मैं वो उनसे माफी मांगता हूँ। मैं उन्हें वो मुखन्नस छੱਡ किया, दो, बल्कि माफी मैं खुद ਮੰਗਦਾ अपने ਉਹ आप ਛੱਡ को ਦੋ, गाली नहीं देता ਤੁਹਾਨੂੰ हूँ कि ਖਾਣ मैंने लगे, गलती की। नहीं ਤੁਹਾਨੂੰ ਮੂੰਹ ਚ ਪਾਣ लगे, ਮਾਫੀ ਮੰਗਣ ਸ਼ੁਰੂ ਹੋ ਗਏ ਤੁਸੀਂ। ਐਡੇ ਹੋ ਬਦਮਾਸ਼, ਸ਼ੱਕੂ ਚੁਕਣ ਵਾਲੀ ਆ ਜਿਹੜਾ ਤੁਹਾਨੂੰ ਚੁੱਕ ਕੇ ਲੈ ਚੱਲਿਆ। नहीं सर, चुक के तो कोई किसी ਨੂੰ नहीं लेके जा सकता। ਮਾਫੀਆਂ ਮੰਗਣੀਆਂ मतलब ਸ਼ੁਰੂ सारे ਕੀਤੀਆਂ। अल्लाह का शुक्र है, माशाल्लाह जवान बंदे हैं, कोई नहीं किसी को ले जाता। ਉਹ ਉੱਥੇ ਮਤਲਬ ਖਖੜੀਆਂ ਖਾਂਦੇ ਨੇ ਵਿੱਚ ਚੌਕਾਂ 'ਚ ਖਲੋ ਕੇ। ਤੁਹਾਡੇ ਤੋਂ ਐਵੇਂ ਤੁਸੀਂ ਉਹਨਾਂ ਤੋਂ ਡਰੇ ਹੋ। ਕੱਖ ਨਹੀਂ, ਉਹ ਕਿਸੇ ਭਾਂਡੇ ਦੇ ਢੱਕਣ ਨਹੀਂ ਹੈ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਨੇ ਬੜੇ ਬੜੇ ਲੋਕ, ਬੜੇ ਬੁੜੇ ਕੋ ਨਹੀਂ ਹਨ ਵਿਚਾਰੇ। ਉਹਨਾਂ ਚਲੋ ਨੇ ਤੁਸੀਂ ਹੁਣ ਵੱਡੇ ਬਣੋ, ਹੁਣ ਅਸੀਂ ਲੋਕਾਂ ਦੇ ਖਿਲਾਫ ਗੱਲ ਨਹੀਂ ਕਰਾਂਗੇ। ਇੱਕ ਇਲਮੀ ਬਹਿਸ ਹੋਣੀ ਚਾਹੀਦੀ ਹੈ। ਮੈਂ ਓਨੈਸਟਲੀ ਅਗਰ ਮੈਂ ਤੁਹਾਡੇ ਕੋਲੋਂ ਇੰਪ੍ਰੈਸ ਹੋਵਾਂਗਾ ਤਾਂ ਮੈਂ ਤੁਹਾਡੀ ਗੱਲ ਮੰਨਾਂਗਾ, ਔਰ ਅੱਗੇ ਜਾ ਕੇ ਆਖਾਂਗਾ ਵੀ, ਲੋਕਾਂ ਨੂੰ ਵੀ ਦੱਸਾਂਗਾ। ਮੈਨੂੰ ਕੋਈ ਪਰੇਸ਼ਾਨੀ ਨਹੀਂ ਹੈ ਇਸ ਗੱਲ ਦੀ। ਸੱਚ ਬੋਲਣ 'ਚ ਮੈਂ ਕਦੀ ਨਹੀਂ ਸ਼ਰਮਾਇਆ, ਇਹ ਮੇਰੀ ਗੱਲ ਯਾਦ ਰੱਖਣੀ। ਨਹੀਂ, ਤੁਸੀਂ ਅੱਛੀ ਲਾਈਨ ਇਖਤਿਆਰ ਪੇ ਕਰਦੇ ਹੋ ਤੇ ਮੈਂ ਤੇ ਤੁਹਾਡੀ ਐਪਰੀਸੀਏਸ਼ਨ ਵਾਸਤੇ ਹਰ ਕਦਮ ਚੁੱਕਣ ਨੂੰ ਤਿਆਰ ਹਾਂ ਕਿ ਤੁਹਾਡੀ ਹੌਸਲਾ ਅਫਜ਼ਾਈ ਹੋਵੇ। ਤੁਸੀਂ ਤਹਿਕੀਕੀ ਗੱਲ, ਇਲਮੀ ਗੱਲ ਤੇ ਗੌਰ ਕਰੋ, ਬਲਕਿ ਨਾਲ ਫਿਕਰ ਵੀ ਕਰੋ। ਗੌਰ ਵੀ ਕਰੋ ਤੇ ਫਿਕਰ ਵੀ ਕਰੋ। ਤੇ ਮੈਨੂੰ ਕੋਈ ਗੱਲ ਦੱਸਦਿਆਂ ਕੋਈ ਕਬਾਹਤ ਨਹੀਂ ਹੈ। ਮੈਂ ਤੇ ਵੈਸੇ ਇੱਕ ਆਜ਼ਰਾ ਮਜ਼ਾਕ ਜਿਸ ਤਰ੍ਹਾਂ ਕਹਿੰਦੇ ਨੇ, ਜਾਂ ਆਜ਼ਰਾ
ਤਨਜ਼ ਜਿਸ ਤਰ੍ਹਾਂ ਕਹਿੰਦੇ ਨੇ ਕਿ ਇਹਨਾਂ ਨੂੰ ਮੁਖੰਨਸ ਕਹੋ, ਇਹ ਸਾਹਮਣੇ ਨਹੀਂ ਆਉਂਦੇ, ਇਹਨਾਂ ਨੂੰ ਮੁਖੰਨਸ ਕਹੋ। ਲੇਕਿਨ ਤੁਸੀਂ ਨਹੀਂ ਕਹਿਣਾ ਚਾਹੁੰਦੇ ਜਾਂ ਤੁਸੀਂ ਨੀਵੀਂ ਪੜ੍ਹ ਲਈ, ਉਹਨਾਂ ਤੋਂ ਡਰ ਗਏ ਹੋ ਜਾਂ ਉਹਨਾਂ ਨੇ ਤੁਹਾਨੂੰ ਪ੍ਰੈਸ਼ਰਾਈਜ਼ ਕੀਤਾ, ਤੇ ਅਸੀਂ ਕੋਈ ਤੁਹਾਨੂੰ ਜ਼ਲੀਲ ਕਰਨਾ ਸਾਡਾ ਮਿਸ਼ਨ ਨਹੀਂ ਹੈ। ਤੁਸੀਂ ਬੰਦੇ ਬੁਰੇ ਨਹੀਂ ਹੈ, ਅੱਲਾਹ ਤਾਲਾ ਤੁਹਾਨੂੰ ਅੱਛਾ ਬਣਾਏ ਤੇ ਸਿੱਧੀ ਰਾਹ ਤੇ ਲਾਵੇ। ਉਹ ਗੱਲ ਸਿਰਫ ਇੰਨੀ ਹੈ ਕਿ ਕੁਰਾਨ ਕਰੀਮ ਦੇ ਵਿੱਚ 12 ਜਗ੍ਹਾ ਦੇ ਉੱਤੇ ਲਫ਼ਜ਼ ਇਮਾਮ ਇਸਤੇਮਾਲ ਹੋਇਆ। ਸਰਚ ਇੰਜਨ ਹੈ ਤੁਹਾਡੇ ਕੋਲ ਕੁਰਾਨ ਦਾ? ਹੈਲੋ, कुरान दी कोई एप्लीकेशन है? सो गए हो? मैं सिर्फ quran.com देखना, सिर्फ quran.com। वो पता नहीं केड़ी है वेब, सब तो ज्यादा सर्च हो सकता है, तामिल कर लो। तर्जुमा तफसीर वाली quran.com ही है। अच्छा ठीक है, मेरे को ना मैं ड्राइव कर रहे हैं तो बारिश भी है तो लाइटा ऑन हो जाता, मैं मोबाइल की स्क्रीन नहीं देख सकता। मैं तो सुबह रेफरेंस दे देंगा। कोई 12 जगह के उत्ते इमाम लफज आया है कुरान वास्ते, किताब वास्ते अल्लाह ताला ने सूरह बकरा च अल्लामा साहब सूरह बकरा च, सूरह हूद च, सूरह इसरा च, सूरह तौबा, सूरह हूद, अल इसरा, इन्नी जालक लिन्नासी इमामा फकातिलु अइमतुल कुफ्र वन काबिल किताब मूसा इमामा यौमा नदु कुल्लु इंसान बेइमामिही। सूरह इसरा दे विच आया। सूरह अंबिया च वजलना हुम आइमा। सूरह कसस च, हाँ जी। मैं इन्होंने सिर्फ ये समझा देवां कि इमाम नबी नाल अफजल किस तरह होंदा है। वैसे तो आइमतुल कुफर का भी जिक्र आया है, इब्राहिम अलैहिस्सलाम की इमामत का भी जिक्र आया है। इमाम बंदे वास्ते भी, नबी वास्ते भी इस्तेमाल होंदा है, किताब वास्ते भी इस्तेमाल होंदा है। तौरात के बारे भी होया, कुरान के बारे भी इमाम का लफ्ज़ इस्तेमाल होया। जेड़ा कलाम अल्लाह दा है ना, वो भावें तौरात है, तौरात दे विच नाज़िल होया, भावें वो कुरान दे विच नाज़िल। जेड़ा कलाम है, कलाम मुसहफ नहीं, ये ध्यान रखियो, ਇਹ गलती ना करियो। एक बार यूं करो, मैं पता लगे तुसीं सुनते पे हो। जी हाँ जी। कुरान या तौरात का जिहड़ा रिटन टैक्स फॉर्म है, मैं उसकी गल नहीं कर रहा, मैं कलाम की गल कर रहा, जिहड़ा अल्लाह ताला ने नाज़िल कीता। वो कलाम जिहड़ा अल्लाह ताला ने नाज़िल कीता, वो कलाम नबियां तो अफजल होंदा है, क्योंकि कलाम अल्लाह की सिफत है ते अल्लाह की सिफत उसदी सारी मखलूक तो अफजल होंदी है। कुरान होवे, तौरात का कलाम होवे या जिहड़ी भी वही होवे जिहड़ी अल्लाह ताला नाज़िल करदा है, अल्लाह ताला दा कलाम, मैं उसदी टैक्स फॉर्म की गल नहीं कर रहा, मैं उस कलाम की ਉਹਦੀ ਐਗਜ਼ਿਸਟੈਂਸ ਦੀ, ਸਿਰਫ ਉਹਦੀ ਸਿਫਤ ਦੀ ਗੱਲ ਕਰ ਰਿਹਾ। ਉਹ ਜਿਹੜੀ ਸਿਫਤ ਦਾ ਵਜੂਦ ਹੈ ਉਹਦੀ ਗੱਲ ਕਰ ਰਿਹਾ। ਉਹ ਚੀਜ਼ ਉਹ ਨਬੀਆਂ ਤੋਂ ਆਲਾ ਹੁੰਦੀ, ਕਿਉਂਕਿ ਉਹ ਅੱਲਾ ਦੀ ਸਿਫਤ ਹੈ। ਅੱਲਾ ਦੀਆਂ ਸਿਫਤਾਂ ਉਹਦੀ ਸਾਰੀ ਮਖਲੂਕ ਤੋਂ ਆਲਾ ਹੁੰਦੀਆਂ। ਬਸ ਇੰਨੀ ਗੱਲ ਹੈ ਕਿ ਇਮਾਮ, ਤੁਸੀਂ ਪੁੱਛਿਆ ਸੀ ਕਿ ਇਮਾਮ ਆਲਾ ਹੁੰਦਾ ਹੈ ਕਿ ਨਬੀ, ਮੈਂ ਤੁਹਾਨੂੰ ਆਖਿਆ ਇਮਾਮ ਅਫਜ਼ਲ ਹੁੰਦਾ ਨਬੀ। ਇੰਨੀ ਗੱਲ ਮੇਰੇ ਸਾਹਿਬ ਇਹ ਸਹੀ ਗੱਲ ਨਹੀਂ ਹੈਗੀ। ਗੱਲ ਦਰਅਸਲ ਹੈ ਕਿ ਮੁਕੰਮਲ ਕਰ ਲੈਂਦੇ, मैंने मुकम्मल कर लेना। जो तुसा मैनू पूछा, यूसफी साहब भी इतने मौजूद सन, तो पहला तुसा यूसफी भाई ने पूछा तो मैं तुहानू आख्या कि इमाम अफजल होंदा नबी। बस इन्नी गल होई है। अगू तुसी कोई समझदे सोगे कि शायद असी शिया के इमामां की गल पे करने, जिहड़े शिया 12 इमाम मनते हैं, मैं उन्होंने गल नहीं सी कर रहा। मैनू बाद किसी ने पूछा वो शिया के इमामां की गल की, मैं क्या भी ना असी शिया की गल की, ना असी सुन्नियां की गल की, असी तो इमाम की गल की कि इमाम नबी तो अफजल होंदा। ਉਹਦੇ ਤੇ ਮੈਂ ਕਹਿਆ ਉਹ ਇੰਨੀ ਗੱਲ ਹੈ। ਹੁਣ ਇਹਨੂੰ ਤੁਸੀਂ ਅਗਰ ਸਮਝ ਗਏ ਹੋ ਤੇ ਇਹਦੇ ਵਿੱਚ ਤੁਹਾਡੀ ਆਪਣੀ ਕਹਿ ਲਓ ਕਿ ਕਮਜ਼ੋਰੀ ਹੈ ਕਿ ਤੁਹਾਨੂੰ ਪਤਾ ਨਹੀਂ ਕਿ ਇਮਾਮ, ਤੁਸੀਂ ਇਹ ਸਮਝਿਆ ਕਿ ਇਮਾਮ ਸਿਰਫ ਇਮਾਮ ਅਲੀ ਨੇ, ਇਮਾਮ ਹਸਨ ਨੇ, ਇਮਾਮ ਹੁਸੈਨ ਨੇ, ਇਮਾਮ ਜ਼ੈनुल आबिदीन ने, ਤੁਸੀਂ ਇਹ ਸਮਝਿਆ ਕਿ ਸਿਰਫ ਇਹ ਹੀ ਆਇਮਾ ਨੇ। ਲੇਕਿਨ ਇਮਾਮ ਕੁਰਾਨ ਦੇ ਕੁਰਾਨ ਨੇ ਜਿਹੜੇ ਇਮਾਮ ਦਾ ਜ਼ਿਕਰ ਕੀਤਾ, ਮੈਂ ਉਹਦਾ ਆਖਿਆ ਕਿ ਉਹ ਇਮਾਮ ਨਬੀਆਂ ਤੋਂ ਅਫਜ਼ਲ ਹੁੰਦਾ। ਇੰਨੀ ਗੱਲ ਹੁਣ ਕਰ ਲਓ ਗੱਲ। नहीं आमिर साहब, यह गल तो बिल्कुल ठीक नहीं हैगी। साडी गलबात शुरू ही नजफ अब्बास और बहरेन 313 साहब नाल हुई सी। ਇਹ ਦੋਵੇਂ ਅਹਿਲੇ ਤਸ਼ੀ ਹਜ਼ਰਾਤ ਨੇ, ਔਰ ਮੈਂ ਇਹਨਾਂ ਦੇ ਅੱਗੇ ਇੱਕੋ ਹੀ ਸਵਾਲ ਰੱਖਿਆ ਸੀ ਕਿ ਤੁਸੀਂ ਇਮਾਮ ਅਫਜ਼ਲ ਮੰਨਦੇ ਹੋ ਕਿ ਨਬੀ ਅਫਜ਼ਲ ਮੰਨਦੇ ਹੋ। ਤੁਸੀਂ ਉਹਦਾ ਸਵਾਲ ਦਾ ਤਰੀਕਾ ਇਹ ਕਿ ਤੁਸੀਂ ਇਹ ਪੁੱਛੋ ਕਿ ਹਜ਼ਰਤ ਅਲੀ ਨੂੰ ਅਫਜ਼ਲ ਮੰਨਦੇ ਹੋ ਜਾਂ ਨਬੀ ਪਾਕ ਨੂੰ ਅਫਜ਼ਲ ਮੰਨਦੇ ਹੋ। ਹਜ਼ਰਤ ਇਮਾਮ ਹਸਨ ਹੁਸੈਨ ਨੂੰ ਤੁਸੀਂ ਅਫਜ਼ਲ ਮੰਨਦੇ ਹੋ ਕਿ ਨਬੀ ਪਾਕ ਨੂੰ ਅਫਜ਼ਲ, ਇਹ ਪੁੱਛੋ ਉਹਨਾਂ ਨੂੰ। ਬਾਈ ਨੇਮ ਪੁੱਛੋ। ਬਿਲਕੁਲ ਖੁੱਲ ਕੇ ਸਵਾਲ ਹੋਇਆ ਸੀ ਔਰ ਬਿਲਕੁਲ ਖੁੱਲ ਕੇ ਇਹਨਾਂ ਨੂੰ ਸਵਾਲ ਸਮਝ ਵੀ ਆਇਆ ਸੀ ਔਰ ਇਹਨਾਂ ਨੇ ਜਵਾਬ ਵੀ ਦੇਣੇ ਸ਼ੁਰੂ ਕੀਤੇ ਸਨ ਔਰ ਇਹਨਾਂ ਕੋਲੋਂ ਜਵਾਬ ਬਣ ਨਹੀਂ ਰਿਹਾ ਸੀ। ਇਹ ਡਰ ਗਏ ਸਨ ਕਿਉਂਕਿ ਇਹ ਟੋਟਲ ਮੁਸਲਮਾਨ ਅਕੀਦੇ ਦੇ ਖਿਲਾਫ ਜਾ ਰਿਹਾ ਸੀ ਸਵਾਲ। ਨਹੀਂ, ਤੁਹਾਡੀ ਦਹਿਸ਼ਤ ਹੈ। ਅਗਰ ਤੁਸੀਂ ਉਹਨਾਂ ਨੂੰ ਬਾਈ ਨੇਮ ਪੁੱਛੋਗੇ ਨਾ
कि भाई बाई नेम क्या सईदना हसन या सईदना हुसैन अपने नाने तो अफजल ने, नबी पाक तो अफजल ने? ਇਹਦਾ ਜਵਾਬ ਉਹਨਾਂ ਨੂੰ ਪੁੱਛੋ। ਲੇਕਿਨ ਜੇ ਤੁਸੀਂ ਪੁੱਛੋਗੇ ਇਮਾਮ ਨਬੀ ਤੋਂ ਅਫਜ਼ਲ ਹੁੰਦਾ ਹੈ, ਤੇ ਹਾਂ ਇਮਾਮ ਤੇ ਨਬੀ ਤੋਂ ਅਫਜ਼ਲ ਹੁੰਦਾ ਹੈ, ਤੇ ਗੱਲ ਠੀਕ ਹੈ। ਤੇ ਹੁਣ ਮੈਨੂੰ ਦੱਸੋ ਕਿ ਇਹ 12 ਜਿਹੜੇ ਸ਼ੀਆ ਇਮਾਮ ਹੈਗੇ ਨੇ ਇਹ ਨਬੀਆਂ ਤੋਂ ਅਫਜ਼ਲ ਨੇ? ਇਹ ਤੇ ਉਹਨਾਂ ਨੂੰ ਪੁੱਛੋ ਨਾ, ਜਿਹੜਾ ਕੋਈ ਉਹਨਾਂ ਨੂੰ ਵਾਟਰ ਸਾਹਿਬ 12 ਉਹਨਾਂ ਕੋਲੋਂ ਹੀ ਤੇ ਇਮਾਮ ਪੁੱਛਿਆ ਸੀ ਤੇ ਤੁਸੀਂ ਆ ਗਏ ਸੋ ਵਿੱਚ। ਯੂਸਫੀ ਸਾਹਿਬ ਪਹਿਲਾਂ ਆਏ, ਉਹਨਾਂ ਨੇ ਵੀ ਕਿਹਾ ਹਾਂ ਇਮਾਮ ਅਫਜ਼ਲ ਨੇ। ਸਾਰੇ ਲੋਕ ਸਭ ਬਹਿਸ ਸੁਣ ਰਹੇ ਸਨ। ਇਹ ਦੋ ਬੰਦੇ ਸ਼ੀਆ ਹਜ਼ਰਾਤ ਸਨ, ਇਹ ਸ਼ੀਆ ਹਜ਼ਰਾਤ ਵੀ। ਹਾਂਜੀ, ਮੇਰੇ ਸਾਹਮਣੇ ਜੋ ਤੁਸੀਂ ਇੰਨਾ ਹੀ ਸਵਾਲ ਕੀਤਾ ਹੈ, ਇਮਾਮ ਅਫਜ਼ਲ ਕੇ ਨਬੀ, ਇਮਾਮ ਅਫਜ਼ਲ ਕੇ ਨਬੀ, ਮੈਂ ਤੁਹਾਨੂੰ ਆਖਿਆ ਇਮਾਮ ਅਫਜ਼ਲ ਹੁੰਦਾ ਹੈ। ਅੱਗੋਂ ਤੁਸੀਂ ਅਗਰ ਜ਼ਿਹਨ ਦੇ ਵਿੱਚ ਇਮਾਮ ਤੋਂ ਮੁਰਾਦ ਕੋਈ ਸ਼ਖਸੀਅਤ, ਕੋਈ ਹਸਤੀ, ਕੋਈ ਜ਼ਾਤ, ਕੋਈ ਬੰਦਾ, ਕੋਈ ਅਹਿਲੇ ਬੈਤ ਦੀ ਕੋਈ ਹਸਤੀ ਲੈ ਰਹੇ ਹੋ, ਤੇ ਉਹ ਤੁਹਾਡੇ ਦਿਲ ਦੀ ਗੱਲ, ਤੁਹਾਡੇ ਦਿਲ ਵਿੱਚ ਮੈਨੂੰ ਤਾਂ ਨਹੀਂ ਪਤਾ। ਜਿਹੜੀ ਗੱਲ ਹੈ ਇਮਾਮ ਦੀ ਅਸੂਲੀ ਗੱਲ ਕਿ ਇਮਾਮ ਅਫਜ਼ਲ ਹੁੰਦਾ ਕਿ ਨਬੀ, ਤਾਂ ਮੈਂ ਤੇ ਉਹਦਾ ਜਵਾਬ ਦਿੱਤਾ। 3 ਦਿਨਾਂ ਤੋਂ ਇਹਨਾਂ ਲੋਕਾਂ ਨੇ ਤੁਹਾਨੂੰ ਦੱਸਿਆ ਹੀ ਨਹੀਂ ਕਿ ਕੀ ਗੱਲ ਚੱਲ ਰਹੀ ਸੀ। ਨਹੀਂ, ਗੱਲ ਮੈਂ ਸੁਣਦਾ ਸੀ, ਗੱਲ ਤਾਂ ਮੈਂ ਇੱਥੇ ਹੀ ਸੀ, ਮੈਂ ਹੀ ਉਹਦੇ ਵਿੱਚ ਸੁਣ ਰਹੇ ਸੋ ਨਾ, ਤੇ ਇਹਦਾ ਮਤਲਬ ਹੈ ਕਿ ਤੁਹਾਨੂੰ ਸਾਰੀ ਗੱਲ ਦਾ ਪਤਾ ਹੈ। ਮੈਂ ਤਾਂ ਸ਼ੀਆ ਇਮਾਮਾਂ ਤੇ ਸਵਾਲ ਕੀਤਾ ਸੀ। ਉਹਦੇ ਵਿੱਚ ਤੁਸੀਂ ਬਾਅਦ ਵਿੱਚ ਜ਼ਿਕਰ ਕਰਨ ਲੱਗੇ ਸੀ ਕਿ ਉਹ ਪਹਿਲਾ ਇਮਾਮ ਕੌਣ ਹੈ, ਦੂਸਰਾ ਇਮਾਮ ਕੌਣ ਹੈ, ਤੀਸਰਾ ਇਮਾਮ ਕੌਣ ਹੈ, ਤੇ ਮੈਂ ਤੁਹਾਨੂੰ ਰੋਕ ਦਿੱਤਾ ਸੀ। ਮੈਂ ਤੁਹਾਨੂੰ ਕਿਹਾ ਸੀ ਵਾਟਰ ਸਾਹਿਬ ਤੁਹਾਡਾ ਇੰਨਾ ਆਜ਼ਮਾ ਨਹੀਂ ਹੈ, ਅੱਜ ਜਿਹੜਾ ਤੁਹਾਨੂੰ ਸਬਕ ਦੇ ਦਿੱਤਾ ਤੁਸੀਂ ਇਹਨੂੰ ਪਹਿਲਾਂ ਡਾਈਜੈਸਟ ਕਰ ਲਓ ਕਿ ਇਮਾਮ ਅਫਜ਼ਲ ਹੁੰਦਾ ਨਬੀ ਤੋਂ। ਇਹ ਜਦੋਂ ਡਾਈਜੈਸਟ ਹੋ ਜਾਏਗਾ ਨਾ, ਤੇ ਫਿਰ ਆ ਕੇ ਪੁੱਛਿਆ ਜੇ ਵੀ ਉਸ ਇਮਾਮ ਤੋਂ ਮੁਰਾਦ ਕੌਣ, ਕਿਉਂਕਿ ਮੈਨੂੰ ਪਤਾ ਸੀ ਤੁਹਾਨੂੰ ਪਤਾ ਨਹੀਂ ਹੈ। ਮੈਂ ਸਮਝ ਗਿਆ ਕਿ ਤੁਹਾਨੂੰ ਇਹ ਹੀ ਨਹੀਂ ਪਤਾ ਕਿ ਇਮਾਮ ਕੌਣ ਹੁੰਦਾ। ਇਸ ਗੱਲ ਤੁਸੀਂ ਸ਼ਾਇਦ ਦਿਲ ਦੇ ਵਿੱਚ ਉਹ ਕੋਈ ਸ਼ਖਸੀਅਤ ਮੁਰਾਦ ਲੈ ਰਹੇ ਹੋ ਤੇ ਮੈਂ ਕੁਝ ਹੋਰ ਕਹਿ ਰਿਹਾ ਵਾਂ। ਤਾਂ ਮੈਂ ਆਖਿਆ ਸੀ ਕਿ ਤੁਸੀਂ ਇੰਨਾ ਲਫ਼ਜ਼ ਪਕਾ ਲਓ, ਇਹ ਸਬਕ ਪਕਾ ਲਓ, ਤੇ ਫਿਰ ਬਾਅਦ ਚ ਆ ਕੇ ਸਵਾਲ ਕਰਦੇ। ਤੇ ਕੋਈ ਜਵਾਬ ਹੋਇਆ ਹੀ ਨਾ ਕਿ 3 ਦਿਨ ਬਾਅਦ ਜਨਾਬੇ ਅਲੀ ਤੁਸੀਂ ਮੈਨੂੰ ਇੱਕ ਛੋਟਾ ਜਿਹਾ ਲੋਲੀਪੌਪ ਦੇ ਦਿਓ ਔਰ ਕਹੋ ਜੀ ਕਿ ਇਹ ਗੱਲ ਤੈਨੂੰ ਉਸ ਵੇਲੇ ਸਮਝ ਨਹੀਂ ਆਣੀ ਸੀ, ਇਸ ਕਰਕੇ ਤੈਨੂੰ ਹੁਣ ਦੱਸ ਰਿਹਾ। ਗੱਲ ਦਰਅਸਲ ਇਹ ਹੈਗੀ ਹੈ, ਸਾਰੀਆਂ ਗੱਲਾਂ ਤੋਂ ਸੁਣਨ ਤੋਂ ਬਾਵਜੂਦ ਤੁਸੀਂ ਹੁਣ ਮੁੱਕਰ ਗਏ ਹੋ ਔਰ ਤੁਸੀਂ ਕਹਿ ਰਹੇ ਹੋ ਕਿ ਜਨਾਬੇ ਅਲੀ ਇਹ ਕੀ ਕਹਿੰਦੇ ਨੇ, ਮੈਂ ਤੇ ਦੂਸਰੇ ਇਮਾਮਾਂ ਦੀ ਗੱਲ ਕੀਤੀ ਹੈ। ਉਹ ਭਾਈ ਮੈਂ ਤੇ ਸ਼ੀਆ ਇਮਾਮਾਂ ਤੇ ਸਵਾਲ ਕੀਤਾ ਸੀ। ਉਹ ਬਹਿਰੇਨ ਜਿਹੜਾ ਸੀ ਉਹ ਸ਼ੀਆ ਨੂੰ ਪੁੱਛਣਾ, ਸ਼ੀਆ ਨੂੰ ਪੁੱਛਿਆ ਕਰੋ ਨਾ। ਤੇ ਸਰ ਮੈਂ ਸ਼ੀਆ ਨੂੰ ਹੀ ਪੁੱਛਿਆ ਹੈ, ਇਹ ਨਜਬ ਅਬਾਸ ਵੀ ਸ਼ੀਆ ਹੈ ਤੇ ਬਹਿਰੇਨ ਵੀ ਸ਼ੀਆ ਹੈ। ਮੈਂ ਗੱਲ ਕਰ ਰਿਹਾ, ਤੁਸੀਂ ਸ਼ੀਆ ਨੂੰ ਪੁੱਛੋ ਨਾ। ਇਮਾਮਤ ਦਾ ਸਵਾਲ ਨਬੂਵਤ ਤੋਂ ਬਾਅਦ ਆਉਂਦਾ ਹੈ। ਪਹਿਲੇ ਨਬੂਵਤ ਤੇ ਮੰਨ ਲਿਆਓ, ਫਿਰ ਉਹਦੇ ਤੋਂ ਬਾਅਦ ਇਮਾਮਤ ਤੇ ਸਮਝਾ ਦਾਂਗੇ ਮਸਲਾ। ਇਹਦੇ ਚ ਕਿਹੜਾ ਕੋਈ ਐਡਾ ਇਸ਼ੂ ਹੈ? ਤੁਸੀਂ 1 ਮਿੰਟ ਠਹਿਰ ਜਾਓ ਬੂ ਅਲੀ ਸਾਹਿਬ, ਤੁਸੀਂ 1 ਮਿੰਟ ਇਸ ਬਹਿਸ ਦਾ ਹਿੱਸਾ ਨਾ ਬਣੋ। ਤੁਸੀਂ ਮੈਨੂੰ ਦੱਸੋ ਨਜਬ ਅਬਾਸ ਸਾਹਿਬ, ਤੁਸੀਂ ਮੈਨੂੰ ਦੱਸੋ ਕਿ ਇਮਾਮ ਅਫਜ਼ਲ ਨੇ ਕਿ ਨਬੀ ਨਜਬ ਅਬਾਸ ਜਿਹੜਾ ਸ਼ੀਆ ਹੈ ਤੇ ਬੂ ਅਲੀ ਭਾਈ ਸ਼ੀਆ ਨਹੀਂ ਹਨ, ਦੋਵੇਂ ਸ਼ੀਆ ਨੇ। ਉਹਨਾਂ ਚ ਸਿਆਣੇ ਬੰਦੇ ਨੂੰ ਗੱਲ ਕਰ, ਨਜਬ ਤੇ ਯੰਗ ਹੈ। ਬੂ ਅਲੀ ਭਾਈ ਨੂੰ ਗੱਲ, ਬੂ ਅਲੀ ਸ਼ੀਆ ਹੈ? ਬੂ ਅਲੀ ਸਾਹਿਬ ਸ਼ੀਆ ਨੇ? ਆਹੋ, ਤੁਹਾਨੂੰ ਨਹੀਂ ਪਤਾ? ਬੂ ਅਲੀ ਸਾਹਿਬ ਤੁਸੀਂ ਸ਼ੀਆ ਅਹਿਲੇ ਤਸ਼ੀਹ ਹੋ? ਹਾਂਜੀ ਮੈਂ ਜੀ ਬੋਲੋ। ਤੁਸੀਂ ਅਹਿਲੇ ਤਸ਼ੀਹ ਹੋ ਵਾਕਈ? ਹਾਂਜੀ। ਤੇ ਕੱਲ ਤੇ ਤੁਸੀਂ ਸੁੰਨੀ ਬਣ ਕੇ ਮੇਰੇ ਨਾਲ ਸਾਰਾ ਦਿਨ ਗੱਲਾਂ ਕਰਦੇ ਰਹੇ ਹੋ। ਮੈਂ ਕੱਲ ਕਿੱਥੇ, ਕਿਹੜੀ ਬਰਾੜ ਦੀ ਗੱਲਾਂ ਕੀਤੀਆਂ ਤੁਹਾਡੇ ਨਾਲ? ਤੁਸੀਂ ਕਿਸੇ ਬਰਾੜ ਦੇ ਤੁਸੀਂ ਮੈਨੂੰ ਮਿਲੇ ਹੋ ਕੱਲ ਪਰਸੋਂ ਸ਼ਾਇਦ ਹੋਵੇ। ਹਾਂ, ਤੇ ਤੁਸੀਂ ਤੇ ਸੁੰਨੀ ਬਣੇ ਸੋ ਉਸ ਬਰਾੜ ਤੇ। ਨਹੀਂ, ਤੁਸੀਂ ਸਵਾਲ ਕੀਤਾ ਹੀ ਨਹੀਂ ਕੋਈ ਐਸਾ। ਅਬੂ ਹਨੀਫਾ ਦਾ ਮੁਕੱਲਦ ਹਨਫੀ ਆਖਿਆ ਉਹਨਾਂ ਨੇ ਆਪਣੇ ਆਪ ਨੂੰ। ਨਹੀਂ, ਕੋਈ ਐਸੀ ਬਹਿਸ ਹੋਈ ਨਹੀਂ ਔਰ ਨਾ ਐਸਾ ਸਵਾਲ ਹੀ ਹੋਇਆ। ਅਹਿਲੇ ਸੁन्नत ਵਿੱਚ ਹਨਫੀ ਨੇ, ਸ਼ਾਫੀ ਨੇ, ਮਾਲਕੀ ਨੇ, ਹੰਬਲੀ ਨੇ ਤੇ ਜਾਂ ਅਹਿਲ ਹਦੀਸ ਨੇ ਜਿਹੜੇ ਕਿਸੇ ਇਮਾਮ ਦੀ ਤਕਲੀਦ ਨਹੀਂ ਕਰਦੇ। ਇਹ 5 ਗਰੋਹ ਨੇ ਅਹਿਲ ਹਦੀਸਾਂ ਵਿੱਚ। ਅੱਗੋਂ ਉਹਨਾਂ ਦੇ ਛੋਟੇ ਛੋਟੇ ਅਜਜ਼ਾ ਵੀ ਹਨ ਨੇ। ਇਹਨਾਂ ਨੇ ਤਸ਼ਰੀਹ ਨੇ ਫਿਕਾ ਜਾਫਰੀਆ ਨੇ ਬੂ ਅਲੀ ਸਾਹਿਬ। ਜੀ ਫਿਕਾ ਜਾਫਰੀਆ, ਅਹਿਲੇ ਤਸ਼ਰੀਹ, ਅਸਨਾ ਅਸ਼ਰੀ। ਤੁਸੀਂ ਬੋਲੋ। ਅੱਛਾ ਬੂ ਅਲੀ ਸਾਹਿਬ ਇਹ ਦੱਸੋ ਤੁਸੀਂ ਕਿ ਇਮਾਮ ਅਫਜ਼ਲ ਨੇ ਸ਼ਾਇਦ ਮਤਲਬ ਕਿ ਤੁਸੀਂ ਜਿਹੜਾ ਤੁਹਾਡੇ ਕੋਲੋਂ ਸਵਾਲ ਪੁੱਛਿਆ ਉਹਨੂੰ ਛਿੱਤਰ ਮਾਰ ਦਿੰਦੇ ਹੋ, ਇਸ ਤਰ੍ਹਾਂ ਇਸਲਾਮ ਬਹੁਤ ਜ਼ਿਆਦਾ ਫੈਲਦਾ ਹੈ। ਠੀਕ ਹੈ। ਅੱਛਾ ਬੂ ਅਲੀ ਸਾਹਿਬ ਇਹ ਦੱਸੋ ਕਿ ਜਨਾਬੇ ਅਲੀ ਇਮਾਮ ਅਫਜ਼ਲ ਹੈਗੇ ਨੇ ਕਿ ਨਬੀ ਅਫਜ਼ਲ ਹੈਗੇ ਨੇ? ਮੈਂ ਗੱਲ ਇਹ ਕਹੀ ਹੈ ਨਾ ਕਿ ਇਮਾਮਤ ਦਾ ਸਵਾਲ ਨਬੂਵਤ ਤੋਂ ਬਾਅਦ ਹੈ। ਤੁਸੀਂ ਖੁੱਲੀ ਗੱਲ ਦੱਸੋ ਨਾ। ਇਹ ਸਵਾਲ ਤੁਸੀਂ ਪਹਿਲੇ ਨਬੂਵਤ ਤੇ ਯਕੀਨ ਕਰੋ, ਇਮਾਮਤ ਦੇ ਬਾਅਦ ਦਰਜੇ ਚ। ਨਬੂਵਤ ਤੇ ਇਮਾਮਤ ਤੇ ਯਕੀਨ ਤੁਸੀਂ ਕਰੋ, ਕਿਸੇ ਦੀ ਫਜ਼ਾਇਲ ਦੇ ਨਾਲ ਈਮਾਨ ਨਹੀਂ ਇਨਸਾਨ ਦਾ ਹੁੰਦਾ। ਕਿਸੇ ਦੀ ਫਜ਼ਾਇਲ ਨੂੰ ਮੰਨ ਲੈਣਾ ਕਿਆ ਈਮਾਨ ਦਾ ਹਿੱਸਾ ਹੈ? ਈਮਾਨ ਦਾ ਹਿੱਸਾ ਹੈ ਕਿ ਤੁਸੀਂ ਨਬੂਵਤ ਤੇ ਯਕੀਨ ਕਰੋ, ਤੌਹੀਦ ਤੇ ਯਕੀਨ ਕਰੋ ਪਹਿਲੇ, ਫਸਟ ਆਫ ਆਲ। ਉਹ ਤੇ ਸਭ ਮੁਸਲਮਾਨਾਂ ਦਾ ਯਕੀਨ ਹੈ। ਤੇ ਫਿਰ ਉਹਦੇ ਤੋਂ ਬਾਅਦ ਇਮਾਮਤ ਦਾ ਸਵਾਲ ਹੋਏਗਾ। ਤੁਸੀਂ ਪਹਿਲੇ ਨਬੂਵਤ ਦੇ ਉੱਤੇ ਕੰਟਰਾਡਿਕਸ਼ਨ ਰੱਖਦੇ ਹੋ, ਇਮਾਮਤ ਦੇ ਬਾਅਦ ਦਾ ਮਸਲਾ ਹੈ।
ਯਾਨੀ ਕਿ ਇਮਾਮਤ ਜਿਹੜੀ ਹੈ ਉਹ ਨਬੂਵਤ ਦੇ ਅੰਡਰ ਹੈਗੀ ਹੈ ਔਰ ਨਬੂਵਤ ਤੋਂ ਹੇਠਾਂ ਹੈ, ਉਹਦਾ ਮੁਕਾਮ ਨਬੂਵਤ ਦਾ ਆਪ ਜ਼ਿਆਦਾ ਵੱਡਾ ਸੱਲਮ ਦਾ ਮੁਕਾਮ ਹੈ। ਮਕਾਮ तमाम ਆਇਮਾ ਤੋਂ ਬੁਲੰਦ ਹੈ, ਇਮਾਮ ਅੰਬੀਆ ਨੇ। ਠੀਕ ਹੈ, ਔਰ ਬਾਕੀ ਜਿਹੜੇ ਇਮਾਮ ਨੇ ਉਹਨਾਂ ਦਾ ਮੁਕਾਮ ਬਾਕੀ ਨਬੀਆਂ ਤੋਂ। ਭਾਈ ਹਜ਼ਰਤ ਈਸਾ अलैहिस्सलाम ਆਉਣਗੇ, ਇਮਾਮ ਮਹਿਦੀ अलैहिस्सलाम ਦੇ ਪਿੱਛੇ ਨਮਾਜ਼ ਪੜ੍ਹਨਗੇ ਕਿ ਨਹੀਂ ਪੜ੍ਹਨਗੇ? ਅਗਰ ਮਿਰਜ਼ਾ ਸਾਹਿਬ ਤੁਹਾਡਾ ਨੇ ਅਕੀਦਾ ਹੈਗਾ? ਅਗਰ ਮਿਰਜ਼ਾ ਸਾਹਿਬ ਨੂੰ ਈਸਾ ਸਮਝੋਗੇ ਤੇ ਇਮਾਮ ਮਹਿਦੀ ਦੇ ਪਿੱਛੇ ਨਮਾਜ਼ ਦਿਖਾਉਣੀ ਤੁਹਾਡਾ ਫਰਜ਼ ਹੈ। ਅੱਛਾ, ਯਾਨੀ ਕਿ ਇਮਾਮ ਜਿਹੜੇ ਨੇ ਉਹ ਅਫਜ਼ਲ ਨੇ ਔਰ ਨਬੀ ਭਾਈ ਮੈਂ ਬਾਕੀ ਗੱਲ ਸਭ ਕਰਦਾ ਨਬੀ ਜਿਹੜੇ ਇਮਾਮ ਨੇ ਦੀ ਨਾ ਉਹ ਇਮਾਮ ਤੋਂ ਅਫਜ਼ਲੀਅਤ ਤੇ ਹੇਠਾਂ। ਬਾਅਦ ਦਾ ਮਸਲਾ ਹੈ, ਪਹਿਲੇ ਨਬੂਵਤ ਦਾ ਤੇ ਮਸਲਾ ਕਲੀਅਰ ਕਰੋ ਨਾ। ਨਬੂਵਤ ਦਾ ਮਸਲਾ ਕਲੀਅਰ ਹੈ। ਨਬੂਵਤ ਦਾ ਮਸਲਾ ਕੀ ਮਸਲਾ ਹੈਗਾ? ਆਖਰੀ ਨਬੀ ਮੰਨਦੇ ਹੋ ਆਪ ਸੱਲੱਲਾਹੁ ਅਲੈहि ਵਸੱਲਮ ਨੂੰ? ਜੀ ਆਖਰੀ ਨਬੀ ਨੇ। ਤੇ ਮਿਰਜ਼ਾ ਸਾਹਿਬ ਨੂੰ ਕੀ ਤਸਲੀਮ ਕਰਦੇ ਹੋ? ਮਿਰਜ਼ਾ ਸਾਹਿਬ ਦੀ ਗੱਲ ਵੀ ਕਰ ਲੈਣੇ ਆ। तो फिर बुनियादी अपना तो तनाज़ा ते अपना बुनियादी नबूवत है ना। ਬਾਕੀ ਮੁਸਲਮਾਨਾਂ ਨਾਲ ਤੁਹਾਡਾ ਕੀ ਤਨਾਜ਼ਾ ਹੈਗਾ ਫਿਰ? बाकी मुसलमाना नाल रहन देना तू बाकी मुसलमाना अच्छा, अस्सलाम वालेकुम। बाकी मुसलमाना दे तनाज़ात तेरी बू अली जिम्मेदारी भाई, है। बू अली भाई एक सेकंड। वाटर साहब अकीदा इमामत सिर्फ एक फिका ਦੇ ਵਿੱਚ ਪਾਇਆ ਜਾਂਦਾ ਹੈ, ਮਸਲਕ ਸ਼ੀਆ ਹੈ। ਤੁਸੀਂ ਇਸ ਤਰ੍ਹਾਂ ਕਰੋ, ਮਿਰਜ਼ਾ ਸਾਹਿਬ ਨੂੰ ਛੱਡ ਕੇ ਨਾ ਸ਼ੀਆ ਨਾ ਹੋਵੋ, ਤੁਸੀਂ ਸੁੰਨੀ ਹੋ ਜਾਓਗੇ ਅਗਰ ਜੇ ਤੁਹਾਨੂੰ ਅਕੀਦਾ ਇਮਾਮਤ ਤੇ ਇਖਤਲਾਫ ਹੈ ਤੇ। ਫਿਰ ਮੈਨੂੰ ਅਕੀਦਾ ਹੈ ਕਿ ਮੁਹੰਮਦ ਤੇ ਵੀ ਇਖਤਲਾਫ ਨਹੀਂ, ਮੈਨੂੰ ਸ਼ੀਆ ਸੁੰਨੀ ਤੇ ਵੀ ਇਖਤਲਾਫ ਨਹੀਂ, ਮੈਨੂੰ ਅਹਿਮਦੀ ਤੇ ਵੀ ਇਖਤਲਾਫ ਨਹੀਂ। ਗੱਲ ਦਰਅਸਲ ਇਹ ਹੈਗੀ ਕਿ ਤੁਸੀਂ ਛੁਪਾ ਕਿਉਂ ਰਹੇ ਹੋ ਸਾਰੀਆਂ ਚੀਜ਼ਾਂ? ਕੌਣ ਛੁਪਾ ਰਿਹਾ? ਤੁਸੀਂ ਛੁਪਾ ਰਹੇ ਹੋ ਕਿਉਂਕਿ ਇਹ ਭਾਈ ਦੇ ਮੂੰਹੋਂ ਨਿਕਲ ਗਿਆ ਹੈ ਕਿ ਹਜ਼ਰਤ ਇਮਾਮ ਮਹਿਦੀ ਜਿਹੜੇ ਹੈਗੇ ਨੇ ਉਹਨਾਂ ਦਾ ਮੁਕਾਮ ਹਜ਼ਰਤ ਈਸਾ ਤੋਂ ਵੀ ਉੱਤੇ ਹੈਗਾ। ਵਾਟਰ ਸਾਹਿਬ ਤੁਹਾਨੂੰ ਗਲਤੀ ਵੀ ਲੱਗਦੀ ਹੈ। ਅਸਲ ਗੱਲ ਦਾ ਮਤਲਬ ਹੈ ਕਹਿਣ ਦਾ ਕਿ ਜਿਸ ਤਰ੍ਹਾਂ ਅਹਿਲੇ ਸੁਨਨਤ ਦੇ ਵਿੱਚ ਇਖਤਲਾਫਾਤ ਨੇ, ਕਈ ਲੋਕ ਅਹਿਲੇ ਸੁਨਨਤ ਕਹਿਲਵਾਨ ਵਾਲੇ ਖੁਦ ਨੂੰ ਉਹ ਗੁੰਮਰਾਹੀ ਵੱਲ ਗਏ ਨੇ ਔਰ ਉਹ ਮੁਖਰਜ ਮਿਨਲ ਮਿੱਲਾ ਹੋ ਗਏ ਨੇ। ਜਿਸ ਤਰ੍ਹਾਂ ਮਿਰਜ਼ਾ ਸਾਹਿਬ ਵੀ ਤੇ ਅਹਿਲੇ ਸੁਨਨਤ ਚੋਂ ਨਿਕਲੇ ਸਨ ਨਾ, ਮੁਸਲਮਾਨਾਂ ਚੋਂ ਨਿਕਲੇ ਔਰ ਮੁਸਲਮਾਨਾਂ ਦੇ ਕਿਹੜੇ ਹਿੱਸੇ ਚੋਂ ਨਿਕਲੇ? ਸੁन्नी ਮੁਸਲਮਾਨਾਂ ਚੋਂ ਨਿਕਲੇ, ਸ਼ੀਆ ਚ ਨਹੀਂ ਸਨ ਨਾ। ਐਸੇ ਤਰ੍ਹਾਂ ਅਹਿਲੇ ਤਸ਼ੀਯੁ ਦੇ ਅੰਦਰ ਵੀ ਸ਼ਦੀਦ ਕਈ ਐਸੇ ਮੁਤੱਸਬ ਗਰੋਹ ਵੀ ਹੈ ਨੇ ਜਿਹੜੇ ਸੈਯਦਨਾ ਅਲੀ ਨੂੰ ਉਹ ਖੁਦਾ ਤੱਕ ਮੰਨਣ ਵਾਲੇ ਨੇ, ਉਹਨਾਂ ਨੂੰ ਖੁਦ ਸ਼ੀਆ ਜਿਹੜੇ ਨੇ ਉਹ ਵੀ ਸ਼ੀਆ ਨਹੀਂ ਮੰਨਦੇ ਆ। ਤੇ ਇਹਨਾਂ ਦੇ ਦਰਮਿਆਨ ਇੱਕ ਮਤਨਾਜ਼ਾ ਫੀ ਮਸਲਾ ਹੈ ਤੇ ਉਹ ਉਹਨਾਂ ਦਾ ਘਰ ਦਾ ਮਸਲਾ, ਸਾਨੂੰ ਉਹਦੇ ਨਾਲ ਕੀ ਕਰਦਾ? ਘਰ ਦਾ ਮਸਲਾ ਨਹੀਂ ਹੁੰਦਾ ਸਰ, ਇਮਾਨ ਦਾ ਮਸਲਾ ਹੈ, ਸਭ ਦਾ ਮਸਲਾ ਹੈਗਾ। ਅਬ ਇੱਕ ਬੰਦਾ ਕਹਿ ਰਿਹਾ ਹੈ ਕਿ ਉਹਨਾਂ ਦਾ ਮਸਲਾ ਕਿੱਥੇ ਹੋ ਗਿਆ? ਤੁਸੀਂ ਕਹਿੰਦੇ ਹੋ ਕਿ ਤੁਹਾਡੇ ਹਜ਼ਰਤ ਈਸਾ ਨੇ ਆਣਾ, ਉਹ ਕਹਿੰਦੇ ਨੇ ਕਿ ਹਜ਼ਰਤ ਈਸਾ ਜਿਹੜੇ ਨੇ ਉਹ ਇਮਾਮ ਮਹਿਦੀ ਤੋਂ ਹੇਠਾਂ ਹੈਗਾ ਉਹਨਾਂ ਦਾ ਰੁਤਬਾ, ਕਿਉਂਕਿ ਹਜ਼ਰਤ ਇਮਾਮ ਮਹਿਦੀ ਨਮਾਜ਼ ਪੜ੍ਹਾਉਣਗੇ ਔਰ ਹਜ਼ਰਤ ਈਸਾ ਪਿੱਛੇ ਨਮਾਜ਼ ਪੜ੍ਹਨਗੇ। ਆਏ ਬਿਲਕੁਲ ਤੇ ਨਬੀ ਪਾਕ ਦੀ ਹਦੀਸ ਹੈ ਨਾ ਕਿ ਮਹਦੀ ਦੇ ਪਿੱਛੇ ਈਸਾ अलैहिस्सलाम ਨਮਾਜ਼ ਪੜ੍ਹਨਗੇ ਤੇ ਇਮਾਮ ਮਹਦੀ ਉਹਨਾਂ ਦੇ ਇਮਾਮ ਹੋਣਗੇ। ਕਿਉਂ? ਫਿਰ ਤਾਂ ਯਾਨੀ ਕਿ ਹਜ਼ਰਤ ਈਸਾ ਜਿਹੜੇ ਹੈਗੇ ਨੇ ਉਹਨਾਂ ਦਾ ਮੁਕਾਮ ਤੇ ਪਿੱਛੇ ਹੋ ਗਿਆ। ਇਹ ਤੁਸੀਂ ਆਪਣੇ ਕੋਲੋਂ ਪੇ ਫਰਜ਼ ਕਰਦੇ ਹੋ ਨਾ, ਇਹ ਗੱਲਾਂ ਤੇ ਤੁਹਾਡੀਆਂ ਆਪਣੀਆਂ ਜ਼ਾਤੀ ਨੇ ਨਾ। ਚਲੋ ਫਿਰ ਇਹ ਦੱਸ ਦੇਣ, ਇਹਨਾਂ ਨੇ ਖੁਦ ਕਿਹਾ ਹੈ, ਇਹਨਾਂ ਨੇ ਮਿਸਾਲ ਦਿੱਤੀ ਹੈ ਮੈਨੂੰ ਕਿ ਤੂੰ ਦੇਖ ਲੈ ਕਿ ਇਮਾਮ ਮਹਿਦੀ ਨਮਾਜ਼ ਪੜ੍ਹਾਉਣਗੇ ਨਾ, ਹਜ਼ਰਤ ਈਸਾ ਤੇ ਨਹੀਂ ਨਾ ਪੜ੍ਹਾਉਣਗੇ। ਇਸ ਕਰਕੇ ਇਹ ਸਮਝਦੇ ਨੇ ਉਹਦੇ ਵਿੱਚ ਇਮਾਮ ਆਖਰੀ ਇਮਾਮ ਵੀ ਜਿਹੜਾ ਹੈਗਾ ਨਾ ਇਹਨਾਂ ਦਾ, ਉਹਦਾ ਮੁਕਾਮ ਵੀ ਹਜ਼ਰਤ ਈਸਾ ਤੋਂ ਉੱਤੇ ਹੈਗਾ। ਇਹ ਸਮਝਦੇ ਨੇ, ਇਹਨਾਂ ਦਾ ਈਮਾਨ ਹੈ। ਬਾਟਰ ਸਾਹਿਬ ਮੇਰਾ ਸਵਾਲ ਕਰਨ ਦਾ ਮਕਸਦ ਹੈ ਕਿ ਅਗਰ ਤੁਸੀਂ ਮਸਲਨ ਕਿ ਅਹਿਮਦੀ ਗਰੋਹ ਦੇ ਹੋ, ਤੁਹਾਨੂੰ ਪਤਾ ਹੈ ਕਿ ਮਿਰਜ਼ਾ ਸਾਹਿਬ ਦਾ ਦਾਵਾ ਜੋ ਦਾਵਾਜਾਤ ਨੇ, ਅਗਰ ਤੇ ਉਹ ਹਜ਼ਰਤ ਈਸਾ ਦੀ ਮਿਸਲ ਬਣ ਰਹੇ ਨੇ ਤੇ ਇਮਾਮ ਮਹਿਦੀ ਦੇ ਪਿੱਛੇ ਨਮਾਜ਼ ਤੇ ਦਿਖਾਓ ਨਾ। ਹਜ਼ਰਤ ਈਸਾ ਦੇ ਮਿਸਲ ਬਣ ਰਹੇ ਨੇ ਤੇ ਇਮਾਮ ਮਹਿਦੀ ਦੇ ਪਿੱਛੇ ਨਮਾਜ਼ ਦਿਖਾਓ। ਹਾਂਜੀ, ਅਗਰ ਕੋਈ ਆਪਣੇ ਆਪ ਨੂੰ ਉਹ ਸਮਝ ਰਹੇ ਨੇ ਕਿ ਮੈਂ ਈਸਾ ਦੀ ਸ਼ਕਲ ਹਾਂ, ਯਾਨੀ ਕਿ ਮੈਂ ਹੀ ਈਸਾ ਵਾਂ ਕਿ ਜਿੱਦਾਂ ਨਬੀ ਸੱਲੱਲਾਹੁ ਅਲੈहि ਵਸੱਲਮ ਨੇ ਹਦੀਸ 'ਚ ਵਾਅਦਾ ਕੀਤਾ ਸੀ, ਤਾਂ ਫਿਰ ਦੂਸਰੀ ਸਾਨੂੰ ਹਦੀਸ ਮਿਲਦੀ ਕਿ ਉਹ ਇਮਾਮ ਮਹਿਦੀ ਦੇ ਪਿੱਛੇ ਨਮਾਜ਼ ਪੜ੍ਹਨ। ਮਿਰਜ਼ਾ ਸਾਹਿਬ ਵੀ ਹਦੀਸ ਮੰਨੀ ਹੈ। ਮਿਰਜ਼ਾ ਸਾਹਿਬ ਨੂੰ ਕਿਸੇ ਬੰਦੇ ਪੁੱਛਿਆ ਕਿ ਤੁਸੀਂ ਆਪ ਕਿਉਂ ਨਹੀਂ ਇਮਾਮਤ ਕਰਾਉਂਦੇ, ਤੇ ਮਿਰਜ਼ਾ ਸਾਹਿਬ ਨੇ ਆਖਿਆ ਬਈ ਹਦੀਸੋਂ में आता है कि मसीह औरों के पीछे नमाज पढ़ेगा। ये नहीं दसिया महदी के पीछे, जान के गल गोल की थी। हदीसों में आता है कि मसीह दूसरों के पीछे नमाज पढ़ेगा, मैं इस गले दूजे के पीछे नमाज पढ़ना। सच्ची गल नहीं जो अबू हनीफा भाई गल कहणगे वो ਤੁਹਾਨੂੰ ਕਾਬਲੇ ਕਬੂਲ ਹੋਏਗੀ? ਤੁਸੀਂ ਮੈਨੂੰ ਇਹ ਦੱਸੋ, ਬੀਇੰਗ ਸੁੰਨੀ ਮੁਸਲਮਾਨ ਤੁਹਾਨੂੰ ਵਾਟਰ ਸਾਹਿਬ ਸੁੰਨੀ ਸ਼ੀਆ ਦਾ ਰੌਲਾ ਨਹੀਂ ਹੈਗਾ। ਤੁਸੀਂ ਫਜ਼ਾਇਲ ਤੇ ਗੱਲ ਕੀਤੀ ਸੀ, ਫਜ਼ਾਇਲ ਬਾਦ ਅਜ਼ ਨਬੂਵਤ ਨੇ ਆਇਮਾਂ ਦੀ ਹਸੀਅਤ
ਅਸੀਂ ਆਖਰ ਨਬੀ ਸੱਲੱਲਾਹੁ ਅਲੈहि ਵਸੱਲਮ ਨਾਲੋਂ ਕਿਸੇ ਸੂਰਤ 'ਚ ਬੁਲੰਦ ਨਹੀਂ ਸਮਝ ਸਕਦੇ, ਵਰਨਾ ਬਿਲਕੁਲ ਅਸੀਂ ਠੀਕ ਹੋ ਇਸਲਾਮ ਗਿਆ। ਚੋਂ ਖਾਰਿਜ ਹੋ ਤੁਸੀਂ ਜਾਵਾਂਗੇ। ਸਿਰਫ ਇੱਕ ਨਬੀ ਤੋਂ ਹੇਠਾਂ ਸਮਝਦੇ ਹੋ ਆਪਣੇ ਇਮਾਮਾਂ ਨੂੰ, ਮੈਂ ਲੇਕਿਨ ਗੱਲ ਬਾਕੀ ਸਭ ਕਰਦਾ ਨਬੀਆਂ ਕਿ ਤੋਂ ਉੱਤੇ ਸਮਝਦੇ ਹੋ ਕਿ ਨਹੀਂ ਸਮਝਦੇ? ਮੈਂ ਤੁਹਾਨੂੰ ਕਰਦਾ ਕਿ ਫਜ਼ਾਇਲ ਇਮਾਮਤ ਦੇ ਜਿਹੜੇ ਮਸਾਇਲ ਨੇ ਉਹ ਬਾਅਦ ਅਜ਼ ਨਬੂਵਤ ਨੇ। ਪਹਿਲੇ ਨਬੀ ਤੇ ਇਤਿਹਾਦ ਕਰੋ ਨਾ, ਕਿਹਾ ਕਿ ਤੁਸੀਂ ਆਖਰ ਨਬੀ ਤੇ ਯਕੀਨ ਮੁਕੰਮਲ ਕਰੋ ਬਤੌਰ ਮੁਸਲਮਾਨ। ਅਗਰ ਤੁਸੀਂ ਫਜ਼ਾਇਲ ਇਮਾਮਤ ਨੂੰ ਨਹੀਂ ਤਸਲੀਮ ਕਰਨਾ, ਅਹਿਲੇ ਸੁन्नत ਹੋ ਜਾਓ, ਅਹਿਲੇ ਹਦੀਸ ਹੋ ਜਾਓ, ਕਮ ਸੇ ਕਮ ਨਬੂਵਤ ਤੱਕ ਤੇ ਤੁਸੀਂ ਤੁਹਾਡਾ ਮੈਨੂੰ ਆਫਰ ਨਹੀਂ ਦੇ ਅਕੀਦਾ ਸਕਦੇ ਦਰੁਸਤ ਹੋਵੇ ਨਾ। ਸਰ, ਤੁਸੀਂ ਮੈਨੂੰ ਆਫਰ ਨਹੀਂ ਦੇ ਸਕਦੇ। ਤੁਸੀਂ ਮੈਨੂੰ ਇਹ ਨਹੀਂ ਕਹਿ ਸਕਦੇ ਕਿ ਤੂੰ ਜੈਕਟ ਨਹੀਂ ਲੈਣੀ ਤੇ ਸਵੈਟਰ ਲੈ ਲੈ, ਸਵੈਟਰ ਨਹੀਂ ਲੈਣਾ ਤੇ ਮੋਟੀ ਬਨਿਆਨ ਲੈ ਲੈ। ਮੈਨੂੰ ਇਹ ਆਫਰਾਂ ਨਾ ਕਰਾਓ। ਮੈਂ ਕਿਹਾ ਕਿ ਵਾਡਾ ਸਾਹਿਬ, ਅਗਰ ਬੋਲੀ ਤੁਹਾਡਾ ਸਰ, ਸਿਰਫ ਇਸ਼ੂ ਬੋਲੀ ਭਾਈ। ਫਜ਼ਾਇਲ ਇਮਾਮਤ ਦੀ ਵਜ੍ਹਾ ਤੋਂ ਇਸਲਾਮ 'ਚ ਦਾਖਲੇ ਤੋਂ ਰੁਕਿਆ ਹੈ ਤੇ ਇਹ ਕੋਈ ਐਡਾ ਇਸ਼ੂ ਨਹੀਂ ਹੈ। ਤੁਸੀਂ ਸੱਚ ਨਹੀਂ ਖੁੱਲ ਕੇ ਬੋਲ ਰਹੇ। ਖੁੱਲ ਕੇ ਗੱਲ ਕਰੋ ਕਿ ਤੁਸੀਂ ਇਹ ਮੰਨਦੇ ਹੋ ਕਿ ਸਵਾਏ ਰਸੂਲੇ ਪਾਕ ਦੇ ਸਭ ਨਬੀ ਇਮਾਮਾਂ ਤੋਂ ਹੇਠਾਂ ਨੇ। ਤੁਸੀਂ ਇਹ ਗੱਲ ਮੰਨੋ ਪਹਿਲਾਂ। ਆਏ ਹਾਏ ਹਾਏ, ਸਾਡੇ ਜੀ ਦੇ ਚਾਰ ਇਸ ਤਰ੍ਹਾਂ ਦੀ ਕੋਈ ਗੱਲ ਉਹਨਾਂ ਨੇ ਮੁਸਲਮਾਨਾਂ 'ਚ ਲਿਖੀ ਹੈ ਤੇ ਉਹ ਲੈ ਆਵੋ ਪਹਿਲਾਂ, ਤੇ ਤਹਿਰੀਰ ਲੈ ਆਵੋ, ਉਹਦੀ ਹਵਾਲਾ ਲੈ ਆਵੋ। ਸਰ, ਉਹ ਬੰਦਾ ਜਿਹੜਾ ਸਾਹਮਣੇ ਹੈਗਾ, ਸਾਨੂੰ ਤਹਿਰੀਰ ਵਾਲੇ ਦੀ ਕੀ ਜ਼ਰੂਰਤ ਹੈ? ਉਹ ਹਲੇ ਤਸ਼ਰੀਫ ਬੰਦਾ ਬੈਠੇ ਆ ਸਾਡੇ ਸਾਹਮਣੇ। ਉਹ ਤਾਂ ਤੁਹਾਨੂੰ ਬਾਰ-ਬਾਰ ਕਹਿਣ ਲੱਗੇ ਨੇ ਕਿ ਨਬੂਵਤ ਤੋਂ ਬਾਅਦ ਹੈ ਇਮਾਮਤ, ਨਬੂਵਤ ਤੋਂ ਬਾਅਦ ਹੈ ਇਮਾਮਤ, ਇਮਾਮਤ ਦਾ ਉਹ ਮਸਲਾ। ਸਿਰਫ ਇਮਾਮਤ ਨਬੀ ਕਰੀਮ ਸੱਲੱਲਾਹੁ ਅਲੈਹਿ ਤਸ਼ਰੀਹ। ਵਸੱਲਮ ਦਾ ਕਹਿ ਰਹੇ ਨੇ, ਬਾਕੀ ਉਹ ਕਹਿ ਰਹੇ ਨੇ ਕਿ ਹਜ਼ਰਤ ਈਸਾ ਵੀ ਇਮਾਮ ਮਹਿਦੀ ਤੋਂ ਹੇਠਾਂ ਨੇ। ਇਮਾਮਤ ਇਹ ਦਾ ਨਹੀਂ ਉਹਨਾਂ ਨੇ ਆਖਿਆ, ਤੇ ਤੁਸੀਂ ਕੋਲੋਂ ਐਵੇਂ ਉਹਨਾਂ ਦੇ ਮਸਲੇ ਇਲਜ਼ਾਮ ਆ। ਚਲਨੇ ਆ। ਖੋਲੋ ਜੀ ਮਾਈਕ, ਅਬੂ ਅਲੀ ਸਾਹਿਬ ਮਾਈਕ ਖੋਲੋ ਜ਼ਰਾ। ਓਕੇ ਵਾਟਰ ਸਾਹਿਬ ਇਹ ਦੇਖੋ, ਇਹ ਸਹੀ ਮੁਸਲਮ ਦੀ, ਇਹ ਸਹੀ ਮੁਸਲਮ ਦੀਆਂ ਰਵਾਇਤਾਂ ਨੇ। ਹੋਰ ਵੀ ਮੁਖਤਲਫ ਸੀ ਸਰ, ਬੇਸ਼ੱਕ ਆਪਣੀ ਹਜ਼ਰਤ ਅਲੀ ਵਾਲੀਆਂ ਰਵਾਇਤਾਂ ਲੈ ਆਓ, ਤੁਸੀਂ ਮੈਨੂੰ ਬਸ ਸਵਾਲ ਦਾ ਜਵਾਬ ਦਿਓ। ਮੈਂ ਬਾਤ ਇਹ ਗੱਲ ਕਰ ਰਿਹਾ ਕਿ ਇਹ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦਾ ਫਰਮਾਨ, ਕਿਸੇ ਦਾ ਕੋਈ ਦਰਜਾ ਅਸੀਂ ਆਪ ਬੁਲੰਦ ਨਹੀਂ ਕਰ ਸਕਦੇ ਔਰ ਨਾ ਕਰਨਾ ਚਾਹੀਦਾ। ਇਹ ਦੇਖੋ ਠੀਕ ਹੈ, ਤੇ ਫਿਰ ठीक है, ਦੱਸ ਵੀ जो ਦਿਓ। नबी करीम सल्लल्लाहु अलैहि वसल्लम का फरमान है, जो नज़ल ईसा इब्न मरियम फयकूलु अमीरुहुम ताला सल्लल्लाहु फयकूलु ला इन बाज़ुकुम अला बाज़ि अमरा तकर्रमातिल्लाह हाज़िल आइमा। इस हदीस दे विच ईसा बिन मरियम नाज़िल होंगे तो मुसलमानों का अमीर इमाम मेहदी कहेंगे आइए हमें नमाज पढ़ाइए। ईसा कहेंगे नहीं, अबू तुम अली में से भाई बाज पर अमीर हैं, ये अल्लाह की तरफ से इस उम्मत की इज्जत है। ਪਲੀਜ਼ ਇੱਕ ਮਿੰਟ ਨਾ, ਤੁਸੀਂ ਇਸ ਚੀਜ਼ ਦੇ ਉੱਤੇ ਦਲਾਇਲ ਨਹੀਂ ਦੇਣੇ। ਫਸਟ ਆਫ ਆਲ ਇਸ ਚੀਜ਼ ਤੋਂ ਕਾਇਲ ਕਰੋ ਕਿ ਤੁਸੀਂ, ਅਗਰ ਇਹ ਤਾਂ ਸਾਡਾ ਇੱਕ ਫਰੂਹੀ ਮਸਲਾ ਹੈ ਕਿ ਮੈਨੂੰ ਕੋਈ ਅਮਰ ਭਾਈ ਪੁੱਛਣ ਤੇ ਮੈਂ ਇਹਦਾ ਜਵਾਬ ਦਿਆਂਗਾ, ਮੈਨੂੰ ਬੂ ਵਾਲੀ ਪੁੱਛੇ। ਹਾਂ, ਅਲਬੱਤਾ ਤੁਸੀਂ ਮੇਰੇ ਕੋਲ ਇਹ ਪੁੱਛ ਸਕਦੇ ਹੋ ਕਿ ਤੂੰ ਇਹ ਦੱਸ ਕਿ ਨਬੂਵਤ ਜਾਰੀ ਹੈ ਕਿ ਨਹੀਂ ਜਾਰੀ, ਤੂੰ ਹਤਮ ਨਬੂਵਤ ਤੇ ਕਿਵੇਂ ਯਕੀਨ ਕਰਨਾ ਹੈ, ਤੂੰ ਹਜ਼ਰਤ ਈਸਾ ਅਲੈਹਿਸਲਾਮ ਨੂੰ ਵਾਪਸ ਆਉਣਾ ਮੰਨਣਾ ਹੈ। ਉਹ ਤੁਹਾਡਾ ਮੇਰਾ ਇੱਕ ਇਸ਼ੂ। ਇਹ ਸਵਾਲ ਮੇਰੇ ਕੋਲੋਂ ਪੁੱਛ ਸਕਦਾ ਕੋਈ ਮੇਰਾ ਮਸਲਕ ਦੇ ਮੁਤਾਬਕ, ਯਾਨੀ ਕਿ ਜਿਹੜਾ ਮੁਸਲਮਾਨ ਹੈ ਵੇ, ਜਿਵੇਂ ਆਮਰ ਭਾਈ ਨੇ ਜਾਂ ਜਿਵੇਂ ਅਬੂ ਬਕਰ ਮੀਰ ਹੈ। ਹੁਣ ਮਾਸ਼ਾਅੱਲਾ ਹੁਣ ਸਾਕੀ ਵੀ ਹੈ, ਸਾਕੀ ਵੀ ਪੁੱਛ ਸਕਦਾ ਕਿ ਮੁਹੰਮਦ ਨੂੰ ਤੂੰ ਕਿਸ ਤਰ੍ਹਾਂ ਮੰਨਣਾ ਹੈ। ਔਰ ਵੱਲਾ ਲਜ਼ੀਮ ਮੇਰੇ ਕੋਲ ਐਸੇ ਦਲਾਇਲ ਹੈ। ਮੈਂ देखो, इमामत दा मसला, इमामत दा बाद दस नबूवत है। अगर नबूवत है तो साडा इतफाक हो जाए तो उनके तो बाद इमामत आएगी। बेशक फजाइल इमामत तस्लीम करो ना करो, इनका कोई एडा इशू नहीं। ਹੋ ਜਾਂਦਾ ਹੈ, ਇਤਫਾਕ ਹੋ ਜਾਂਦਾ। ਮਿਰਜ਼ਾ ਸਾਹਿਬ ਨੂੰ ਯਾਰ, ਮਿਰਜ਼ਾ ਸਾਹਿਬ ਨੂੰ ਉਹ ਫਾਰਗ ਕਰ ਦਿੰਦੇ ਨੇ ਤੇ ਕਜ਼ਾਬ ਕਰਾਰ ਦੇ ਦਿੰਦੇ ਨੇ, ਤੇ ਇਸਲਾਮ ਦੇ ਵਿੱਚ ਆ ਕੇ ਤੇ ਡਿਸਕਸ ਕਰ ਲੈਂਦੇ ਨੇ ਬਈ ਇਮਾਮ ਅਫਜ਼ਲ ਹੁੰਦਾ ਹੈ ਜਾਂ ਉਹਨਾਂ ਦੀ ਫਜ਼ੀਲਤ ਕਿੰਨੀ ਕੁ ਹੋਏ, ਨਬੀਆਂ ਤੋਂ ਵੱਧ ਕੇ ਬਈ ਜਾਂ ਘੱਟ ਕੇ ਬਈ, ਇਹ ਉਹ ਆ ਕੇ ਡਿਸਕਸ ਕਰ ਲੈਣਗੇ। ਨਜਫ ਭਾਈ, ਇਹ ਆਮਿਰ ਸਾਹਿਬ ਪਰਸੋਂ ਕਹਿ ਰਹੇ ਸਨ ਕਿ ਮੈਂ ਜਨਾਬ ਆਪਣੇ ਗੁੱਜਰ ਭਾਈ ਨੂੰ ਬਚਾਉਣ ਲਈ ਨਾ ਕੋਈ ਤੇ ਹੁਣ ਮੈਨੂੰ ਫਾਰਮੂਲਾ ਲਾਣਾ ਹੀ ਪਏਗਾ, ਠੀਕ ਹੈ ਨਾ, ਯੂਸਫੀ ਨੂੰ ਬਚਾਉਣ ਲਈ। ਇਹ ਗੱਲ ਕਰ ਰਹੇ ਸਨ ਔਰ ਆ ਕੇ ਇਹਨਾਂ ਨੇ ਨਾ ਇਹ ਫਾਰਮੂਲਾ ਦਿੱਤਾ ਹੈ ਕਿ ਮੈਂ ਤੇ ਇਹ ਸਮਝ ਰਿਹਾ ਸਾਂ ਕਿ ਤੁਸੀਂ ਕਿਤਾਬ ਇਮਾਮਤ ਔਰ ਜਿਹੜੇ ਉਹਨੂੰ ਇਮਾਮ ਸਮਝ ਰਹੇ ਹੋ। ਇਮਾਮਤ ਸਭ ਤੋਂ ਅਫਜ਼ਲ, ਔਰ ਜਿਹੜੀ ਇਹਨਾਂ ਤਸ਼ਰੀਹ ਕੀਤੀ ਹੈ ਉਸ ਤਸ਼ਰੀਹ ਦੇ ਨਾਲ ਮੈਂ ਬਿਲਕੁਲ ਮੈਂ ਉਹਨਾਂ ਦੇ ਨਾਲ ਮੁਤਫਿਕ। ਇਹ ਤੁਸੀਂ ਆਪਣੀ ਬਚਾਣਾ ਤਸ਼ਰੀਹ ਦੱਸ ਦਿਓ, ਮੈਂ ਆਰਾਮ ਨਾਲ ਚਲਾ ਜਾਵਾਂਗਾ, ਮੈਂ ਕੋਈ ਇਤਰਾਜ਼ ਨਹੀਂ ਕਰਾਂਗਾ, ਮੈਂ ਤੁਹਾਡੇ ਤੇ ਕੋਈ ਟੌਂਟ ਨਹੀਂ ਕਰਾਂਗਾ, ਕੋਈ ਮਜ਼ਾਕ ਨਹੀਂ ਉਡਾਵਾਂਗਾ। ਕਾਹਦੀ ਤਸ਼ਰੀਹ ਪੁੱਛਣਾ ਚਾਹੁੰਦੇ ਹੋ ਤੁਸੀਂ? ਐ ਸਰ ਤੁਸੀਂ ਤੇ ਹੁਣ ਹਟ ਜਾਓ ਕਿਉਂਕਿ ਤੁਸੀਂ ਬਿਲਕੁਲ ਸਹੀ ਨਹੀਂ ਦੱਸ ਸਕਿਆ। ਨਜਫ ਅਬਾਸ ਸਾਹਿਬ, ਤੁਸੀਂ ਸ਼ੀਆ ਹੈਗੇ ਹੋ, ਹੁਣ ਤੁਸੀਂ ਦੱਸੋ ਕਿ ਤੁਹਾਡਾ ਇਮਾਮਾਂ ਦਾ ਰੁਤਬਾ ਜਿਹੜਾ ਹੈਗਾ ਨਬੀਆਂ ਤੋਂ ਉੱਤੇ ਹੈਗਾ ਕਿ ਨਹੀਂ ਹੈਗਾ। ਹੁਣ ਇਹ ਕੋਈ ਗੱਲ ਹੈ ਕਰਨ ਵਾਲੀ? ਤੁਸੀਂ ਆ ਕੇ ਕਿਸੇ ਸੁੰਨੀ ਨੂੰ ਅਗਰ ਪੁੱਛਦੇ ਹੋ
ਕਿ ਦੱਸੋ ਵੀ ਰਫਾ ਯਦੈਨ ਕਰਨੀ ਚਾਹੀਦੀ ਕਿ ਨਹੀਂ ਕਰਨੀ ਚਾਹੀਦੀ, ਦੂਜਾ ਉਹਦੇ ਨਾਲ ਇਖਤਲਾਫ ਕਰਦਾ ਆਮੀਨ ਉੱਚੀ ਆਖਣੀ ਚਾਹੀਦੀ ਕਿ ਨਹੀਂ ਆਖਣੀ ਚਾਹੀਦੀ। ਜਿਹੜੇ ਇਮਾਮ ਆਜ਼ਮ ਨੇ ਉਹ ਇਮਾਮ ਅਬੂ ਹਨੀਫਾ ਨੇ ਕਿ ਉਹ ਦੂਜੇ ਇਮਾਮ ਨੇ। ਇਹ ਤੇ ਮੁਸਲਮਾਨਾਂ ਦੇ ਅੰਦਰ ਦੇ ਮਸਾਇਲ ਨੇ, ਤੁਹਾਡਾ ਇਹਦੇ ਨਾਲ ਕੀ ਲੈਣ ਦੇਣ ਨੇ? ਸਰ ਤੁਸੀਂ ਵੀ ਤਾਂ ਮੁਸਲਮਾਨਾਂ ਦੇ ਅੰਦਰ ਹੀ ਲੋਕਾਂ ਨੂੰ ਬੁਲਾਉਂਦੇ ਹੋ। ਜੇ ਤੁਹਾਡੇ 'ਚ ਇੰਨੇ ਸਖਤ ਕਿਸਮ ਦੇ ਸੰਗੀਨ ਮਸਾਇਲ ਨੇ ਜੋ ਮਜ਼ਹਬ ਇਸਲਾਮ ਨੂੰ ਚੈਲੰਜ ਕਰ ਰਹੇ ਨੇ, ਮਸਲਾ ਨਹੀਂ ਤੇ ਮੈਂ ਇੱਕ ਖਜੂਰ ਤੋਂ ਡਿੱਗਾਂ ਤੇ ਦੂਸਰੀ ਖਜੂਰ 'ਚ ਅਟਕਾਂ ਜਾ ਕੇ। ਸਰ ਕੋਈ ਮਤਲਬ ਤੁਹਾਡੇ 'ਚ ਬਹੁਤ ਵੱਡੇ ਮਸਾਇਲ ਨੇ। ਇੱਥੇ ਆ ਕੇ ਜਦੋਂ ਤੁਸੀਂ ਮੇਰੀ ਸੁਣੋ ਗੱਲ, ਮਿਰਜ਼ਾ ਸਾਹਿਬ ਨੂੰ ਤੁਸੀਂ ਕਜ਼ਾਬ ਦਜਾਲ ਮੰਨ ਕੇ ਇਸਲਾਮ ਦੇ ਵਿੱਚ ਆ ਜਾਓਗੇ ਨਾ, ਤੁਸੀਂ ਮੇਰੀ ਤੇ ਬੂ ਅਲੀ ਦੀ ਬਹਿਸ ਸੁਣ ਲਿਆ ਜੇ ਬੂ ਅਲੀ ਦੇ ਦਲਾਇਲ ਅੱਛੇ ਲੱਗੇ ਤੁਸੀਂ ਉਹਨਾਂ ਨੂੰ ਫਾਲੋ ਕਰ ਲਿਆ ਜੇ, ਤੁਸੀਂ ਜੋ ਇਮਾਮਾਂ ਦੇ ਉਹ ਫਜ਼ਾਇਲ ਬਿਆਨ ਕਰਨਗੇ ਤੁਸੀਂ ਉਹਨਾਂ ਦੇ ਫਾਲੋਅਰ ਹੋ ਜਾ ਮੁਸਲਮਾਨ ਹੋ ਜਾ। ਮੇਰੇ ਨਾਲ ਮੇਰੇ ਸਰ ਤੇ ਸਿੰਘ ਲੱਗਿਆ ਹੈ ਨਜਫ ਸਾਹਿਬ ਕਿ ਮਤਲਬ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ, ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ, ਆਪ ਹੀ ਮੁਸਲਮਾਨ ਨਹੀਂ ਹੈਗੇ। ਇੱਕ ਚੀਜ਼ ਮੈਂ ਜਿਹੜੇ ਤੁਹਾਨੂੰ ਦੱਸਦਾ, ਮੁਸਲਮਾਨ ਨੇ ਉਹ ਆਪ ਹੀ ਇਸਲਾਮ ਫੋਲੋ ਨਹੀਂ ਕਰ ਰਹੇ। ਯਾਰ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ, ਮੇਰੀ ਇੱਕ ਗੱਲ ਸੁਣ, ਮੇਰੀ ਇੱਕ ਗੱਲ ਸੁਣ ਲਵੋ। ਉਹ ਵੀ ਕਰ ਲਾਂਗੇ ਗੱਲ, ਕੋਈ ਐਸੀ ਗੱਲ ਨਹੀਂ, ਉਹਦੇ ਤੇ ਵੀ ਗੱਲ ਹੋਏਗੀ। ਤੁਸੀਂ ਮੈਨੂੰ ਸਿਰਫ ਪਹਿਲਾ ਅਕੀਦਾ ਦੱਸੋ ਨਜਫ ਸਾਹਿਬ, ਤੁਹਾਡੇ ਅਕੀਦੇ ਦੇ ਮੁਤਾਬਿਕ ਇਮਾਮ ਅੰਬੀਆ ਤੋਂ ਅਫਜ਼ਲ ਨੇ। ਤੁਹਾਡੇ 12 ਇਮਾਮ ਅੰਬੀਆ ਤੋਂ ਅਫਜ਼ਲ ਨੇ। ਹਾਂਜੀ ਹੋ ਗਈ ਗੱਲ। ਉਹਨਾਂ ਦੀ ਦਲੀਲ ਚਾਹੀਦੀ ਹੈ। ਦਲੀਲ ਬਿਲਕੁਲ ਨਹੀਂ ਚਾਹੀਦੀ, ਬਿਲਕੁਲ ਦਲੀਲ ਨਹੀਂ ਚਾਹੀਦੀ। ਦਲੀਲ ਚਾਹੀਦੀ ਜੇ ਦੇਣੀ ਹੈ ਤੇ 100 ਬਿਸਮਿਲ੍ਲਾ, ਜੇ ਦੇਣੀ ਹੈ ਤੇ 100 ਬਿਸਮਿਲ੍ਲਾ, ਜੇ ਨਹੀਂ ਦੇਣੀ ਪਿੱਛੇ ਹਟ ਤਾਂ ਵੀ 100 ਬਿਸਮਿਲ੍ਲਾ। ਪਿੱਛੇ ਨਹੀਂ ਮੈਂ ਹਟਦਾ ਨਾ, ਮੈਂ ਨਹੀਂ ਪਿੱਛੇ ਹਟਣ ਲੱਗਾ ਹੁਣ, ਕਿਉਂਕਿ ਮੈਂ ਤੁਹਾਨੂੰ ਪਹਿਲਾਂ 3 ਦਿਨ ਦੇ ਦਿੱਤੇ ਸਨ, ਤੁਸੀਂ ਮਜ਼ਾਕ ਠੱਠੇ ਚ ਲਾਏ। ਮੈਂ ਸਿਰਫ ਤੁਹਾਡੇ ਕੋਲੋਂ ਇਹ ਸਵਾਲ ਪੁੱਛਿਆ ਸੀ, ਹੁਣ ਤੁਸੀਂ ਉਹਦਾ ਜਵਾਬ ਦਿੱਤਾ। ਥੈਂਕ ਯੂ ਵੈਰੀ ਮਚ ਨਜਫ। ਡਾਕਟਰ ਸਾਹਿਬ ਮਜ਼ਾਕ ਠੱਠਾ ਤੁਸੀਂ ਆਪ ਆਪਣੀ ਕੰਮ ਇਲਮੀ ਦੀ ਵਜ੍ਹਾ ਤੋਂ, ਜਾਲਤ ਦੀ ਵਜ੍ਹਾ ਤੋਂ ਬਣਾਇਆ। ਤੁਹਾਨੂੰ ਪਤਾ ਹੀ ਨਹੀਂ ਇਮਾਮ ਹੁੰਦਾ ਕੀ ਹੈ। ਤੁਸੀਂ ਇਹ ਸਮਝਿਆ ਕਿ ਸਿਰਫ ਸ਼ਖਸੀਅਤ ਨੂੰ ਹੀ ਇਮਾਮ ਕਿਹਾ ਜਾਂਦਾ ਹੈ, ਹਾਲਾਂਕਿ ਅੱਲਾਹ ਦੇ ਕਲਾਮ ਨੂੰ ਇਮਾਮ ਕਿਹਾ ਗਿਆ ਕੁਰਾਨ ਦੇ ਵਿੱਚ। ਪਰ ਮੇਰਾ ਸਵਾਲ ਪਹਿਲਾਂ ਵੀ ਸ਼ੀਆ ਇਮਾਮ ਹਜ਼ਰਾਤ ਸਈਦਾਨ ਦੇ ਬਾਰੇ ਸੀ, ਔਰ ਮੇਰਾ ਅੱਜ ਵੀ ਸਵਾਲ ਉਹਨਾਂ ਦੇ ਬਾਰੇ ਚ ਹੈ। ਤੁਸੀਂ ਵਿੱਚੋਂ ਐਵੇਂ ਲਾਈਨ ਕੱਢ ਰਹੇ ਸੋ ਬਚਣ ਲਈ। ਤੁਸੀਂ ਬਿਲਕੁਲ ਗਲਤ ਮੁਕੱਦਮਾ ਪੇਸ਼ ਕੀਤਾ ਔਰ ਤੁਹਾਡੇ ਕੋਲੋਂ ਕੋਈ ਗੱਲ ਨਹੀਂ ਬਣੀ। ਅਸੀਂ ਸ਼ੀਆ ਦੇ 12 ਇਮਾਮ ਦੀ ਗੱਲ ਕਰ ਰਹੇ ਸਾਂ। ਸ਼ੀਆ ਦੇ 12 ਇਮਾਮਾਂ ਦੇ ਬਾਰੇ, ਸੁਨੀਆਂ ਦੇ 4 ਇਮਾਮਾਂ ਦੇ ਬਾਰੇ ਸਵਾਲ ਕਰਨ ਦਾ ਤੁਹਾਡਾ ਕੋਈ ਹੱਕ ਨਹੀਂ ਹੈ ਜਦ ਤੱਕ ਤੁਸੀਂ ਇਸਲਾਮ ਦੇ ਵਿੱਚ ਨਹੀਂ ਆ ਜਾਂਦੇ। ਬੜੀ ਅਜੀਬ ਗੱਲ ਕੀਤੀ ਹੈ। ਯਾਨੀ ਕਿ ਤੁਸੀਂ ਗੱਡੀ ਖਰੀਦਣ ਜਾ ਰਹੇ ਹੋ ਤੇ ਗੱਡੀ ਦੇ ਬਾਰੇ ਚ ਪੁੱਛਣ ਦਾ ਤੁਹਾਨੂੰ ਹੱਕ ਹੀ ਨਹੀਂ ਹੈਗਾ ਜਦੋਂ ਤੱਕ ਗੱਡੀ ਖਰੀਦ ਨਹੀਂ ਲੈਂਦੇ। ਤੁਸੀਂ ਕੱਪੜੇ ਖਰੀਦਣ ਜਾ ਰਹੇ ਹੋ, ਤੁਹਾਨੂੰ ਸਾਈਜ਼ ਪੁੱਛਣ ਦਾ ਹੱਕ ਹੀ ਨਹੀਂ ਹੈਗਾ ਜਦੋਂ ਤੱਕ ਤੁਸੀਂ ਛੋਟੀ ਕਮੀਜ਼ ਖਰੀਦ ਨਹੀਂ ਲੈਂਦੇ। ਉਦੋਂ ਸਵਾਲ ਕਰਨਾ ਕਿ ਯਾਰ ਛੋਟੀ ਕਮੀਜ਼ ਕਿਉਂ ਦੇ ਦਿੱਤੀ। ਮੈਂ ਨਹੀਂ ਕਿਹਾ ਕਿ ਤੁਸੀਂ ਖਰੀਦ ਲਓ, ਮੈਂ ਤੁਹਾਨੂੰ ਇਹ ਕਿਹਾ ਕਿ ਜਦੋਂ ਤੁਸੀਂ ਗੱਡੀ ਖਰੀਦਣ ਦਾ ਇਰਾਦਾ ਕਰ ਲੋਗੇ ਨਾ, ਤੇ ਜਿਹੜੀ ਇਹ ਪਿਛਲੀ ਸਾਈਕਲ ਤੇ ਉਹ ਮਰੀਅਲ ਟੱਟੂ ਫੜਿਆ ਜੇ ਇਹਨੂੰ ਵੇਚ ਦਿਓਗੇ, ਤੇ ਗੱਡੀ ਆ ਕੇ ਭਾਵੇਂ ਤੁਸੀਂ ਫੋਰਡ ਲੈ ਲਿਓ, ਭਾਵੇਂ ਹੁੰਡਾ ਲੈ ਲਿਓ, ਭਾਵੇਂ ਤੁਸੀਂ ਆਡੀ ਲੈ ਲਿਓ, ਭਾਵੇਂ BMW ਲੈ ਲਿਓ, ਭਾਵੇਂ ਜਿਹੜੀ ਮਰਸੀਡੀਜ਼ ਲੈ ਲਓ, ਜਿਹੜੀ ਮਰਜ਼ੀ ਲੈ ਲਓ, ਗੱਡੀ ਦਾ ਕੀ ਹੈ? ਸਾਰੀਆਂ ਗੱਡੀਆਂ। ਦੇਖੋ ਸਰ, ਮੇਰੇ ਕੋਲ ਮਰੀਅਲ ਟੱਟੂ ਵੀ ਹੋਏ ਨਾ, ਮੈਂ ਉਹਦੇ ਤੇ ਵੀ ਚੜ ਸਕਣਾ, ਠੀਕ ਹੈ, ਉਹ ਵੀ ਮੇਰਾ ਕੰਮ ਦੇਗਾ। ਮੈਨੂੰ ਮੋਇਆ ਜਾਂ ਸ਼ੇਰ ਨਹੀਂ ਚਾਹੀਦਾ, ਮੈਨੂੰ ਮਰਿਆ ਜਾਂ ਸ਼ੇਰ ਨਹੀਂ ਚਾਹੀਦਾ। ਮੈਂ ਮੁਰਦੇ ਦੇ ਕੋਲ ਕੁਝ ਨਹੀਂ ਕਰ ਸਕਦਾ। ਮੈਂ ਥੋੜਾ ਗੱਲ ਮੁਕਾਈ ਹੋ ਲੇਕਿਨ ਇਹ ਬਾਰੇ ਰੁਕਾ ਲਗਾਇਆ ਗੱਲ ਮੁਕਾ ਦੇ। आमिर नदीर भाई, वालेकुम सलाम शाह साहब, वेलकम हो गया। एक जी नहीं भाई, आमिर भाई थोड़ा जा एक छोटा जा मैं आमिर भाई को सवाल है, असल चो एक थोड़ी तहरीर लिख रहा वहां ते एक हवाले दी लोड़ पै गई है। पूछ लो जल्दी जल्दी, मैं म्यूट करना। लखी तवाइफ वाला हवाला, लखी तवाइफ वाला मैं तो अगे भी भेजा सी, दोबारा भेज देंगा WhatsApp पे। बस मेहरबानी दा हुनी जरा मैं लिख रहा, ठीक है जी, बस हो वाला। अस्सलाम नहीं भाई करो ਤੁਸੀਂ ਗੱਲ, ਮੈਂ ਪੜਨਾ ਨਹੀਂ। ਅੱਛਾ ਗੱਲ ਇਹ ਕਿ ਗੱਲ ਹੋ ਰਹੀ ਹੈ ਮੁਹੰਮਦ ਦੀ ਤੇ ਅੰਬਿਆ ਦੀ ਹਜ਼ੂਰ ਦੀ, ਜਿਸ ਦਲੀਲ ਨਾਲ ਇੱਕ ਉਮਤੀਆਂ ਜਿਹੜਾ ਨਾ, ਇੱਕ ਨਬੀ ਕਰੀਮ ਨੇ ਉਮਤੀਆਂ ਈਸਾ ਦਾ ਇਸਲਾਮ ਸਾਹਿਬ ਇਸ ਲਈ ਨਬੀ ਤੋਂ ਅਫਜ਼ਲ ਬਣਾਉਣੇ ਨੇ, ਉਸ ਦਲੀਲ ਨਾਲ ਇਮਾਮ ਅਫਜ਼ਲ ਹੋ ਜਾਂਦਾ। ਜਾ ਹੁਣ ਜੋ ਕਰਨਾ ਨੇ ਕਰ ਲਓ। ਮੈਂ ਸਿਰ ਤੁਹਾਡੇ ਨਾਲ ਤੇ ਲੜਨਾ ਥੋੜੀ ਹੈਗਾ। ਬਈ ਜੋ ਕਰਨਾ ਨੇ ਦਲੀਲ ਤੋੜ ਕੇ ਮੈਂ ਦੱਸਿਓ, ਮੈਂ ਦਲੀਲ ਦਿੱਤੀ ਹੈ ਇਸ ਤੇ। ਜਿਸ ਦਲੀਲ ਨਾਲ ਤੁਸੀਂ ਅਫਜ਼ਲ ਬਣਾਓਗੇ ਨਾ, ਉਸ ਨਾਲ ਇਹ ਬਣਾ ਲੈਣਗੇ, ਇਤਰਾਜ਼ ਕਰ ਨਹੀਂ ਸਕਦੇ ਹੋ ਇਹਨਾਂ ਤੇ। ਇੱਕ ਵਾਰੀ ਫੇਰ ਦੱਸ ਦਿਓ, ਸਮਝ ਨਹੀਂ ਆਈ। ਜਿਸ ਦਲੀਲ ਦੇ ਤਹਿਤ ਤੁਸੀਂ ਇੱਕ ਉਮਤੀ ਬੰਦੇ ਆ, ਠੀਕ ਹੈ, ਇੱਕ ਸਾਹਿਬ ਸ਼ਰੀਅਤ ਨਬੀ ਤੋਂ ਅਫਜ਼ਲ ਬਣਾ ਲੈਂਦੇ ਹੋ, तमाम अंबिया तू अफजल बढ़ा लेंदे हो सिवाय नबी करीम दे। तमाम अंबिया तू तुसी अफजल बढ़ा लेंदे हो ना, जिस दलील दे तहत
ਉਸੇ ਦਲੀਲ ਦੇ ਤਹਿਤ ਇਹ ਆਪਣੇ ਮਾਮਾ ਬਣਾ ਲੈਂਦੇ ਨੇ। ਜਾਓ ਜਿਹੜਾ ਇਤਰਾਜ਼ ਹੁੰਦਾ ਤੇ ਕਰ ਲਿਓ ਇਹਨਾਂ ਤੇ, ਉਹ ਦਲੀਲ ਤੇ ਇਤਰਾਜ਼ ਕਰ ਲਿਓ, ਠੀਕ ਹੈ ਨਾ। ਹੋਰ ਕੋਈ ਖਿਦਮਤ ਮੇਰੇ ਲਈ ਕੋਈ ਤਾਂ ਦੱਸ ਛੱਡੋ ਨਾ, ਜਦ ਬਾਅਦ ਜਵਾਬ ਸਹੀ ਇੱਕ ਹੈ। ਮਿੰਟ ਠਹਿਰ ਜਾਓ, ਖਿਦਮਤ ਦੇ ਕੇ ਜਾਣਾ, ਠਹਿਰ ਹਾਂ। ਜਾਓ ਠਹਿਰ ਜਾਓ। ਤੁਸੀਂ ਮੈਨੂੰ ਇਹ ਦੱਸੋ ਕਿ ਉਹਨਾਂ ਨੇ ਆਪਣੇ ਇਮਾਮਾਂ ਨੂੰ तमाम ਅੰਬੀਆ ਤੋਂ ਅਫਜ਼ਲ ਮੰਨ ਲਿਆ, ਉਹ ਤਮਾਮ ਤੋਂ ਨਹੀਂ ਓਏ, ਗੱਲ ਸੁਣ ਨਾ ਮੇਰੀ, ਜੀ। ਇਹ ਵਾਲਾ ਮੇਰੇ ਜੀ। ਜਿਵੇਂ ਤੁਸੀਂ ਮਿਰਜ਼ਾ ਸਾਹਿਬ ਅੰਬਿਆ ਨੂੰ ਅਫਜ਼ਲ ਮੰਨਦੇ ਹੋ, ਵਾਲਾ ਮੈਂ ਦੇ ਦੇਣਾ। ਹੋਰ ਦੱਸ। ਤੁਸੀਂ ਆਪਣੀ ਗੱਲ ਕਰੋ, ਕਿਉਂਕਿ ਉਹ ਮੈਂ- ਤੁਸੀਂ ਆਪਣੇ ਵੱਲ ਤਬਲੀਗ ਕਰਦੇ ਹੋ ਲੋਕਾਂ ਨੂੰ। ਜਿਹੜੀ ਗੱਲ ਮੈਂ ਕੀਤੀ ਹੁਣ ਫਿਰ ਨਾ, ਇਮਾਮ ਵਾਲੀ ਗੱਲ ਤੂੰ ਫਿਰਨਾ ਨਹੀਂ ਮੇਰੇ ਸਾਹਮਣੇ, ਬੜੀ ਦੇਰ ਦੀ ਮੈਂ ਸੁਣਨਾ ਪਿਆ, ਮੇਰੇ ਸਾਹਮਣੇ ਤੂੰ ਫਿਰਨਾ ਨਹੀਂ। ਉਹ ਦਲੀਲ ਮੈਨੂੰ ਤੁਸੀਂ ਵੀ ਨਹੀਂ ਫਿਰਨਾ। ਦਲੀਲ ਦੇ ਤਹਿਤ, ਉਹ ਦਲੀਲ ਮੈਨੂੰ ਪੇਸ਼ ਕਰ, ਜੇ ਦਲੀਲ ਦੇ ਤਹਿਤ ਮਿਰਜ਼ਾ ਸਾਹਿਬ ਹਜ਼ਰਤ ਮੂਸਾ ਤੋਂ ਅਫਜ਼ਲ ਹੋ ਗਏ ਨੇ, ਉਹ ਦਲੀਲ ਪੇਸ਼ ਕਰ। ਤੁਸੀਂ ਮੈਨੂੰ ਇਹ ਦੱਸੋ, ਉਹ ਮੈਨੂੰ ਦਲੀਲ ਪੇਸ਼ ਕਰਨਾ ਅਫਜ਼ਲੀਅਤ ਦੀ, ਮੰਨਣਾ ਤੇ ਤੂੰ ਐਵੇਂ ਹੋਣਾ ਤੂੰ ਅਫਜ਼ਲ, ਉਹਦੀ ਦਲੀਲ ਪੇਸ਼ ਕਰ। ਦੱਸਣਾ ਮੈਂ ਕਿਸ ਕੋਈ ਚੀਜ਼ ਦੀ ਨਹੀਂ, ਦਲੀਲ ਪੇਸ਼ ਕਰਾਂ? ਇਸ ਕਿਸ ਚੀਜ਼ ਦੀ ਦਲੀਲ? ਮਿਰਜ਼ਾ ਸਾਹਿਬ ਅੰਬਿਆ ਤੋਂ ਅਫਜ਼ਲ ਮੰਨਣਾ ਹੈ ਕਿ ਨਹੀਂ, ਹਵਾਲਾ ਪੇਸ਼ ਕਰਾਂ ਮੈਂ? ਹਵਾਲਾ ਪੇਸ਼ ਕਰਨਾ ਹੈ? ਮੈਂ ਇਸ ਹਵਾਲਾ ਵੇਲੇ ਇਹ ਪੇਸ਼ ਸਵਾਲ ਕਰਾਂਗਾ, ਨਹੀਂ ਤੂੰ ਚੱਲ ਮੰਨਣਾ ਰਿਹਾ। ਮੰਨਣਾ ਹੈ ਨਾ? ਇਸ ਵੇਲੇ ਇਹ ਸਵਾਲ ਨਹੀਂ ਚੱਲ ਰਿਹਾ, ਮੰਨਣਾ ਹੈ ਕਿ ਨਹੀਂ? ਇਸ ਵੇਲੇ ਇਹ ਸਵਾਲ ਨਹੀਂ ਚੱਲ ਰਿਹਾ। ਬਈ ਸਵਾਲ ਤਾਂ ਉਹੀ ਨਾ, ਅਫਜ਼ਲੀਅਤ ਦਾ ਸਵਾਲ ਹੈ। ਸਵਾਲ ਮੈਂ ਇਹ ਪੁੱਛਿਆ ਹੈ ਕਿ ਸ਼ੀਆ ਹਜ਼ਰਾਤ ਫਿਕਰ ਜਾਫਰੀਆ ਵਿੱਚ ਇਮਾਮਾਂ ਦਾ ਰੁਤਬਾ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੂੰ ਛੱਡ ਕੇ तमाम ਅੰਬੀਆ ਤੋਂ ਉੱਤੇ ਹੈਗਾ, ਠੀਕ ਹੈ? ਇਹ ਠੀਕ ਹੋ ਉਹਨਾਂ ਦਾ ਗਿਆ। ਅਕੀਦਾ ਹੈ, ਉਹਨਾਂ ਨੇ ਇਸ ਅਕੀਦੇ ਦਾ ਠੀਕ ਹੋ ਇਕਰਾਰ ਗਿਆ। ਕਰ ਲਿਆ, ਠੀਕ ਹੋ ਤੇ ਗਿਆ। ਸੁੰਨੀ ਹਜ਼ਰਾਤ ਜਿਹੜੇ ਨੇ ਇਹ ਉਸ ਅਕੀਦੇ ਦੀ ਪੈਰਵੀ ਕਿਉਂ ਕਰ ਰਹੇ ਨੇ? ਮੈਂ ਇਹ ਸਵਾਲ ਤੇਰਾ ਨਹੀਂ, ਤੇਰਾ ਸਵਾਲ ਇਹ ਸੀ ਕਿ ਨਬੀ ਅਫਜ਼ਲ ਹੁੰਦਾ ਜਾਂ ਇਮਾਮ? ਜੀ ਹਾਂ। ਔਰ ਮੈਂ ਤੇਰੇ ਅੱਗੇ ਇਹ ਸਵਾਲ ਕੀਤਾ ਹੈ ਕਿ ਮੈਨੂੰ ਇੱਕ ਦੱਸ ਕੇ ਕੋ ਉਮਤੀ ਜਿਹੜਾ ਹੈ, ਇੱਕ ਉਮਤੀ ਜਿਸ ਦੀ ਅਜ਼ਮਾਇਸ਼ ਹੀ ਨਬੀਆਂ ਦੀ ਤਰ੍ਹਾਂ ਨਹੀਂ ਹੋ ਸਕਦੀ, ਉਹ ਸਾਹਿਬ ਸ਼ਰੀਅਤ ਅੰਬਿਆ ਤੋਂ ਅਫਜ਼ਲ ਕਿੰਜ ਹੋ ਗਿਆ? ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਸੁੰਨੀ ਮਸਲਕ ਦੇ ਹੋ ਕਿ ਸ਼ੀਆ ਮਸਲਕ ਦੇ ਹੋ? ਵਾਟਰ ਉਹ ਮਸਲਾ ਸਾਹਿਬ, ਮੇਰੇ ਛੋੜ, ਮੇਰਾ ਤਾਂ ਸਵਾਲ ਦੇ ਮੁਤਾਬਕ ਸਵਾਲ ਹੈ ਤੇਰੇ ਨਾਲ। ਮੈਂ ਤੁਹਾਡੇ ਕੋਲੋਂ ਸਵਾਲ ਪੁੱਛ ਰਿਹਾ, ਤੁਸੀਂ ਵਾਟਰ ਵੀ ਦੱਸੋ ਨਾ ਸਾਹਿਬ, ਕਿ ਤੁਸੀਂ ਸੁੰਨੀ ਹੈਗੇ ਹੋ ਕਿ ਸ਼ੀਆ ਹੈਗੇ ਹੋ? ਕੋਈ ਉਹ ਪੁੱਛੇ ਵਾਟਰ ਨਾ, ਸਾਹਿਬ, ਹੁਣ ਮਸਲਕ ਤੇ ਕਿਉਂ ਆਇਆ? ਮੇਰੀ ਗੱਲ ਸੁਣ ਲਓ। ਇੱਕ ਹੁੰਦਾ ਕੋਈ ਹੈ ਪੁੱਛੇ ਤਾਂ ਸਵਾਲ ਦੱਸੀ ਕਿ ਨਹੀਂ ਮਵਾਨ ਇੱਕ ਬਰਾੜ ਮਿੰਟ ਤੇ ਆਏ ਆ, ਚੁੱਪ। ਤੇ ਮੇਰੇ ਕੋਲ ਜਵਾਬ ਕੋਈ ਨਹੀਂ ਬਣ ਪਾਇਆ। ਇੱਕ ਮਿੰਟ ਉਸ ਮੇਰੇ ਚੁੱਪ ਸਾਹਮਣੇ ਕਰੋ। ਗੱਲ ਰੱਖੀ, ਜਿਹੜੀ ਗੱਲ ਘਰ ਮੰਨੇ ਦੂਏ ਤੋਂ ਇਤਰਾਜ਼ ਨਹੀਂ ਕਰੀ ਨਾ। ਅਗਰ ਵਾਟਰ ਸਾਹਿਬ ਤੁਸੀਂ ਆਪਣੇ ਚ ਕੋਈ ਤਬਦੀਲੀ ਲਿਆਂਦੀ ਹੈ ਨਾ, ਤੇ ਫਿਰ ਦੂਜੇ ਤੇ ਕ੍ਰਿਟਿਸਾਈਜ਼ ਕਰੋਗੇ ਤੇ ਆਪਣੀ ਕ੍ਰਿਟਿਸਿਜ਼ਮ ਵਾਸਤੇ ਤਿਆਰ ਰਹੋ। ਜੇ ਦੂਜੇ ਨੂੰ ਕੋਈ ਮਾੜਾ ਕੁਛ ਬੈਵੇ ਨਾ ਆਪਣੀ- तो 10 छठी के नहीं मवान 2 दफा बराड़ ते आया तो नहीं जवाब था, तीसरी दफा आन को जवाब देता, जाओ तोड़ के लाओ उसदा दुनिया इस ते इतराज करके करने से पहले तोड़ अपनी के- मंजी ते डांग फेर लिया करो। छोड़ के ਤੁਹਾਡੀ ਮੰਜੀ ਹੇਠਾਂ ਡਾਂਗ ਫੇਰੀ ਹੈ ਨਾ, ਤੁਸੀਂ ਰੋਜ਼ ਮਿਰਜ਼ਾ ओए ਸਾਹਿਬ ਨੂੰ तुसीं ਗਾਲਾਂ अपनी मंजी ਕੱਢਦੇ ते ਹੋ। फिरी पी है ना, ਹੁਣ ਮੈਨੂੰ ਵੀ तुसीं ਗੱਲ अपने ਕਰਨ घर ਦਿਓ ही ਨਾ काम पे है ना। ਕਿ ਤੁਸੀਂ ਇਸ ਅਕੀਦੇ ਨਾਲ, ਉਹਨਾਂ ਦੇ ਅਕੀਦੇ ਨਾਲ ਇਤਫਾਕ ਭਾਈ ਕਿਉਂ ਮਿਰਜ਼ਾ ਕੀਤਾ ਸਾਹਿਬ ਨਬੂਵਤ ਦਾ ਤੁਸੀਂ ਤੇ ਦਾਅਵਾ ਅਹਿਲੇ ਕੀਤਾ ओ ਸੁन्नत मैं वल तो बात जमात करा हो। ना करा तेरे मिर्जा साहब ने नबूवत नबूवत दा करेगा तो अपनी मंजी ते डांग फेर के करना। ਲੋ ਤੁਸੀਂ ਲੜਾਈ ਕਰ ਰਹੇ ਹੋ, ਤੁਸੀਂ ਥੋੜਾ ਜਿਹਾ ਠੰਡ ਰੱਖੋ। मिर्जा ਤੇ मैं ਮੈਂ साहब ਆਮਿਰ कहना ਸਾਹਿਬ है ਨਾਲ अपनी नबूवत मंजी दा ते दावा डांग फेर करके पहले तू घर के पे मनना है, घर के पे मनना है। जे दूआ बंदा कोई जी गल मनना होवे तो अपने घरे तक के इतराज करी नाल अगर कोई गल देने रखी। कोई मसला गल नहीं, जरा पानी पियो बैठ के। एक ਉਹ मिनट ਮੈਂ जरा ਪਾਣੀ मैनू ਪੀਤਾ गल ਹੈ, करन ਤੂੰ ਜ਼ਰਾ ਹੋਸ਼ ਟਿਕਾਣੇ ਆਣ। ਕੋਈ ਪੁੱਛੇ ਮੈਨੂੰ ਤਾਂ ਗੱਲ ਦੱਸੀ ਕਰਨ ਨਹੀਂ ਦਿਓ। ਮਵਾਨ ਬਰਾੜ ਤੇ ਆਏ ਆ। ਮੈਨੂੰ ਗੱਲ ਕਰਨ ਦੋ, 1 ਮਿੰਟ ਮਿਊਟ ਲਾਓ ਸਾਰੋ। ਗੱਲ ਇਹ ਹੈ ਕਿ ਜੇ ਤੁਸੀਂ ਸਿਰਫ ਜਾਣਨਾ ਚਾਹੁੰਦੇ ਹੋ ਨਾ, ਤੇ ਉਹ ਤੁਹਾਨੂੰ ਆ ਕੇ ਤਾਂ ਹੀ ਪਤਾ ਲੱਗਣਾ ਜਦੋਂ ਤੁਸੀਂ ਮੁਸਲਮਾਨਾਂ ਦੇ ਵਿੱਚ ਆਵੋ, ਉਹਦੇ ਵਿੱਚ ਕਿਹੜੇ ਆਪਣੇ ਇਮਾਮ ਨੂੰ ਜ਼ਿਆਦਾ ਅਫਜ਼ਲ ਸਮਝਦੇ ਨੇ ਤੇ ਕਿੰਨੀ ਕੁ ਉਹਨਾਂ ਦੀ ਫਜ਼ੀਲਤ ਸਮਝਦੇ ਨੇ। ਅਹਿਲੇ ਸੁਨਨਤ ਵਿੱਚ ਵੀ ਕਈ ਲੋਕ ਇਮਾਮ ਆਜ਼ਮ ਅਬੂ ਹਨੀਫਾ ਰਹਿਮਹੁੱਲਾ ਨੂੰ ਇਮਾਮ ਆਜ਼ਮ ਕਹਿੰਦੇ ਨੇ, ਲੇਕਿਨ ਜਿਹੜੇ ਦੂਜੇ ਆਇਮਾ ਨੇ, ਇਮਾਮ ਸ਼ਾਫੀ, ਇਮਾਮ ਮਾਲਕ, ਇਮਾਮ ਅਹਿਮਦ ਇਬਨ ਹੰਬਲ, ਜਿਹੜੇ ਉਹਨਾਂ ਦੇ ਪੈਰੋਕਾਰ ਨੇ, ਕਿਆ ਉਹ ਵੀ ਇਮਾਮ ਅਬੂ ਹਨੀਫਾ ਨੂੰ ਇਮਾਮ ਆਜ਼ਮ ਮੰਨਦੇ ਨੇ? ਕਿਆ ਉਹ ਵੀ ਇਹਨਾਂ ਦੀ ਇਸ ਫਜ਼ੀਲਤ ਦੇ ਕਾਇਲ ਨੇ? ਇਹ ਇਹਨਾਂ ਦੇ ਘਰ ਦਾ ਮਸਲਾ ਹੈ। ਐਸੇ ਤਰ੍ਹਾਂ ਅਹਿਲ ਸ਼ੀਆ, ਅਹਿਲ ਤਸ਼ੱਯੁ ਦੇ ਜਿਹੜੇ 12 ਇਮਾਮ ਨੇ, ਕਿਆ ਉਹ ਅਹਿਲ ਸੁਨਨਤ ਦੇ ਇਮਾਮ ਦੇ ਉੱਤੇ ਉਹਨਾਂ ਦੀ ਫਜ਼ੀਲਤ ਹੈ, ਜਾਂ ਅੰਬੀਆ ਦੇ ਉੱਤੇ ਉਹ ਫਜ਼ੀਲਤ ਮੰਨਦੇ ਨੇ, ਜਾਂ ਕਿੰਨੀ ਕੁ ਉਹਨਾਂ ਨੂੰ ਅਫਜ਼ਲ ਮੰਨਦੇ ਨੇ? ਇਹ ਸਾਰੀ ਗੱਲ ਜਿਹੜੀ ਹੈ ਇਹ ਮੁਸਲਮਾਨਾਂ ਦੇ ਅੰਦਰ, ਜੇ ਤੁਸੀਂ ਇਹਨੂੰ ਕ੍ਰਿਟਿਸਾਈਜ਼ ਕਰਨਾ ਹੈ ਉਹਨਾਂ ਦੀ ਕਿਸੇ ਕਿਤਾਬ ਨੂੰ ਲੈ ਕੇ, ਉਹਨਾਂ ਦੀ ਕਿਸੇ ਇਬਾਰਤ ਨੂੰ ਲੈ ਕੇ, ਤੇ ਫਿਰ ਆਪਣੀ ਕ੍ਰਿਟਿਸਿਜ਼ਮ ਵਾਸਤੇ ਤਿਆਰ ਰਹੋ। ਮਿਰਜ਼ਾ ਸਾਹਿਬ ਨੇ ਉਹਨਾਂ ਨਾਲੋਂ ਵੱਡੀ ਆਪਣੀ ਫਜ਼ੀਲਤ ਬਿਆਨ ਕੀਤੀ। ਮਿਰਜ਼ਾ ਸਾਹਿਬ ਨੇ ਜਿਹੜੇ ਦਾਅਵੇ ਕੀਤੇ ਨੇ ਨਾ, ਉਹ ਆਇਮਾ ਤੋਂ ਬਹੁਤ ਵੱਡੇ ਨੇ। ਮਿਰਜ਼ਾ ਸਾਹਿਬ ਤੇ ਆਉਂਦੇ ਨੇ ਵੀ ਮੇਰੇ ਆਉਣ ਨਾਲ ਪਿਛਲਿਆਂ ਸਾਰਿਆਂ ਦੇ ਸੂਰਜ ਡੁੱਬ ਗਏ ਨੇ, ਮੇਰੇ ਆਉਣ ਨਾਲ ਹੁਣ ਮੇਰਾ ਹੀ ਸੂਰਜ ਚੜਿਆ ਹੈ, ਤੇ ਮੇਰੇ ਆਉਣ ਨਾਲ ਪਿਛਲਿਆਂ ਦਾ ਪਾਣੀ ਗੰਦਾ ਹੋ ਗਿਆ ਮਾਜ਼ ਅੱਲਾ, ਤੇ ਹੁਣ ਮੇਰਾ ਪਾਣੀ ਜਿਹੜਾ ਮੈਨੂੰ ਖੁਦਾ ਨੇ ਆਖਿਆ ਕਿਆਮਤ ਤੱਕ ਰਹੇਗਾ। ਕਿਸੇ ਇਮਾਮ ਨੇ ਇਹ ਦਾਅਵਾ ਨਹੀਂ ਕੀਤਾ
ਕਿ ਮੇਰਾ ਪੈਰ ਉਸ ਮੀਨਾਰੇ ਦੇ ਉੱਤੇ ਵੇ ਜਿੱਥੇ ਸਾਰੀਆਂ ਬੁਲੰਦੀਆਂ ਖਤਮ ਹੋ ਜਾਂਦੀਆਂ ਨੇ। मेरा ਕਿਸੇ तख्त सबसे ऊपर बिछाया गया, आसमान से कई तख्त उतरे, मेरा तख्त सबसे ऊपर बिछाया गया। ਉਹ ਤੇ ਐਲਾਨ ਹੈ तमाम ਨਾ। तख्तां ਦੇ ਉੱਤੇ ਮੰਨਣੇ ਵਾਲੇ ਬੰਦੇ ਦੂਆਂ ਤੇ ਇਤਰਾਜ਼ ਕਰਦੇ ਨੇ। ਮੈਂ ਤਾਂ ਹੀ ਕਹਿੰਦਾ ਅਗਰ ਤੁਸੀਂ ਦੂਸਰਿਆਂ ਦੇ ਆਇਮਾਂ ਛੱਡ ਦੇ ਛਾੜਨੀ ਆ ਕਿ ਉੱਤੇ ਮੈਂ ਨਾ ਦੇਸੀ ਜਿਸ ਆਪੇ ਚ 1300 ਸਰਾਖ ਹੈ। ਮੈਨੂੰ ਗੱਲ ਕਰ ਲੈਂਦੇ। ਅਗਰ ਤੁਸੀਂ ਦੂਸਰਿਆਂ ਦੇ ਆਇਮਾਂ ਦੇ ਉੱਤੇ ਤਨਕੀਦ ਕਰਨਾ ਚਾਹੁੰਦੇ ਹੋ, ਉਹਨਾਂ ਦੇ ਫਜ਼ਾਇਲ ਨੂੰ ਲੈ ਕੇ ਜੋ ਉਹ ਫਜ਼ਾਇਲ ਮੰਨਦੇ ਨੇ ਉਹਨਾਂ ਦੇ ਉੱਤੇ ਤਨਕੀਦ ਕਰਨਾ ਚਾਹੁੰਦੇ ਹੋ, ਤੇ ਮਿਰਜ਼ਾ ਸਾਹਿਬ ਦੀ ਤਨਕੀਦ ਤੁਸੀਂ ਬਰਦਾਸ਼ਤ ਨਹੀਂ ਕਰ ਸਕਦੇ, ਕਿਉਂਕਿ ਮਿਰਜ਼ਾ ਸਾਹਿਬ ਨੇ ਤਾਂ ਉਹਨਾਂ ਤੋਂ ਮਹਾ ਵੱਡੇ ਵੱਡੇ ਦਾਅਵੇ ਕੀਤੇ ਨੇ। ਇਹਨਾਂ ਦੇ ਤੁਸੀਂ ਆਇਮਾਂ ਦੇ ਉਹ ਦਾਅਵੇ ਨਹੀਂ ਪੇਸ਼ ਕਰ ਸਕਣ ਲੱਗੇ ਜਿਹੜੇ ਤੁਹਾਡੇ ਮਿਰਜ਼ਾ ਸਾਹਿਬ ਦੇ ਦਾਅਵੇ ਲੋਕ ਤੁਹਾਡੇ ਅੱਗੇ ਰੱਖਣਗੇ। ਇਸ ਵੇਲੇ ਤੁਹਾਡਾ ਇਹ ਇਮਜ ਨਹੀਂ ਹੈ। ਇਹ ਉਹ ਬੰਦੇ ਕਰਨ ਜਿਨ੍ਹਾਂ ਝਗੜਾ ਗਾਲ ਖਾ ਲੈਣੀ ਹੈ ਤੇ ਗਾਲ ਕੱਢ ਲੈਣੀ। ਤੇ ਜੇ ਤੁਸੀਂ ਇਸ ਗੱਲ ਤੋਂ ਤੋਬਾ ਕੀਤੀ ਹੈ ਤੇ ਤੁਸੀਂ ਇਹ ਜਿੰਨੀ ਗੱਲ ਕਰ ਲਈ ਹੈ ਨਾ, ਤੁਹਾਡੀ ਮੇਰੇ ਖਿਆਲ ਗੱਲ ਇੱਥੇ ਖਤਮ ਹੋ ਜਾਣੀ ਚਾਹੀਦੀ ਹੈ। ਤੇ ਮੈਂ ਤੁਹਾਨੂੰ ਰਿਸਪੈਕਟ ਨਾਲ ਪਿਆਰਨਾ ਕਿ ਤੁਸੀਂ ਉਸ ਪੈਂਡੇ ਨਾ ਪਵੋ, ਨਹੀਂ ਤੇ ਉਹੀ ਗਾਲਾਂ ਵਾਲਾ ਸਿਲਸਿਲਾ ਅੱਗੋਂ ਤੁਸੀਂ ਉਹਨਾਂ ਦੇ ਆਇਮਾਂ ਦੇ ਉੱਤੇ ਤਨਕੀਦ ਕਰੋਗੇ, ਉਹਨਾਂ ਦੇ ਫਜ਼ਾਇਲ ਨੂੰ ਤੁਸੀਂ ਕ੍ਰਿਟੀਸਾਈਜ਼ ਕਰੋਗੇ, ਉਹ ਤੁਹਾਡੇ ਮਿਰਜ਼ਾ ਸਾਹਿਬ ਦੇ ਖੋਲ ਕੇ ਅੱਗੇ ਰੱਖਣਗੇ ਤੇ ਫਿਰ ਲਾਲਾ ਹੋਵੇਗੀ। ਤਾਂ ਉਹ ਚਾਹੁੰਦੇ ਹੋ ਤਾਂ ਕਰ ਲਓ, ਲੇਕਿਨ ਮੇਰਾ ਤੁਹਾਨੂੰ ਮਸ਼ਵਰਾ ਹੈ ਕਿ ਤੁਸੀਂ ਆਪਣੀ ਤਬਦੀਲੀ ਲਿਆਂਦੀ ਹੈ, ਉਸ ਆਪਣੀ ਤਬਦੀਲੀ ਨੂੰ ਕੰਟੀਨਿਊ ਕਰੋ, ਇਹਨੂੰ ਬਹਿਸ ਨੂੰ ਛੱਡ ਦਿਓ। ਜਿਹੜੀ ਗੱਲ ਕਰਨ ਵਾਲੀ ਹੈ ਉਹ ਕਰੋ। ਮਿਰਜ਼ਾ ਸਾਹਿਬ ਨੇ ਨਬੂਵਤ ਦਾ ਦਾਅਵਾ ਕੀਤਾ ਹੈ ਤੇ ਨਬੂਵਤ ਦਾ ਦਾਅਵਾ ਨਬੀ ਪਾਕ ਤੋਂ ਬਾਅਦ ਕੋਈ ਬੰਦਾ ਕਰ ਨਹੀਂ ਸਕਦਾ। ਉਹ ਆਪ पे ਕਹਿੰਦੇ ਨੇ ਕਿ ਕੁਰਾਨ ਨੇ ਆਖਿਆ ਵਮਾ ਅਰਸਲਨਾ ਮਿਨ ਰਸੂਲਿਨ ਇਲਾ ਲਿਯੁਤਾ ਬਿਇਜ਼ਨਿਲ੍ਲਾਹ, ਕਿ ਰਸੂਲ ਜਿਹੜਾ ਮੁਤਾ ਬਣਾ ਕੇ ਘੱਲਿਆ ਜਾਂਦਾ ਹੈ। ਤੇ ਜੇ ਉਹ ਮਤੀ ਹੈ ਤੇ ਫਿਰ ਰਸੂਲ ਨਹੀਂ, ਤੇ ਜੇ ਉਹਨੇ ਰਸੂਲ ਦਾ ਦਾਅਵਾ ਕੀਤਾ ਹੈ, ਜੇ ਉਹਨੂੰ ਤੁਸੀਂ ਰਸੂਲ ਮੰਨਦੇ ਹੋ, ਫਿਰ ਉਹ ਮਤੀ ਨਹੀਂ ਹੈ। ਅਗਰ ਅਹਿਲੇ ਸੁन्नत ਉਲਮਾ ਨੇ ਜਾਂ ਅਹਿਲੇ ਤਸ਼ਯ्युअ ਉਲਮਾ ਨੇ, तमाम अहले इस्लाम ने मिर्ज़ा साहब के उत्ते एक कुफर का फतवा लाया है कि ये नबी पाक का मुती नहीं रहा, बल्कि एक नवी नबूवत का ऐलान पे करता है। ऐसी नबूवत जी नबी पाक के बरखिलाफ अगर किसी ने, जिस तरह मिर्ज़ा साहब कहते हैं कि मैनू ये कहा जाता है कि तू नबी पाक के बरखिलाफ नबूवत का दावा किया, अगर इस तरह किसी कहा भी हो ना तो ठीक किया उन्हें, उस मौलवी ने ठीक किया। क्यों? नबी पाक का मुती हो के रसूल तो नबी तो बन ही नहीं सकता। जे नबी तो रसूल होने का दावा करता है तो वह फिर मुती नहीं, वो मुता है। फिर वो नबी पाक की अतात विचों निकल गया, फिर वो नबी पाक के सामने जा खलोता है, मुखालफत च खलोता है, मूँह नाल पिया कि मैं उन्होंने जिल हाँ, मैं बरूज हाँ, मैं गुलाम हाँ, मैं नौकर हाँ, मैं इंज हाँ, मैं वो हाँ। वो दुश्मन है नबी पाक का। इस गले उन्होंने गौर करो, उन्होंने जान छड़ाओ। इन्हों की जी बहस है मुसलमानों की आयमा के फजाइल अहले सुन्नत के आयमा के दरम्यान, वो अहले तशय्युअ के आयमा के दरम्यान, ये मुसलमानों का मामला। खाम खा तुसीं इहदे च झगड़ा करोगे तो अपनी भी कमीज़ पड़वाओगे तो अगलियां दी पाड़ोगे तो कोई फायदा नहीं है। ਥੈਂਕ ਯੂ ਆਮਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੁਸੀਂ ਬੜੇ ਅਮਨ ਨਾਲ ਔਰ ਬਹੁਤ ਪਿਆਰ ਨਾਲ ਮੇਰੀ ਅੱਜ ਗੱਲ ਸੁਣੀ ਹੈ। ਆਈ ਐਮ ਵੈਰੀ ਥੈਂਕਫੁਲ ਟੂ ਯੂ। ਔਰ ਇਹ ਦੂਸਰੇ ਭਾਈ ਵੀ, ਨਜਬ ਅਵਾਸ ਵੀ, ਬੂ ਅਲੀ ਸਾਹਿਬ ਵੀ, ਸਾਰੇ ਜਿਹੜੇ ਹੈਗੇ ਨੇ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਗੱਲ ਦਰਅਸਲ ਇਹ ਹੈਗੀ ਹੈ ਕਿ ਮੇਰਾ ਜੋ ਸਵਾਲ ਸੀ ਉਹਦਾ ਨਜਫ ਨੇ ਔਰ ਬੂ ਅਲੀ ਨੇ ਜਵਾਬ ਮੈਨੂੰ ਦੇ ਦਿੱਤਾ ਹੈ। ਔਰ ਉਹ ਸਵਾਲ ਇਹ ਹੈਗੇ ਸੀ ਕਿ 12 ਇਮਾਮ ਜਿਹੜੇ ਹੈਗੇ ਨੇ ਬਾਕੀ ਅੰਬੀਆ ਤੋਂ ਉੱਤੇ ਹੈਗੇ ਨੇ। ਇਹਨਾਂ ਨੇ ਕਿਹਾ ਹਾਂਜੀ, ਰਸੂਲੇ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੂੰ ਛੱਡ ਕੇ। ਜੇ ਇਹਨਾਂ ਨੇ ਕਿਹਾ ਨਾ ਹਾਂਜੀ ਤੇ ਉਹ ਰਿਕਾਰਡਿੰਗ ਲੈ ਜਾਓ ਤੇ ਜਾ ਕੇ ਸੁਣਾਓ ਉਹਨਾਂ ਨੂੰ। ਲੇਕਿਨ ਜੇ ਤੁਸੀਂ ਉਹਨਾਂ ਦੀ ਗੱਲ ਨੂੰ ਮਿਸਕੋਡ ਕਰੋਗੇ, ਆਪਣੀ ਮੈਂ ਕਿਸੇ ਦੀ ਗੱਲ ਨੂੰ ਮਿਸਕੋਡ ਨਹੀਂ ਕਰਨ ਲੱਗਾ। ਜੋ ਉਹਨਾਂ ਨੇ ਕਿਹਾ ਮਿਸਕੋਡ ਤੇ ਕਰਦੇ ਹੋ ਤੁਸੀਂ। ਉਹਨਾਂ ਨੇ ਗੱਲ ਨਹੀਂ ਕਿ ਅਸੀਂ ਵੀ ਤੇ ਇੱਥੇ ਬੈਠੇ ਆ ਨਾ। ਗੱਲ ਦਰਅਸਲ ਇਹ ਹੈਗੀ ਹੈ ਕਿ ਮੇਰਾ ਇਤਰਾਜ਼ ਹੁਣ ਤੁਹਾਡੇ ਵੱਲ ਸੀ, ਕਿਉਂਕਿ ਤੁਸੀਂ ਹਰ ਚੀਜ਼ ਦੇ ਰਿਪਰੈਜ਼ੈਂਟੇਟਿਵ ਅੱਜ ਕੱਲ ਪੂਰੀ ਉਮਤ ਦੇ ਬਣੇ ਹੋ ਔਰ ਹਰ ਵਾਰੀ ਸਾਨੂੰ ਉਮਤ ਵੱਲੋਂ ਤਾਨਾ ਮਾਰਦੇ ਹੋ। ਇਸਲਾਮ ਦਾ ਰਿਪਰੈਜ਼ੈਂਟੇਟਿਵ ਹਾਂ। ਹਾਂਜੀ, ਤੁਸੀਂ ਪੂਰੇ ਅਹਿਲੇ ਇਸਲਾਮ ਦੇ ਰਿਪਰੈਜ਼ੈਂਟੇਟਿਵ ਬਣ ਕੇ ਸਾਹਮਣੇ ਆਏ ਹੋ। ਤੇ ਮੈਂ ਸਿਰਫ ਸਵਾਲ ਇਹ ਸੀ ਕਿ ਜਨਾਬ ਜਦੋਂ ਉਹ तमाम ਅੰਬੀਆ ਨੂੰ 1,23,999 ਅੰਬੀਆ ਨੂੰ ਇਮਾਮ 12 ਇਮਾਮਾਂ ਤੋਂ ਹੇਠਾਂ ਰੱਖ ਰਹੇ ਨੇ, ਤੁਸੀਂ ਉਦੋਂ ਕਿਉਂ ਨਹੀਂ ਆਵਾਜ਼ ਉਠਾਉਂਦੇ? ਉਹਨਾਂ ਨੇ ਗੱਲ ਨਹੀਂ ਕੀ, ਉਹਨਾਂ ਨੇ ਇਹੋ ਹੀ ਗੱਲ ਕਹੀ ਹੈ, ਤਸਦੀਕ ਕਰਵਾ ਲਓ। ਇਸ ਵੇਲੇ ਬੰਦੇ ਬੈਠੇ ਨੇ, ਬਾਅਦ ਵਿੱਚ ਨਾ ਕਹਿਣਾ ਕਿ ਮੈਂ ਝੂਠ ਬੋਲ ਰਿਹਾ। ਬੈਠੇ ਨੇ 2 ਬੰਦੇ। ਇਹ ਤਸਦੀਕ ਕਰਨੀ ਹੈ ਤੇ ਪਹਿਲਾਂ ਆਪਣੇ ਘਰ ਜਾ ਕੇ ਤਸਦੀਕ ਕਰੋ। ਬੂ ਅਲੀ ਸਾਹਿਬ ਇੱਕ ਸਿਆਸੀ ਪਰਸਨੈਲਿਟੀ ਨੇ। ਬੂ ਅਲੀ ਸਾਹਿਬ ਨੇ ਗੱਲ ਫੇਰਨ ਦੀ ਕੋਸ਼ਿਸ਼ ਕੀਤੀ, ਇਹਨਾਂ ਨੇ ਗੱਲ ਫੇਰੀ ਹੈ, ਲੇਕਿਨ ਇਹਨਾਂ ਨੇ ਇਹ ਮਿਸਾਲ ਦਿੱਤੀ ਹੈ ਕਿ ਦੇਖੋ ਜੀ ਇਮਾਮ ਮਹਿਦੀ ਦੇ ਪਿੱਛੇ ਹੀ ਹਜ਼ਰਤ ਅਲੀ ਪੜਨ, ਹਜ਼ਰਤ ਈਸਾ ਪੜਨਗੇ ਨਾ ਨਮਾਜ਼। ਨਜਬ ਅਬਾਸ ਨੇ ਸਿੱਧੀ ਗੱਲ ਕਹਿ ਦਿੱਤੀ ਹੈ ਕਿ ਜੀ ਹਾਂ ਇਮਾਮਾਂ ਦਾ ਰੁਤਬਾ ਉੱਤੇ ਹੈਗਾ। ਇਹਨਾਂ ਦੇ ਤੁਹਾਨੂੰ ਜੀ ਹਾਂ ਕਹਿ ਦਿੱਤਾ ਤੇ ਰਿਕਾਰਡਿੰਗ ਚਲਾ ਦਿਓ ਜਾ ਕੇ ਯਾਰ। ਹੁਣੇ ਪੁੱਛ ਲੈਣੇ ਆ ਰਿਕਾਰਡਿੰਗ ਕਿਉਂ ਚਲਾਣੀ ਹੈ ਜੀ? ਕਹਿਣ ਲੱਗੇ ਨੇ ਕਿ ਆਇਮਾ ਦੇ ਫਜ਼ਾਇਲ ਦੇ ਉੱਤੇ ਤੁਸੀਂ ਸਾਡੇ ਨਾਲ ਨਜਬ ਸਾਹਿਬ ਆਪਣੇ ਫਿਰਕੇ ਲਈ ਔਰ ਆਪਣੇ ਮਸਲਕ ਲਈ ਖੜੇ ਹੋਵੋ ਔਰ ਸੱਚ ਬੋਲੋ।
ਵਾਟਰ ਅਸੀਂ ਖਲੋਤੇ ਹੋਏ ਆ ਵਾਟਰ ਮੈਂ ਸਾਹਿਬ ਪਾਣੀ ਚ ਮਧਾਣੀ ਨਹੀਂ ਪਾਈਦੀ ਹੁੰਦੀ, ਕੱਜ ਬੈਸੀ ਨਹੀਂ ਪਾਣੀ 'ਚ ਕਰੀਦੀ। ਮਦਾਨੀ ਨਹੀਂ, ਤੁਸੀਂ ਠਹਿਰ ਜਾਓ ਸਰ, ਤੁਸੀਂ ਤੁਸੀਂ ਇਹ ਸਿਆਸੀ ਬੰਦੇ ਹੈਗੇ ਹੋ, ਦੇਖੋ ਤੁਸੀਂ ਮਿੱਠਾ ਮਿੱਠਾ ਪਾਪੂ, ਉਹ ਫਜ਼ਾਇਲੇ ਨੌਜਵਾਨ ਆਦਮੀ ਹੈ, ਉਹ ਮੇਰੀ ਤਰ੍ਹਾਂ ਸੱਚ ਬੋਲੇਗਾ। ਫਜ਼ਾਇਲੇ ਤੁਸੀਂ ਇਮਾਮਤ ਜਿਸ ਦਾ ਮਰਜ਼ੀ ਚੀਜ਼ ਦੇ ਠਹਿਰ ਜਾਓ ਬੂਲੀ ਸਾਹਿਬ, ਹੁਣ ਤੁਸੀਂ ਅੱਛਾ ਬੋਲ ਲਿਆ, ਵਾਟਰ ਹੁਣ ਸਾਹਿਬ ਮੇਰੀ ਤੁਹਾਡੀ ਵਾਰੀ ਹੈ। ਤਿਆਰੀ ਹੈ ਗਾਲਾਂ ਖਾਣ ਦੀ ਕੱਢਣ ਦੀ? ਇਹ ਗੱਲ ਕਰਦਾ ਕਿ ਫਜ਼ਾਇਲੇ ਇਮਾਮਤ ਦਾ ਕੋਈ ਐਡਾ ਕੰਟਰਾਡਿਕਸ਼ਨ ਨਹੀਂ ਹੈਗੀ। ਅਗਰ ਤੁਸੀਂ ਫਜ਼ਾਇਲੇ ਇਮਾਮਤ ਨੂੰ ਨਾ ਵੀ ਤਸਲੀਮ ਕਰੋ, ਕਮ ਸੇ ਕਮ ਇਸਲਾਮ ਚ ਦਾਖਲ ਹੋਵੋ ਨਬੂਵਤ ਦੀ ਬੇਸ ਤੇ। ਨਬੂਵਤ ਸਾਡਾ ਨਬੂਵਤ ਦੀ ਬੇਸ ਤੇ ਇਸਲਾਮ ਵਿੱਚ ਦਾਖਲ ਹੋਵੋ। ਔਰ ਹਾਂਜੀ ਜਨਾਬ ਇਸਲਾਮ, ਤੁਹਾਡਾ ਇਸਲਾਮ ਐਸਾ ਹੈ ਜਿੱਥੇ ਨਬੀ ਜਿਹੜੇ ਹੈਗੇ ਨੇ ਉਹ 12 ਬੰਦਿਆਂ ਤੋਂ, ਮਤਲਬ ਕਿ ਮੈਂ ਤੁਹਾਡੇ ਅਕੀਦੇ ਦੀ ਬਹੁਤ ਇੱਜ਼ਤ ਔਰ ਕਦਰ ਕਰਨਾ, ਕਿਉਂਕਿ ਤੁਸੀਂ ਵਹੀ ਚ ਬਲੀਵ ਕਰਦੇ ਹੋ। ਮੈਂ ਬਿਲਕੁਲ ਇਮਾਮ ਮਹਿਦੀ, ਤਮਾਮ ਇਮਾਮਾਂ ਦਾ ਬਹੁਤ ਜ਼ਿਆਦਾ ਰਿਸਪੈਕਟ ਕਰਨਾ ਕੌਣ ਵਹੀ ਤੇ ਕਿ ਉਹਨਾਂ ਬਲੀਵ ਨੇ ਕਰਦਾ ਅੱਲਾਹ ਦੇ ਨਾਲ ਕਲਾਮ ਨੂੰ ਜ਼ਿੰਦਾ ਰੱਖਿਆ ਹੈ। ਇੱਕ ਮਿੰਟ ਕੌਣ ਵਹੀ ਤੇ ਬਲੀਵ ਕਰਦਾ? ਤੁਸੀਂ ਲੋਕ ਵਹੀ ਕਿਸ ਵਹੀ ਆਪ ਤੇ? ਸੱਲੱਲਾਹੁ ਇੱਕ ਮਿੰਟ ਵਹੀ ਇਹ ਵਿਲਾਇਤ ਜਿਹੜੀ ਹੈ ਉਹ ਮੁਬਸ਼ਰਾਤ ਦੇ ਜ਼ਰੀਏ। ਇੱਕ ਮਿੰਟ, ਇਹ ਵਹੀ ਜਿਹੜੀ ਅੱਲਾਹ ਤਾਲਾ ਕੋਲੋਂ ਜਿਬਰਾਈਲ ਲੈ ਕੇ ਆਉਂਦੇ ਸਨ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਤੋਂ ਬਾਅਦ, ਤੁਸੀਂ ਸ਼ੀਆ ਦੇ ਵਿੱਚ ਸਾਬਤ ਜਾਂ ਮੈਨੂੰ ਵਹਾ ਦਿਓ, ਵੱਲਾ ਅਜ਼ੀਮ ਮੈਂ ਅੱਜ ਸ਼ੀਅਤ ਛੱਡ ਦੇਣਾ। ਚਲੋ ਆਓ। ਤੁਸੀਂ ਕਹਿੰਦੇ ਨਹੀਂ ਕਿ ਹਜ਼ਰਤ ਅਲੀ ਕੋਲ ਵੀ ਹਜ਼ਰਤ ਜਿਬਰਾਈਲ ਆਉਂਦੇ ਸਨ? ਕੌਣ ਕਹਿੰਦਾ? ਤੁਸੀਂ ਲੋਕ। ਯਾਰ ਯਾਰ ਅੱਲਾਹ ਦੀ ਮਰਜ਼ਾਈ ਕਸਮ ਕਹਿੰਦੇ ਹੈ। ਨੇ, ਮਰਜ਼ਾਈ ਕੁਤਬ ਕਹਿੰਦੇ ਦਾ ਨੇ ਹਵਾਲਾ ਕਿ ਦੇਈਦਾ। ਮਿਰਜ਼ਾ ਸਾਹਿਬ ਕੋਲੇ ਕੰਟੀਨਿਊਸਲੀ ਜਿਬਰੀਲ ਆਉਂਦੇ ਰਹੇ ਨੇ, ਮਿਰਜ਼ਾਈ ਕਹਿੰਦੇ ਨੇ। ਗੱਲ ਦਰਅਸਲ ਇਹ ਹੈਗੀ ਏ ਕਿ ਨਜਫ ਅਬਾਸ ਸਾਹਿਬ, ਤੁਹਾਡੇ ਮੈਂ 12 ਨਾ ਇਮਾਮਾਂ ਦਾ ਰੁਤਬਾ ਜਿਹੜਾ ਹੈ ਉਹ ਮਿਰਜ਼ਾ ਅੰਬੀਆ ਸਾਹਿਬ ਤੋਂ ਇੱਥੇ ਉੱਤੇ ਨਾ ਹੈਗਾ। ਆਮਰ ਭਾਈ ਇੱਕ ਮਿਰਜ਼ਾ ਸਾਹਿਬ ਹਦੀਸ ਦਾ ਬਿਆਨ ਬੇਟਾ ਕਹਿੰਦਾ ਰਸੂਲੇ ਪਾਕ ਨੂੰ ਛੱਡ ਕੇ ਤੁਹਾਡੇ 12 ਇਮਾਮਾਂ ਦਾ ਰੁਤਬਾ ਸਾਰੇ ਨਬੀਆਂ ਤੋਂ ਉੱਤੇ ਹੈਗਾ ਨਾ। ਤੂੰ ਮਿਰਜ਼ਾ ਦੇਖਿਆ ਸਾਹਿਬ ਨੂੰ ਹਜ਼ਰਤ ਈਸਾ ਅਲੈਹਿਸ ਸਲਾਮ ਤੋਂ ਅਫਜ਼ਲ ਸਮਝਣਾ? ਨਹੀਂ, ਤੂੰ ਮੇਰੇ ਸਵਾਲ ਦਾ ਸਿੱਧਾ ਜਵਾਬ ਸਮਝਦਾ ਦੇ, ਕਿ ਹਾਂ ਨਹੀਂ? ਜਾਂ ਨਹੀਂ। ਹਾਂ ਵਾਟਰ ਜਾਂ ਮੈਂ ਵੀ ਸਾਹਿਬ ਦੱਸ ਦਿਆਂਗਾ, ਬੜਾ ਸਾਦਾ ਮੈਂ ਤੈਨੂੰ ਦੱਸ ਦਿਆਂਗਾ, ਤੂੰ ਮੈਨੂੰ ਪਹਿਲਾਂ ਦੱਸ ਦੇ ਹਾਂ ਜਾਂ ਸਾਦਾ ਨਹੀਂ। ਲਫ਼ਜ਼ਾਂ ਚ ਨਈਮ ਸਾਹਿਬ ਨੇ ਸਮਝਾਇਆ ਕਿ ਤੁਹਾਡਾ ਮਿਰਜ਼ਾ ਸਾਹਿਬ ਨੇ ਤਮਾਮ ਅੰਬੀਆ ਮਿਰਜ਼ਾ ਸਾਹਿਬ ਨੂੰ ਛੱਡ ਦਿਓ, ਤੁਸੀਂ ਮਿਰਜ਼ਾ ਸਾਹਿਬ ਇਮਾਮ ਨੂੰ ਕੁਝ ਨਹੀਂ ਤੁਸੀਂ ਵੀ ਅੰਬੀਆ ਛੱਡ ਦਿਓ ਨਾ, ਇਹੀ ਤਾਂ ਇਮਾਮ ਸਾਡਾ ਦਾਵਾ ਅੰਬੀਆ ਹੈ। ਤੋਂ ਦਰਜਾ ਬੁਲੰਦ ਰੱਖਿਆ ਹੈ, ਲਿਹਾਜ਼ਾ ਤੁਹਾਨੂੰ ਇਸਲਾਹ ਦੀ ਜ਼ਰੂਰਤ ਹੈ। ਤੁਹਾਨੂੰ ਤੁਸੀਂ ਇਸਲਾਹ ਦੀ ਆਪਣੀ ਜ਼ਰੂਰਤ ਇਸਲਾਹ ਨਹੀਂ ਹੈ, ਤੁਸੀਂ ਮੈਂ ਆਪਣੀ ਕਹਿ ਰਿਹਾ ਇਸਲਾਹ ਤੁਹਾਨੂੰ ਕਰੋ ਕੋਈ ਕਿ ਇਸਲਾਹ ਨਹੀਂ ਕਿਹਾ। ਮੈਂ ਤੁਹਾਡੇ ਕੋਲੋਂ ਤੁਹਾਡਾ ਅਕੀਦਾ ਪੁੱਛਿਆ, ਅੱਛਾ, ਤੁਸੀਂ ਡਰ ਕੇ ਮਾਰੇ ਮੈਂ ਦੱਸਦੇ ਨਾ ਨਹੀਂ। ਵਾਟਰ ਸਾਹਿਬ ਇੱਥੇ ਨਾ, ਮੈਂ ਜਿਹੜੀ ਤੁਸੀਂ ਵਹੀ ਦੀ ਗੱਲ ਕੀਤੀ ਹੈ ਨਾ, ਉੱਥੇ ਇੱਕ ਹਦੀਸ ਬਿਆਨ ਕਰਨਾਗਾ ਮੌਲਾ ਅਲੀ ਇਸਲਾਮ ਤੋਂ ਹੈ ਕਿ ਆ ਮੌਲਾ ਅਲੀ ਇਸਲਾਮ ਜਦੋਂ ਆਕਾ ਸੱਲੱਲਾਹੁ ਅਲੈਹਿ ਵਸੱਲਮ ਦੇ ਜਸਦ ਦੇ ਕੋਲ ਖਲੋਤੇ ਸਨ, ਜਦੋਂ ਆਪ ਇਸ ਦੁਨੀਆ ਫਾਨੀ ਤੋਂ यानी कि दूसरी दुनिया गए, उन्होंने फरमाया कि आज दुनिया से आसमान और ज़मीन का रिश्ता मुनक़ता हो गया। आज के बाद कोई भी इस दुनिया में यानी कि जिब्राइल नहीं, यानी कि ओदी वजाहत जी मैं दस रहा, मफहूम जड़ा दस रहा कि आप तो बाद जिब्राइल वही लैके नहीं आन दे हदीस जे। तो इस दे उत्ते जड़ी है ना, किसी का भी कोई भी भावें शिया होवे, सुन्नी होवे, भाभी होवे, किसी का भी कोई नहीं जे उत्ते है। तो बाकी जी तुहाडी गल है, मैनूं तुसीं दसो कि मिर्ज़ा साहब की वही नूं की समझदे हो? रजब साहब मेरी गल सुनो, असीं किधरे नहीं जा रहे। अज दा मजमून और 3 दिन पहलां दा मजमून सिर्फ ऐ सी कि तुहाडे 12 इमामां दा रुतबा जिहड़ा है अंबिया तो उत्ते हैगा, ਲੋ वो ਬਈ ਇਹ साबित हो ਬੰਦਾ चुकिया है ਜਿਹੜਾ कि ਨਾ यस। ਨਹੀਂ ਚਾਹੁੰਦਾ ਕਿ ਇੱਜ਼ਤ ਕੀਤੀ ਜਾਏ, ਕਰਵਾਈ ਜਾਏ, ਤੇ ਮੈਂ ਮਿਊਟ ਕਰਨਾ, ਤੇ ਤੁਸੀਂ ਹੁਣ ਗੱਲਬਾਤ ਕਰ ਲਓ। ਤੇ ਹੁਣ ठहर जाओ आमिर साहब, ठहर जाओ, एक नहीं मिनट नहीं, और इस दे तो बाद दिओ, ਹੁਣ ਜਿਹੜੀ ਕੋਈ 1 ਗੱਲ मिनट ਬਹਿ दे ਕੇ दिओ ਕਹਿ बस, ਗਈ ਨਾ, ਉਹਦੇ मैं ਤੁਸੀਂ 1 ਆਪ मिनट दे ਜ਼ਿੰਮੇਦਾਰ दिओ। ਗੱਲ ਸੁਣੋ ਨਾ, ਤੁਸੀਂ ਆਪ ਇੰਨੇ ਗੰਦੇ ਅਕੀਦੇ ਨੂੰ ਫਾਲੋ ਕਰਨ ਵਾਲੇ ਹੋ ਕਿ ਤੁਸੀਂ यार ਕਿਸੇ देखो ਚੀਜ਼ਾਂ 1 ਉੱਤੇ मिनट, ਤੁਸੀਂ गालीबाजी ना ਤਨਕੀਦ शुरू करो। गालीबाज तुसी मैनू कहंदे हो और फिर गालीबाजी आप शुरू करन लगे हो। ਤਨਕੀਦ ਤੁਸੀਂ ਕਰ ਹੀ ਨਹੀਂ ਸਕਦੇ। ਤੁਸੀਂ ਦਾਅਵੇ मिर्जा साहब ਨੂੰ ਕਾਦੀਆਨੀ ਕਿੰਨਾ ਦੇ ਕਿੰਨਾ ਨਾ, ਤਨਕੀਦ ਕੀਤੀ ਹੈ, ਵਾਟਰ ਸਾਹਿਬ ਬੰਦੇ ਬੁਲਾ ਕੇ ਤਨਕੀਦ ਕੀਤੀ ਹੈ। ਵਾਟਰ ਅੱਜ ਸਵੇਰੇ ਸਾਹਿਬ ਤੁਹਾਡੇ ਬੰਦੇ ਬੈਠੇ, ਜਿਹੜੇ ਉਹਨਾਂ ਦਾ ਲੋਕਾਂ ਦਾਅਵੇ ਦਾ, ਸ਼ਰੀਫ ਮਿਰਜ਼ਾ ਲੋਕਾਂ ਦਾ ਕਾਦੀਆਨੀ ਦਿਮਾਗ ਦੇ ਨੇ, ਪੋਇਜ਼ਨ ਕਰ ਰਹੇ ਸਨ। ਮੈਂ ਪਿਆਨਾ ਜਿਹੜੇ ਦਾਅਵੇ ਮਿਰਜ਼ਾ ਕਾਦੀਆਨੀ ਨੇ ਕੀਤੇ ਨੇ ਨਾ, ਉਹ ਕਿਸੇ ਇਮਾਮ ਨੇ ਨਹੀਂ ਕੀਤੇ, ਨਾ ਸ਼ੀਆਂ ਦੇ ਕਿਸੇ ਇਮਾਮ ਨੇ, ਨਾ ਸੁਨੀਆਂ ਦੇ ਕਿਸੇ ਇਮਾਮ ਨੇ। ਤੇ ਤੁਸੀਂ ਤਨਕੀਦ ਕਰੋਗੇ ਤੇ ਤੁਹਾਡਾ ਘਰ ਆਪਣਾ ਜਿਹੜਾ ਨਾ ਉਹ ਲੀਰੋ ਲੀਰ ਹੈ। ਉੱਥੇ ਏਡੇ ਏਡੇ ਵੱਡੇ ਦਾਅਵੇ ਨੇ ਕਿ ਤੁਸੀਂ ਉਹਨਾਂ ਦਾ ਦਫਾ ਨਹੀਂ ਕਰ ਸਕਣ ਲੱਗੇ। ਸਰ ਦਾਅਵੇ ਤੇ ਫਿਰ ਅੱਗੇ ਵੀ ਫਿਰ ਨਿਕਲਣਗੇ। ਤੁਹਾਨੂੰ ਪਤਾ ਹੀ ਹੈ ਕਿ ਅਸਲ ਤਫਸੀਰ ਕੁਰਾਨ ਸ਼ਰੀਫ ਦੀ ਹੈ ਹੀ ਮੌਲਾ ਅਲੀ ਕੋਲ ਔਰ ਉਹ ਇਮਾਮ ਮਹਿਦੀ ਕੋਲ ਹੈ। ਇਸ ਵੇਲੇ ਦੁਨੀਆ ਦੇ ਤੇ ਅਸਲ ਤਫਸੀਰ ਹੈ ਹੀ ਨਹੀਂ ਕੁਰਾਨੇ ਪਾਕ ਦੀ। ਹਾਂ ਸਹੀ ਗੱਲ ਹੈ। ਤੇ ਫਿਰ ਤੁਸੀਂ ਉਹਨੂੰ ਅਲਾਮਾ ਜਵਾਦ ਨਕਵੀ ਦਾ ਸੁਣ ਲਓ, ਪਿਛਲੇ ਮਹੀਨੇ ਦਾ ਲੈਕਚਰ ਹੈਗਾ। ਉਸ ਤਫਸੀਰ ਨੂੰ ਫਾਲੋ ਕਰ ਲਓ। ਕਮ ਸੇ ਕਮ ਮਿਰਜ਼ਾ ਕਾਦੀਆਨੀ ਦੇ ਨਬੂਵਤ ਨੂੰ ਤੇ ਝੂਠਾ ਮੰਨ ਲਓ ਨਾ, ਉਹ ਤੇ ਝੂਠੀ। ਲੇਕਿਨ ਉਹ ਤੇ ਸ਼ੀਆ ਨੇ ਤੇ ਤੁਸੀਂ ਤੇ ਮੰਨਦੇ ਹੀ ਨਹੀਂ। ਮੈਂ ਕਹਿੰਦਾ ਅਗਰ ਕੋਈ ਇਹ ਵੀ ਮੰਨਦਾ ਨਾ, ਅਗਰ ਕੋਈ ਇਹ ਮੰਨਦਾ ਕਿ ਸਹੀ ਤਫਸੀਰ ਇਮਾਮ ਅਲੀ ਕੋਲ ਹੋਵੇ, ਤੇ ਉਹ ਵੀ ਮਿਰਜ਼ਾਈਆਂ ਨਾਲੋਂ ਬਿਹਤਰ ਹੈ। ਔਰ ਇਹ ਮੈਂ ਲਾਈਟ ਕਰਕੇ ਤੁਹਾਨੂੰ ਦੱਸਿਆ। ਤੁਹਾਨੂੰ ਪਤਾ ਹੈ ਕਿ
ਅਬ ਇਹ ਕਹਿੰਦੇ ਨੇ ਕਿ 10 ਸਪਾਰੇ ਜਿਹੜੇ ਹੈਗੇ ਨੇ ਉਹ ਇਮਾਮ ਮਹਿਦੀ ਕੋਲ ਹੈਗੇ ਨੇ। 40 ਸਪਾਰੇ ਸਨ, ਹੁਣੇ ਤੇ 10 ਸਪਾਰੇ ਰਹਿੰਦੇ ਨੇ ਉਹਨਾਂ ਕੋਲ। ਮੈਂ ਤਾਂ ਹੀ ਪੈਣਾ ਇਹ ਜਿੰਨੀਆਂ ਨਾਨਸੈਂਸ ਗੱਲਾਂ ਤੁਸੀਂ ਕਰਦੇ ਹੋ ਨਾ ਪਏ, ਤੁਸੀਂ ਮੈਂ ਹੁਣ ਖਤਮ ਕਰ ਰਿਹਾ ਨੌਨਸੈਂਸ। ਮੈਂ ਸਿਰਫ ਇਹਨਾਂ ਕੋਲੋਂ ਇਹੋ ਹੀ ਗੱਲ ਪੁੱਛੀ ਸੀ ਆਪਣਾ ਔਰ ਉਹਨਾਂ ਨੇ ਇਸ ਗੱਲ ਦੀ ਤਸਦੀਕ ਕੀਤੀ ਹੈ। ਮੈਂ ਪੈਣਾ ਜਿਹੜਾ 3 ਦਿਨ ਵਾਲਾ ਕਿਰਦਾਰ ਹੈ ਨਾ ਉਹਨੂੰ ਮਸਕ ਕਰਨਾ ਚਾਹੁੰਦੇ ਹੋ, ਆਜ਼ਾਦੀ ਮੈਂ ਮਸਕ ਨਹੀਂ ਕਰਨਾ ਚਾਹੁੰਦਾ। ਮੈਂ ਸਿਰਫ ਤੁਹਾਡੇ ਕੋਲੋਂ ਇਹ ਪੁੱਛ ਰਿਹਾ ਕਿ ਤੁਸੀਂ ਜਿਹੜੇ ਹੈਗੇ ਆਪਣੀ ਪਾਰਟੀ ਦੇ ਹਰ ਬੰਦੇ ਨੂੰ ਤੁਸੀਂ ਕਹਿ ਦਿੰਦੇ ਹੋ ਠੀਕ ਹੈਗਾ। ਮੇਰੀ ਗੱਲ ਸੁਣੋ ਨਾ, ਬਹੁਤ ਸਾਰੀਆਂ ਗੱਲਾਂ ਤੁਸੀਂ ਸ਼ੀਆਂ ਮਨਸੂਬ ਕਰਕੇ ਕਹਿ ਸਕਦੇ ਹੋ, ਸੁਨੀਆਂ ਵੀ ਮਨਸੂਬ ਕਰਕੇ ਕੋਲੋਂ ਕੱਢ ਕੇ ਕਹਿ ਸਕਦੇ ਹੋ, ਜਾਂ ਉਹਦੇ ਚ ਐਗਜ਼ੈਜਰੇਸ਼ਨ ਕਰਕੇ ਵੀ ਕਹਿ ਸਕਦੇ ਹੋ, ਲੇਕਿਨ ਫਿਰ ਆਪਣੇ ਵਾਸਤੇ ਤਿਆਰ ਰਹੋ ਕਿ ਜੋ ਕੁਝ ਮਿਰਜ਼ਾ ਸਾਹਿਬ ਦੇ ਬਾਰੇ ਉਹ ਕਹਣਗੇ ਫਿਰ ਉਹ ਤੁਸੀਂ ਸੁਣ ਲੈਣਾ। ਪਰ ਮਿਰਜ਼ਾ ਸਾਹਿਬ ਦੇ ਬਾਰੇ ਤੇ ਤੁਸੀਂ ਬਹੁਤ ਚੀਜ਼ਾਂ ਕਹਿੰਦੇ ਹੋ। ਸਿਰਫ ਆਮਰ ਸਾਹਿਬ ਤੁਹਾਡੇ ਕੋਲੋਂ ਇਹੋ ਹੀ ਸਵਾਲ ਸੀ, ਅੱਜ ਹੁਣ ਫਿਰ ਇੱਕ ਆਖਰੀ ਵਾਰੀ ਪੁੱਛ ਲੈਣਾ। ਤੁਸੀਂ ਸ਼ੀਆ ਇਮਾਮ ਹਜ਼ਰਾਤ ਜਿਹੜੇ ਸੈਯਦੈਨ ਨੇ, ਜਿਹੜੇ ਅਹਿਲੇ ਬੈਤ ਨੇ, ਤੁਸੀਂ ਉਹਨਾਂ ਨੂੰ ਬਾਕੀ ਅੰਬੀਆ ਤੋਂ ਅਫਜ਼ਲ ਸਮਝਦੇ ਹੋ ਕਿ ਨਹੀਂ ਸਮਝਦੇ? ਬਸ ਇਹ ਸਵਾਲ ਹੈ ਤੁਹਾਡੇ ਕੋਲੋਂ ਅਹਿਲੇ ਹਦੀਸ। ਮੈਂ ਸਭ ਅੰਬੀਆ ਨੂੰ ਅਫਜ਼ਲ ਸਮਝਣਾ, ਔਰ ਅੰਬੀਆ ਦੁਨੀਆ ਦੇ ਉੱਤੇ ਸਭ ਤੋਂ ਅਫਜ਼ਲ, ਉਹਦਾ ਸਭ ਤੋਂ ਉੱਚਾ ਦਰਜਾ ਨਬੂਵਤ ਦਾ ਦਰਜਾ ਹੈ। ਸਭ ਤੋਂ ਵੱਡਾ ਇਨਾਮ ਨਬੂਵਤ ਦਾ ਇਨਾਮ ਹੈ। ਬਸ ਠੀਕ ਹੈ। ਤੇ ਫਿਰ ਤੁਸੀਂ ਜਿਹੜੇ ਹੈਗੇ ਨਾ, ਫਿਰ ਤੁਸੀਂ ਜਿਹੜੇ ਬਿਲਕੁਲ ਇੱਕ ਪੇਜ ਤੇ ਨਹੀਂ ਹੈਗੇ, ਤੁਸੀਂ ਸਿਰਫ ਇੱਕ ਦੂਸਰੇ ਨੂੰ ਫੇਵਰ ਦੇ ਰਹੇ ਹੋ। ਫਰਜ਼ ਕਰ ਲਓ ਅਗਰ ਅਸੀਂ ਨਾਮ ਹੀ ਇੱਕ ਪੇਜ ਤੇ ਵੀ ਹੈ, ਇਸ ਪੇਜ ਤੇ ਆਏ ਹਾਂ ਕਿ ਨਬੀ ਪਾਕ ਤੋਂ ਬਾਅਦ ਮਿਰਜ਼ਾ ਕਾਦੀਆਨੀ ਕਜ਼ਾਬ ਦਜਾਲ ਨੇ ਝੂਠਾ ਨਬੂਵਤ ਦਾ, ਇਸ ਪੇਜ ਤੇ ਆਏ ਹਾਂ ਕਿ ਨਹੀਂ ਹੈ? ਤੁਹਾਡਾ ਸਿਰਫ ਇਹ ਅਕੀਦਾ ਰਹਿ ਗਿਆ ਹੈ ਕਿ ਸਿਰਫ ਆਖਰੀ ਨਬੀ ਮੰਨ ਲਓ, ਮੇਰੀ ਗੱਲ ਸੁਣੋ, ਬਾਕੀ ਜੋ ਮਰਜ਼ੀ ਕਰ ਲਓ, ਜੋ ਮਰਜ਼ੀ ਅਕੀਦੇ ਬਣਾ ਲਓ, ਜੋ ਮਰਜ਼ੀ ਇਸਲਾਮ ਨਾਲ ਖਿਲਵਾੜ ਕਰ ਲਓ, ਜੋ ਮਰਜ਼ੀ ਇਸਲਾਮ ਨੂੰ ਬਦਲ ਲਓ, ਬਸ ਨਬੀ ਕਰੀਮ ਨੂੰ ਆਖਰੀ ਨਬੀ ਮੰਨੋ। ਖਿਲਵਾੜ ਤੇ ਮਿਰਜ਼ਾ ਕਾਦੀਆਨੀ ਨੇ ਕੀਤਾ, ਤੇ ਮੁੰਡੇ ਨੇ ਕੀਤਾ ਖਿਲਵਾੜ ਇਸਲਾਮ ਨਾਲ ਤੇ ਕੁਰਾਨ ਨਾਲ। ਜਦੋਂ ਇਮਾਮ ਮਹਿਦੀ ਨੇ ਹੁਣੇ ਆਣਾ ਹੈ, ਇਮਾਮ ਮਹਿਦੀ ਤੇ ਆਏ ਹੀ ਨਹੀਂ ਹੁਣੇ, ਤੇ ਜਦੋਂ ਇਮਾਮ ਮਹਿਦੀ ਤੁਹਾਡੀ ਅਸਲ ਤਫਸੀਰ ਲੈ ਕੇ ਆ ਰਹੇ ਨੇ ਤੇ ਫਿਰ ਤੁਸੀਂ ਕਿਹੜਾ ਇਸਲਾਮ ਫੋਲੋ ਕਰਦੇ ਰਹੇ ਹੋ? ਉਹਨਾਂ ਬਕਵਾਸ ਕੀਤੇ ਨੇ ਪਿਓ ਪੁੱਤਰ ਨੇ, ਉਹਨਾਂ ਜਿਹੜਾ ਤੇ ਲਾਂਤੀ ਅੱਲਾ ਦੀ ਧਰਤੀ ਤੇ ਆਈ ਕੋਈ ਨਹੀਂ। ਜੇ ਇਮਾਮ ਮਹਿਦੀ ਤੁਹਾਡੇ ਜਿਹੜੇ ਆਣਗੇ ਉਹਨਾਂ ਨੇ ਤਫਸੀਰ ਐਸੀ ਕੀਤੀ ਜਿਹੜੀ ਤੁਹਾਡੇ ਦਿਲ ਨੂੰ ਨਾ ਲੱਗੀ। ਗੱਲ ਸੁਣ ਲਓ, ਸਾਡੇ ਚੋਂ ਕੋਈ ਮੁਸਲਮਾਨਾਂ ਚੋਂ ਅਗਰ ਕੋਈ ਬੰਦਾ ਆਪਣੇ ਇਮਾਮ ਦੀ ਫਜ਼ੀਲਤ ਵੱਧ ਕੇ ਬਿਆਨ ਕਰਦਾ ਹੈ ਨਾ, ਉਹਦੇ ਨਾਲ ਇਖਤਲਾਫ ਕੀਤਾ ਜਾ ਸਕਦਾ ਹੈ। ਬਈ ਨਾ ਬਿਆਨ ਕਰ, ਮੇਰੀ ਕਿਉਂ ਨਹੀਂ ਇਖਤਲਾਫ ਕੀਤਾ ਤੁਸੀਂ? ਲੇਕਿਨ ਮਿਰਜ਼ੇ ਤੇ ਲਾਨਤ ਪਾਉਣ ਤੋਂ ਇਲਾਵਾ ਹੋਰ ਚਾਰਾ ਹੀ ਕੋਈ ਨਹੀਂ ਹੈ, ਕਿਉਂਕਿ ਇਹਨੇ ਨਬੂਵਤ ਦਾ ਤੁਸੀਂ ਲਾਨਤ ਐਸ ਕਰਕੇ ਪਾ ਰਹੇ ਹੋ ਕਿ ਤੁਸੀਂ ਆਪਣੇ ਆਪ ਨੂੰ ਛੁਪਾ ਰਹੇ ਹੋ ਸਾਰੇ, ਕਿਉਂਕਿ ਮਿਰਜ਼ੇ ਦੀ ਸਿਆਸੀ ਲਾਨਤ ਹੈ। ਭਾਈ ਉਹਦੇ ਤੇ ਲਾਨਤ ਇਸ ਗੱਲੇ ਪਾ ਰਹੇ ਆ ਕਿ ਉਹਨੇ ਕਜ਼ਾਬ ਨੇ ਨਬੂਵਤ ਦਾ ਦਾਵਾ ਕੀਤਾ ਹੈ। वाटर भाई आज चलिए बड़ी हो गई है नदी, आज चलिए बहुत हो गया, बड़ी हो गई है। ਲੈ ਜੋ ਮਿਰਜ਼ੇ ਕਾਦੀਆਨੀ ਨੂੰ ਹੁਣ ਲਾਂਤਾਂ ਪੈਣ ਲੱਗੀਆਂ ਜੇ। ਮੈਂ ਇਹਨੂੰ ਆਖਿਆ ਆਪਣੀ ਇੱਜ਼ਤ ਕਰਾ, तू करना जो मर्जी करो, ਇੱਜ਼ਤ ਕਰਾ। ਮਿਰਜ਼ੇ ਕਾਦੀਆਨੀ ਨੇ ਲਾਂਤੀ ਨੇ ਝੂਠਾ ਨਬੂਵਤ ਦਾ ਦਾਵਾ ਕੀਤਾ। ਦੇਖੋ ਅਮਰ ਸਾਹਿਬ ਗਾਲੀ ਨਹੀਂ ਕੱਢਣੀ, ਗਾਲੀ ਬਾਤ ਹੋ ਕਜ਼ਾਬ ਨੇ ਉਹ ਗਾਲੀ ਹੈ, गलत गल है, ਕਜ਼ਾਬ ਕਹਿਣਾ ਗਾਲੀ ਹੈ। क्या ਕਜ਼ਾਬ ਦਜਾਲ ਨੂੰ, ਕਜ਼ਾਬ ਦਜਾਲ ਨੂੰ ਕਜ਼ਾਬ ਦਜਾਲ ਕਹਿਣਾ ਗਾਲੀ ਹੈ। तेरे मुंह ते पेशाब कीता ਮਿਰਜ਼ੇ ਕਾਦੀਆਨੀ ਦਜਾਲ ਨੂੰ ਦਜਾਲ ਕਹਿਣਾ ਗਾਲੀ ਹੈ। ਉਹ ਕਜ਼ਾਬ ਨੂੰ ਕਜ਼ਾਬ ਕਹਿਣਾ ਗਾਲੀ ਤੇ ਨਹੀਂ ਹੈ। ਮਿਰਜ਼ੇ ਦੀ ਛੁਤਰਾ ਨਾਲ ਬਹੁਤਾ ਸਵਾਦ ਆਉਂਦਾ ਮਰਜ਼ੀ ਹੈ ਤੁਹਾਨੂੰ। ਉਹਨੂੰ ਮਿਰਜ਼ੇ ਕਾਦੀਆਨੀ ਦੀ ਕਜ਼ਾਬ ਨੂੰ ਕਜ਼ਾਬ ਤੇ ਨਬੀ ਨੇ ਕਿਹਾ ਸਾਨੂੰ ਆਰਾਮ ਨਾਲ ਮਿਰਜ਼ਾ ਕਾਦੀਆਨੀ ਦੇ ਕੁੱਤਿਆਂ ਭੌਂਕ ਤੇ ਉਹ ਤੇਰੇ ਮਿਰਜ਼ੇ ਤੇ ਲਾਨਤ ਤੇ ਜਿਹੜਾ ਤੂੰ ਆਇਆ ਤੂੰ ਹੁਣ ਮਾਈਕ ਲਾਣੇ ਹੰਦੀਰਾ ਜਿਹਾ ਭੈਣ ਦੇ ਉੱਤੇ ਚੜਨਾ ਮਾਈਕ ਲਾ ਕੇ। ਤੇਰੇ ਮਿਰਜ਼ਾ ਕਾਦੀਆਨੀ ਦੇ ਮੂੰਹ ਚ ਉਤਰਨਾ ਮੈਂ ਤੇਰੀ ਮੈਂ ਭੈਣ ਦੇ ਖਸਮਾ ਉਹ ਤੇਰੇ ਮਿਰਜ਼ਾ ਕਾਦੀਆਨੀ ਨੁੱਛੋ ਦੇ ਮੂੰਹ ਮਾਰੇ ਤੇਰੀ ਭੈਣ ਦੀ ਅੱਖ ਮਾਰੀ ਉਤਰਨਾ ਹੀ ਮੈਂ ਤੇਰੀ ਨੁੱਛੋ ਦੇ ਮੂੰਹ ਚ ਉਤਰਨਾ ਹੀ ਮੈਂ ਤੇਰੀ ਮੈਂ ਉਹ ਜਿਹੜੀ ਅਮਤੁਨ ਵਾਰਸ ਜਿਹੜੀ ਹੈ ਨਾ ਉਹਦੇ ਮੂੰਹ ਤੱਕ ਉਤਰਨਾ ਹੀ ਮੈਂ। ਚੁੱਪ ਕਰ ਜੋ, ਬੜੀ ਅੱਛੀ ਗੱਲ ਹੈ। ਤੇਰੇ ਮਿਰਜ਼ਾ ਮਸਰੂਰ ਦੇ ਮੂੰਹ ਚ ਉਤਰਨਾ ਹੀ ਮੈਂ। ਯਾਰ ਨਜਫ ਸਾਹਿਬ ਚੁੱਪ ਕਰੋ, ਲਾਂਤੀ ਮਿਰਜ਼ੇ ਦਾ ਚੁੱਪ ਕਰ ਯਾਰ, ਛੋੜ। ਅੱਛਾ ਗੱਲ ਦਰਅਸਲ ਇਹ ਹੋ ਗਈ ਹੈ ਕਿ ਤੁਸੀਂ ਲੋਕ ਬਰੇਲਵੀਆਂ ਦੀ ਬੈਕ ਸਕ੍ਰੈਚ ਕਰਦੇ ਹੋ ਤੇ ਬਰੇਲਵੀ ਸ਼ੀਆ ਦੀ ਕਰਦੇ ਨੇ। ਦੋਵਾਂ ਦੇ ਕੁਫਰੀ ਅਕਾਇਦ ਨੇ ਤੁਸੀਂ ਛੁਪਾ ਰਹੇ ਹੋ, ਔਰ ਇਸ ਕਰਕੇ ਤੁਸੀਂ ਆਪਣੇ ਝੂਠੇ ਅਕਾਇਦ ਛੁਪਾਉਣ ਦਾ ਇਜਮਾ ਕੀਤਾ ਹੈ। ਕਜ਼ਾਬ ਨਾਲ ਵੱਡਾ ਕਾਫਰ ਹੈ ਸੁਨਨਤ ਕੋ। ਮਿਰਜ਼ਾ ਕਾਦੀਆਨੀ ਵੀ ਕਿੰਨੇ ਬੈਕ ਇਮਾਮਾਂ ਨੂੰ ਅਫਜ਼ਲ ਮੰਨਦਾ ਹੈ, ਇੱਕ ਬਾਬਿਆਂ ਨੂੰ ਮੰਨਦਾ ਹੈ। ਤੁਸੀਂ ਤੁਹਾਡਾ ਇਸਲਾਮ ਨਾਲ ਕੋਈ ਤਾਲੁਕ ਨਹੀਂ ਹੈ। ਉਹ ਸਾਡੇ ਤੇ ਇਲਜ਼ਾਮ ਲਾ ਰਹੇ ਹੋ। ਮਿਰਜ਼ੇ ਦੀ ਤਾਂ ਬੈਕ ਲਿਟਰਲੀ ਸਕ੍ਰੈਚ ਹੋਈ ਹੈ ਨਾ, 16 ਦਿਨ ਤੱਕ ਦਾ ਖੂਨ ਜਾਰੀ ਰਿਹਾ ਤੇ ਇੰਨਾ ਸਖਤ ਦਰਦ था जो बयान से बाहर है। ਉਹਦੀ ਕਿੰਨੇ ਬੈਕ ਸਕ੍ਰੈਚ ਕੀਤੀ? ਤੁਹਾਡਾ ਝੂਠ ਅੱਜ ਖੁੱਲ ਗਿਆ।
ਨਹੀਂ ਥੈਂਕ ਯੂ ਮਿਰਜ਼ਾ ਜੀ ਤੇ ਦੱਸੀ ਜਾਓ ਨਾ ਜਿਹੜਾ ਆਪ ਕਹਿੰਦਾ 16 ਦਿਨ ਇੰਨੀ ਸਕ੍ਰੈਚ ਹੋਈ ਅਗਲੇ ਨੇ ਛੋਡੇ ਪੱਟ ਦਿੱਤੇ 16 ਦਿਨ ਦਾ ਫੋਨ ਚੱਲਦਾ ਰਿਹਾ ਤੇ ਦਰਦ ਵੀ ਇੰਨਾ ਸੀ ਜਿਹੜਾ ਕਹਿੰਦਾ ਸੀ ਬਿਆਨ ਤੋਂ ਬਾਹਰ ਦਰਦ ਆ ਮਤਲਬ ਬੈਕ ਸਕ੍ਰੈਚ ਹੋਏ ਤਾਂ ਮਾੜੀ ਮੋਟੀ ਚਲੋ ਖਾਰਿਸ਼ ਹੋ ਜਾਂਦੀ ਹੈ ਬੰਦੇ ਨੂੰ ਥੋੜੀ ਬਹੁਤ ਲੇਕਿਨ ਐਡੀ ਸ਼ਦੀਦ ਬੈਕ ਸਕ੍ਰੈਚ ਹੋਈ ਮਿਰਜ਼ੇ ਦੀ ਕਹਿੰਦਾ ਇਹਨੇ ਕਰਾਣਾ ਹੀ ਹੈ ਸੀ ਚਵਲ ਜਿਹਾ ਤੈਨੂੰ ਆ ਦੇ ਜਾਵੇ ਕਿ ਟੁਰ ਜਾ ਬਗੈਰਤ ਇਨਸਾਨ ਉਤੋਂ ਕੁੱਤਾ ਆਇਆ ਭੌਂਕਣ ਵਾਸਤੇ ਲਾਂਤੀ ਕਜ਼ਾਬ ਦੇ ਮੰਨਣ ਵਾਲੇ ਦੱਸੋ ਜੀ ਇਹ ਅੱਜ ਬੈਠਾ ਹੋਇਆ ਸੀ ਉੱਥੇ ਇਹ ਜਨਾਬ ਫਤਿਹ ਇਸਲਾਮ ਤੇ ਇਹ ਜਿਹੜਾ ਸੀ ਆ ਹੁਣ ਜਿਹੜਾ ਆਇਆ ਸੀ ਵਾਟਰ ਤੇ ਨਾਸਰ ਅਹਿਮਦ ਉੱਥੇ ਬਹਿ ਕੇ ਲੱਗੇ ਹੋਣ ਜਨਾਬ ਇਹ ਨਾਸਰ ਅਹਿਮਦ ਜਿਹੜਾ ਇਹਨਾਂ ਦਾ ਉਹ ਦੱਸ ਰਿਹਾ ਹੋਏ ਨਾਲ ਇਹ ਵਾਟਰ ਵੀ ਦੱਸ ਰਿਹਾ ਇਹਨਾਂ ਨੂੰ ਕੁਰਾਨ ਨਹੀਂ ਆਉਂਦਾ ਇਹਨਾਂ ਨੂੰ ਪਤਾ ਹੀ ਨਹੀਂ ਹੈ ਕੁਰਾਨ ਦਾ ਤੇ ਮੁੜ ਕੇ ਸਾਨੂੰ ਕਹਿੰਦੇ ਇਹਨਾਂ ਨੂੰ ਪੜ੍ਹਨਾ ਨਹੀਂ ਆਉਂਦਾ ਬਸ ਇਹਨਾਂ ਨੇ ਇਹ ਬਸ ਜਿਹੜਾ ਨਾ ਕੁਰਾਨ ਦਾ ਜਿਹੜਾ ਨਾ ਰਾਗ ਗਾਉਂਦੇ ਨੇ ਕੁਰਾਨ ਦਾ ਇਹਨਾਂ ਨੂੰ ਪਤਾ ਮਾਨੀ ਦਾ ਇਹਨਾਂ ਨਹੀਂ ਪਤਾ ਮਫਹੂਮ ਦਾ ਇਹਨਾਂ ਨਹੀਂ ਪਤਾ ਫਿਰ ਐਡੇ ਬੁਜ਼ਦਿਲ ਨੇ ਟਿਕ ਕੇ ਗੱਲ ਹੀ ਨਹੀਂ ਕਰਦੇ ਕਿਤੇ ਟਿਕ ਕੇ ਗੱਲ ਕਰ ਜਾਣਾ ਇਹਨਾਂ ਨੂੰ ਪਤਾ ਇਹਨਾਂ ਨੇ ਬੁਰੀ ਤਰੀਕੇ ਨਾਲ ਐਕਸਪੋਜ਼ ਹੋ ਜਾਣਾ ਮੈਂ ਸਿਰ ਫੜ ਕੇ ਬਹਿ ਗਿਆ ਮੈਂ ਕਿਹਾ ਯਾ ਅੱਲਾ ਇਹ ਕਿਹੜੀ ਮਖਲੂਕ ਪੈਦਾ ਕੀਤੀ ਤੂੰ ਕਿ ਸਾਰੀ ਦਿਹਾੜੀ ਲਿੱਤਰ ਲੈ ਕੇ ਇਹਨਾਂ ਦੇ ਮਗਰ ਰਹੀਦਾ ਲਿੱਤਰ ਲੈ ਕੇ ਮਰਜ਼ਈ ਆਪਣੀਆਂ ਬਰਾਡਾਂ ਛੱਡ ਕੇ ਨੱਸ ਜਾਂਦੇ ਨੇ ਆਪਣੀ ਬਰਾੜ ਤੇ ਬਹਿ ਕੇ ਗੱਲ ਨਹੀਂ ਕਰ ਸਕਦੇ ਤੇ ਇੱਥੇ ਬਹਿ ਕੇ ਬੜਕਾਂ ਵੇਖ ਕਿਵੇਂ ਮਾਰੀ ਜਾਂਦੇ ਨੇ ਆਖੇ ਜੀ ਮੌਲਵੀ ਟਿਕ ਨਹੀਂ ਸਕਦੇ ਇਹ ਟਿਕ ਕੇ ਇਸ ਵਜ੍ਹਾ ਤੋਂ ਗੱਲ ਨਹੀਂ ਕਰਦੇ ਕਿ ਇਹਨਾਂ ਨੇ ਐਕਸਪੋਜ਼ ਹੋ ਜਾਣਾ ਵੇ ਇਹਨਾਂ ਨੂੰ ਕੁਰਾਨ ਦਾ ਨਹੀਂ ਪਤਾ ਆਪ ਐਡੇ ਜਾਹਲ ਨੇ ਇਹਨਾਂ ਕੋਈ ਇੱਕ ਆਇਤ ਨਹੀਂ ਪੜ੍ਹੀ ਜਾਂਦੀ ਕੋਈ ਆਇਤ ਇਹਨਾਂ ਦੇ ਸਾਹਮਣੇ ਆਂਦੇ ਨੇ ਜੀ ਉਹ ਪੜ੍ਹਨਾ ਨਹੀਂ ਹੁੰਦਾ ਸਿਰਫ ਮਤਲਬ ਦਾ ਪਤਾ ਹੋਣਾ ਚਾਹੀਦਾ ਇਹਨਾਂ ਦੇ ਅੱਗੇ ਕੋਈ ਹੋਰ ਆਇਤ ਰੱਖ ਦਿਓ ਇਹਨਾਂ ਨੂੰ ਉਹਦੇ ਮਤਲਬ ਦਾ ਵੀ ਨਹੀਂ ਪਤਾ ਹੁੰਦਾ ਤੇ ਕਿਹੋ ਜੀ ਮਖਲੂਕ ਸਾਡੇ ਮੱਥੇ ਲੱਗ ਗਈ ਹੈ ਯਕੀਨ ਕਰੋ ਐਡੇ ਜਾਹਲ ਇੱਕ ਤੇ ਜਾਹਲ ਨੇ ਤੇ ਉੱਤੋਂ ਜਿਹੜੇ ਨੇ ਐਡੇ ਢੀਠ ਤੇ ਬੇਸ਼ਰਮ ਨੇ ਕਿ ਲਿੱਤਰ ਖਾ ਕੇ ਤੇ ਆਂਦੇ ਨੇ ਆਓ ਹੋਰ ਮਾਰੋ ਫਿਰ ਖਾਂਦੇ ਨੇ ਤੇ ਬਰਾਡਾਂ ਲਾ ਕੇ ਬਹਿ ਜਾਂਦੇ ਨੇ ਹਮਾਰੇ ਸਾਹਮਣੇ ਕੋਈ ਟਿਕ ਨਹੀਂ ਸਕਦਾ ਹਮਾਰੇ ਫਿਰ ਛਿੱਤਰ ਖਾਂਦੇ ਨੇ ਫਿਰ ਚੜ ਜਾਂਦੇ ਨੇ ਬਰਾਡਾਂ ਤੇ ਹਮਾਰੇ ਸਾਹਮਣੇ ਕੋਈ ਟਿਕ ਨਹੀਂ ਸਕਦਾ ਫਿਰ ਆਂਦਾ ਕੋਈ ਮੌਲਵੀ ਮਾਰ ਧੂੰ ਕੱਢ ਦਿੰਦਾ ਅੰਦਰ ਫਿਰ ਬਹਿ ਕੇ ਬੇਸ਼ਰਮਾ ਤਰ੍ਹਾਂ ਹਮਾਰੇ ਸਾਹਮਣੇ ਕੋਈ ਟਿਕ ਨਹੀਂ ਸਕਦਾ ਕਿਹੜੀ ਮਖਲੂਕ ਹੋ ਤੁਸੀਂ ਪਤਾ ਨਹੀਂ ਕਿਹੜੀ ਕੋਈ ਸ਼ੈਤਾਨ ਨੇ ਐਸੀ ਉਂਗਲ ਦਿੱਤੀ ਇਹਨਾਂ ਨੂੰ ਯਕੀਨ ਕਰੋ ਕਿ ਬਹੁਤੀ ਥਿੰਦੀ ਦੇ ਦਿੱਤੀ ਇਹਨਾਂ ਨੂੰ ਐਡਾ ਢੀਠ ਤੇ ਯਕੀਨ ਕਰੋ ਸ਼ੈਤਾਨ ਵੀ ਨਹੀਂ ਆਇਆ ਜਿੱਡਿਆ ਮਰਦਈ ਨੇ ਹੱਦ ਹੋਈ ਪਈ ਇਹਨਾਂ ਦੀ ਯਾਰ अल्लामा साहब ने बहुत अच्छे तरीके ਨਾਲ ਉਹਨੂੰ ਵਜ਼ਾਹਤ ਕੀਤੀ ਸਮਝਾਇਆ ਕਿ ਹੁਣ ਨਾ ਕੁੱਤਿਆ ਕਰ ਲੇਕਿਨ ਨਹੀਂ ਬਾਜ਼ ਆਉਂਦੇ ਉਹ ਮਗਰੋਂ ਆਇਆ ਹੀ ਇਸ ਕੰਮ ਵਾਸਤੇ ਸੀ ਵੀ ਇੰਨੀ ਦੇਰ ਬਹਿਸ ਹੋ ਰਹੀ ਇੰਨੀ ਦੇਰ ਦੀ ਮਿਰਜ਼ੇ ਦੀ ਕੁੱਤਿਆ ਕਿਉਂ ਨਹੀਂ ਹੋ ਰਹੀ ਇਹ ਨਹੀਂ ਹੋ ਸਕਦਾ ਇੰਜ ਹੋਣਾ ਨਹੀਂ ਚਾਹੀਦਾ ਇਹ ਜ਼ਿਆਦਤੀ ਆ ਇਹ ਨਾਇਨਸਾਫੀ ਆ ਕਿ ਮੁਸਲਮਾਨ ਤੇ ਮਿਰਜ਼ਈ ਦੀ ਅੱਧਾ ਪੌਣਾ ਘੰਟਾ ਗੱਲ ਹੋਏ ਤੇ ਮਿਰਜ਼ੇ ਦੀ ਲਤੌਰ ਨਾ ਹੋਏ ਇਹ ਮਿਰਜ਼ਈਆਂ ਨੂੰ ਬਰਦਾਸ਼ਤ ਪਚਦਾ ਹੀ ਨਹੀਂ ਇਹਨਾਂ ਨੂੰ ਹਜ਼ਮ ਨਹੀਂ ਹੁੰਦੀ ਇਹ ਗੱਲ ਉਹ ਤਾਂ ਚੜਿਆ ਵੀ ਭਾਈ ਟਾਈਮ ਓਵਰ ਹੋ ਗਿਆ ਤੇ ਹੁਣ ਮਿਰਜ਼ੇ ਦੀ ਲਤੌਰ ਕਰੋ ਇੰਨੀ ਦੇਰ ਤੇ ਕੱਢਦਾ ਹੀ ਨਹੀਂ ਮੁਸਲਮਾਨ ਤੇ ਮਿਰਜ਼ਈ ਆਮਣੇ ਸਾਹਮਣੇ ਇਹਨਾਂ ਨੂੰ ਖਾਰਿਸ਼ ਹੋਈ ਆ ਮਿਰਜ਼ੇ ਦੀ ਲਤਲੌਰ ਜਿੰਨੀ ਦੇਰ ਮਿਰਜ਼ੇ ਦੀ ਲਤਲੌਰ ਨਹੀਂ ਹੁੰਦੀ ਇਹਨਾਂ ਨੂੰ ਯਕੀਨ ਕਰੋ ਸਕੂਨ ਨਹੀਂ ਆਉਣਾ ਰੋਟੀ ਨਹੀਂ ਹਜ਼ਮ ਹੁੰਦੀ ਇਹਨਾਂ ਦੀ ਟੱਟੀ ਵੀ ਨਹੀਂ ਆਉਂਦੀ ਇਹਨਾਂ ਨੂੰ ਲਿੱਤਰ ਫੇਰੀ ਜਾਓ ਉਹਨੂੰ ਜਿੱਥੇ ਮਿਰਜ਼ੇ ਦੀ ਲਤਰੌਲ ਜ਼ਿਆਦਾ ਹੋਏਗੀ ਯਕੀਨ ਕਰੋ ਉੱਥੇ ਅੰਨੀ ਪੈ ਜਾਏਗੀ ਮਿਰਜ਼ਈਆਂ ਦੀ ਐ ਉੱਡ ਕੇ ਆਣਗੇ ਮੱਖੀਆਂ ਤੇ ਜੇ ਆਰਾਮ ਨਾਲ ਸਕੂਨ ਨਾਲ ਗੱਲ ਕਰੀ ਜਾਓ ਤੇ ਐ 40 48 ਬੰਦੇ ਨੇ ਹੁਣ ਮਿਰਜ਼ੇ ਦੀ ਕੁੱਤਿਆ ਸ਼ੁਰੂ ਕਰ ਦੋ ਥੱਲੇ ਮਿਰਜ਼ਈਆਂ ਦਾ ਢੇਰ ਲੱਗ ਜਾਣਾ मिर्जे की लितरौल से मरब्बियों को सवाब आता है सुल्तान रशीद साहब की कहना चाहते हैं ये आए ने हाँ जी सुल्तान साहब खोलो माइक खोलोगे अस्सलाम वालेकुम वालेकुम सलाम अच्छा जी मैं ज़ियारत भाई नाल एक गल शेयर करना चाहता सी अगर इजाजत होवे ते कर लीजिए जरा माइक मुंह के नेड़े करो तो शेयर कर लो सरकार अगर मैं ये पूछना चाहता सी कि जरा ਆਪਾਂ एक अंदाजा लाइए कि वो ਜਿਹੜਾ 16 दिन दर्द सी बयान से बाहर हो कितना की दर्द होएगा तो ये इस गल ते दसो कितना की दर्द होएगा जी ਉਹ ਵੇਖੋ ਬੈਕ ਸਕ੍ਰੈਚ ਹੋਈ ਸੀ ਉਹਨੇ ਵਾਟਰ ਦੱਸ ਕੇ ਗਿਆ ਵਾ ਤੇ ਇਹ ਵੇਖੋ ਉਦੋਂ ਸਾਇੰਸ ਨੇ ਇੰਨੀ ਤਰੱਕੀ ਨਹੀਂ ਸੀ ਕੀਤੀ ਹੁਣ ਤੇ ਦਰਦ ਵੀ ਮੇਜਰ ਹੋ ਜਾਂਦਾ ਵਾ ਕਿ ਦਰਦ ਜਿਹੜਾ ਵਾ ਉਹ ਕਿੰਨਾ ਸ਼ਦੀਦ ਆ ਹੁਣ ਤੇ ਜਦੀਦ ਹਾਲਾਤ ਆ ਗਏ ਨੇ ਉਦੋਂ ਸਾਇੰਸ ਨੇ ਇੰਨੀ ਤਰੱਕੀ ਨਹੀਂ ਸੀ ਕੀਤੀ ਤੇ ਚੂੰਕਿ ਆਪ ਹਕੀਮ ਸੀ ਮਿਰਜ਼ਾ ਗੁਲਾਮ ਕਾਦੀਆਨੀ
ਤੇ ਇਹ ਹਕੀਮਾਂ ਦੇ ਹਿਸਾਬ ਨਾਲ ਜਿਹੜੇ ਜਿਵੇਂ ਹਕੀਮ ਟੋਟ ਕੇ ਲਾ ਕੇ ਤੇ ਅੰਦਾਜ਼ੇ ਲਾਉਂਦੇ ਸੀ, ਉਹ ਅੰਦਾਜ਼ਾ ਇਹਨੇ ਲਾ ਕੇ ਦੱਸਿਆ ਵੀ ਸਖਤ ਦਰਦ ਥਾ ਜੋ ਬਿਆਨ ਸੇ ਬਾਹਰ ਹੈ। ਯਾਨੀ ਉਹ ਇਹ ਕਹਿ ਰਿਹਾ ਸੀ ਮਿਰਜ਼ਾ ਕਾਦੀਆਨੀ ਹਕੀਮ ਹੋਣ ਦੇ ਬਾਵਜੂਦ ਕਿ ਮੈਂ ਹਕੀਮ ਹਾਂ, ਮੈਨੂੰ ਪਤਾ ਹੈ ਕਿ ਸ਼ਦੀਦ ਤੋਂ ਸ਼ਦੀਦ ਦਰਦ ਕਿੰਨਾ ਕੁ ਹੋ ਸਕਦਾ ਹੈ, ਲੇਕਿਨ ਇਹ ਇੰਨਾ ਕੁ ਸ਼ਦੀਦ ਦਰਦ ਆ ਜਿਹੜਾ ਮੇਰੇ ਬਿਆਨ ਕਰਨ ਵਾਸਤੇ ਮਸ਼ੀਨਰੀਆਂ ਤਾਂ ਹੈ ਕੋਈ ਨਹੀਂ ਸੀ, ਲਫ਼ਜ਼ ਵੀ ਮੇਰੇ ਕੋਲ ਨਹੀਂ ਹੈ। ਉਹ ਹੁਣ ਅੱਗੇ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਵੀ ਉਹ ਕਿੰਨਾ ਕੁ ਸ਼ਦੀਦ ਹੋਣਾ। ਹਾਂਜੀ ਮੌਲਵੀ ਨਈਮ ਸਾਹਿਬ ਉੱਤੇ ਆ ਕੇ ਕਰੋ ਗੱਲ, ਥੱਲੇ ਕਮੈਂਟ ਮਜ਼ਦੂਰੀ ਨਾ ਕਰੋ। ਜਿਹੜਾ ਤੁਹਾਡਾ ਸਵਾਲ ਹੈ ਉੱਤੇ ਸਾਹਮਣੇ ਬਹਿ ਕੇ ਆ ਕੇ ਕਰੋ ਸਵਾਲ ਤੇ ਜਵਾਬ ਲਓ ਨਗਦ, ਲੇਕਿਨ ਫਿਰ ਸਾਡਾ ਵੀ ਸਵਾਲ ਹੋਏਗਾ, ਤੁਹਾਨੂੰ ਵੀ ਜਵਾਬ ਦੇਣਾ ਪਏਗਾ। ਐ ਨਹੀਂ ਕਿ ਸਵਾਲ ਕਰਕੇ ਨਿਕਲ ਜਾਓ ਨੀਵੇਂ ਹੋ ਕੇ ਤੇ ਅਸੀਂ ਜਵਾਬ ਦਿੰਦੇ ਬਹਿ ਰਹੀਏ। ਚਲੋ ਤੁਸੀਂ ਭਾਈ ਕਰੋ ਗੱਲ, ਮੈਂ ਜ਼ਰਾ ਮਾਈਕ ਮਿਊਟ ਕਰਨ ਲੱਗਾ। ਮੈਂ ਗੱਡੀ ਜਾਨੀ ਕਿ ਵੀਡੀਓ ਲਾਇਆ ਤੇ ਸ਼ੋਰ ਜ਼ਿਆਦਾ, ਆਵਾਜ਼ ਜ਼ਿਆਦਾ ਬਾਹਰ, ਮੇਰੇ ਕੋਲ ਗੱਲ ਨਹੀਂ ਹੋਣੀ।